ਲਓ ਜੀ, ਸਵਾਗਤ ਵੀ, ਹਾਜ਼ਰੀ ਵੀ, ਗੁੱਡ ਮਾਰਨਿੰਗ ਵੀ, ਗੁੱਡ ਈਵਨਿੰਗ ਵੀ। ਤੇ ਇਹ ਸਾਰਾ ਕੁਝ ਰਲਿਆ ਮਿਲਿਆ ਜਿਹਾ ਇਸ ਕਰਕੇ ਕਿਉਂਕਿ ਦੁਨੀਆ ਦੇ ਅਲੱਗ-ਅਲੱਗ ਹਿੱਸਿਆਂ 'ਚ ਜਦੋਂ ਵੀ ਤੁਸੀਂ ਸਾਨੂੰ ਸੁਣਦੇ ਦੇਖਦੇ ਹੋ ਇਸ ਪ੍ਰੋਗਰਾਮ ਨੂੰ, ਤੇ ਅਲੱਗ-ਅਲੱਗ ਸਮਾਂ ਹੁੰਦਾ। ਸੋ ਪਰ ਇੱਕ ਗੱਲ ਹੈਗੀ ਆ ਵੀ ਉਹ ਚੈਨਲ ਉਹੀ ਹੈ, ਪ੍ਰਾਈਮ ਫੋਕਸ ਪ੍ਰੋਗਰਾਮ ਉਹੀ ਹੈ, ਤੇ ਬੰਦੇ ਉਹੀ ਨੇ, ਪਰਮਵੀਰ ਬਾਠ ਹੋਰੀ, ਤੇ ਮੇਰੇ ਨਾਲ ਵੀ ਬੰਦਾ ਉਹੀ, ਤੇ ਗੁਰਪ੍ਰੀਤ ਸਿੰਘ ਸੰਧਾਵਾਲੀਆ, ਮੈਂ ਤੇ ਚਲੋ ਖੈਰ ਹੈਗਾ ਹੀ ਹਾਂ। ਸੋ ਇਹ ਹੋ ਸਕਦਾ ਤੁਹਾਨੂੰ ਮੇਰੀਆਂ ਗੱਲਾਂ ਤੋਂ ਅਜੀਬ ਜਿਹਾ ਲੱਗਾ ਵੀ ਯਾਰ ਇਹ ਗੱਲ ਕਦੀ ਕਿਤਿਓਂ ਫੜ ਕੇ ਕਿੱਧਰ ਦੀ ਕਿੱਧਰ ਬੰਦਾ ਜੋੜ ਰਿਹਾ। ਅਸਲ 'ਚ ਇਹ ਸਾਰਾ ਕੁਛ ਘੱਟ ਵਾਪਰ ਰਿਹਾ, ਇਸੇ ਕਰਕੇ ਗੱਲ ਕੀਤੀ। ਮੈਂ ਵਟਸਐਪ ਗਲਤ ਕਿਹਾ ਜੀ? ਨਹੀਂ ਤੁਸੀਂ ਪਹਿਲਾਂ ਭਾਵੇਂ ਕਦੀ ਗਲਤ ਕਿਹਾ ਹੋਵੇ, ਪਰ ਅੱਜ ਤੁਸੀਂ ਠੀਕ ਕਿਹਾ। ਦਰੁਸਤ ਬੁਲ ਫਰਮਾਇਆ। ਹਾਂ, ਜਿਹੜਾ ਬਾਕੀਆਂ ਨੂੰ ਹੋ ਸਕਦਾ ਗਲਤ ਲੱਗਾ ਹੋਵੇ, ਪਰ ਮੈਨੂੰ ਪਤਾ ਕਿ ਤੁਸੀਂ ਠੀਕ ਕਿਹਾ। ਤੁਸੀਂ ਇਹ ਦੇਖੋ ਕਿ ਸਰਕਾਰ ਕਦੇ ਕਦੇ ਸਾਈਕਲ ਦਿੰਦੀ ਹੁੰਦੀ ਆ, ਘਰੇ ਜਾਂਦੇ ਖੜਕ ਜਾਂਦੇ ਆ। ਦਾਅਵਾ ਇਹ ਕੀਤਾ ਜਾਂਦਾ ਕਿ ਫਸਲ ਮੰਡੀਆਂ ਦੇ ਵਿੱਚੋਂ ਪੂਰੀ ਤਰ੍ਹਾਂ ਚੱਕਾਂਗੇ, ਪਰ ਕਈ ਵਾਰੀ ਰੁਲ ਜਾਂਦੀ ਹੈ। ਪ੍ਰਧਾਨ ਮੰਤਰੀ ਸਾਹਿਬ ਗਏ, ਉਹਨਾਂ ਦੇ ਸਾਹਮਣੇ ਇੱਕ ਮੁੱਖ ਮੰਤਰੀ ਸਾਹਿਬ ਨੇ ਕਹਿ ਦਿੱਤਾ ਜੀ ਸਾਡੀ ਭਾਸ਼ਾ ਦਾ ਸਨਮਾਨ ਪੂਰਾ ਹੋਣਾ ਚਾਹੀਦਾ। ਕਿਤੇ ਮੁੱਖ ਮੰਤਰੀ ਸਾਹਿਬ ਜਾਂਦੇ ਆ, ਕਿਤੇ ਮੰਤਰੀ ਸਾਹਿਬ ਜਾਂਦੇ ਆ, ਅਤੇ ਮੰਤਰੀ ਸਾਹਿਬ ਦੇ ਸਾਹਮਣੇ ਕਿਸਾਨ ਜਦੋਂ ਕਹਿਣ ਫਸਲ ਬੀਜੀ ਸੀ, ਵੱਢੀ ਸੀ, ਚੰਗੇ ਤਰੀਕੇ ਮਿੱਲ ਦੇ ਵਿੱਚ ਭੇਜੀ ਸੀ, ਸਾਲ ਹੋ ਗਿਆ, ਪੈਸਾ ਟਕਾ ਮਿਲਿਆ ਕੋਈ ਨਹੀਂ, ਫਿਰ ਉਲਝਣ ਹੀ ਆ। ਜਾਣੀ ਜਦੋਂ ਹਰ ਵਾਰ ਸਰਕਾਰਾਂ ਕਹਿਣ ਕਿ ਅਸੀਂ ਸਾਰੇ ਵਾਅਦੇ ਪੂਰੇ ਕਰ ਦਿੱਤੇ, ਸੂਬਾ ਤਰੱਕੀ ਤੇ ਹੈ, ਲੋਕ ਬਿਮਾਰ ਹੋਈ ਜਾਣ, ਪਾਣੀ ਥੱਲੇ ਜਾਈ ਜਾਵੇ, ਪ੍ਰਦੂਸ਼ਣ ਵਧੀ ਜਾਵੇ, ਸੂਬਾ ਉੱਪਰ ਨੂੰ ਕਿੱਦਾਂ ਜਾਈ ਜਾਂਦਾ ਸਮਝ ਨਹੀਂ ਆਉਂਦੀ ਬਸ। ਸੋ ਇਹ ਕਨਫਿਊਜ਼ਨ ਹੈ, ਇਹਨਾਂ ਕਨਫਿਊਜ਼ਨਾਂ ਦਾ ਕਰਕੇ ਆਪ ਜੀ ਦੇ ਨਾਲ ਅਸੀਂ ਇਹ ਗੱਲ ਕਰ ਰਹੇ ਹਾਂ ਵੀ ਯਾਰ ਕਈ ਚੀਜ਼ਾਂ ਇੱਧਰੋਂ ਉੱਧਰ ਤੁਰੀਆਂ ਫਿਰਦੀਆਂ ਰਹਿੰਦੀਆਂ। ਬਾਕੀ ਇੱਦਾਂ ਵਟਸਐਪ ਵੀ ਚਲੋ ਇਹ ਸਾਰੇ ਕੁਛ 'ਚ ਮੈਨੂੰ ਲੱਗਦਾ ਵੀ ਇੱਕ ਚੀਜ਼ ਜਿਹੜੀ ਚੰਗੀ ਆ ਉਹ ਆ ਵੀ ਕੁਦਰਤ ਦਾ ਨਿਯਮ ਜੀ। ਹੁਣ ਦੇਖੋ, ਕੁਦਰਤ ਦਾ ਨਿਯਮ ਆ ਵੀ ਦਿਨ ਚੜ੍ਹਨਾ ਰਾਤ ਪੈਣੀ। ਕੁਦਰਤ ਦਾ ਨਿਯਮ ਹੈ ਵੀ ਇਹਨਾਂ ਮਹੀਨਿਆਂ 'ਚ ਗਰਮੀ ਹੋਣੀ ਆ, ਕੁਛ ਮਹੀਨੇ ਗਾਂਹ ਜਾ ਕੇ ਠੰਡ ਪੈਣੀ। ਇਹ ਵੀ ਨਿਯਮ ਹੈ ਵੀ ਇੱਕੋ ਮੌਨਸੂਨ ਕਰਕੇ ਬੱਦਲ ਆਉਣੇ ਆ, ਉਹਨਾਂ ਨੇ ਮੀਂਹ ਪਾਉਣਾ। ਫਿਰ ਇਹ ਵੀ ਨਿਯਮ ਹੈ ਕਿ ਵੀ ਆਪਾਂ ਵੀ ਜੇ ਮੰਨ ਲਓ ਵੀ ਹੁਣ ਆਪਾਂ ਭਾਵੇਂ ਗੱਲਾਂ ਕਰੀਏ, ਭਾਵੇਂ ਲੜੀਏ, ਭਾਵੇਂ ਘੁਲੀਏ, ਭਾਵੇਂ ਹੱਸੀਏ, ਭਾਵੇਂ ਗਾਈਏ, ਸਾਹ ਚੱਲਦਾ ਰਹਿੰਦਾ। ਉਹ ਵੀ ਤਾਂ ਕੁਦਰਤ ਦਾ ਨਿਯਮ ਹੀ ਹੈ ਨਾ। ਉਹ ਮੈਨੂੰ ਲੱਗਦਾ ਹੁੰਦਾ ਵੀ ਜਿਹੜਾ ਕੰਮ ਤੇ ਕੁਦਰਤ ਨੇ ਆਪਣੇ ਜਿੰਮੇ ਲਾਇਆ ਉਹਦੇ ਵੱਲੋਂ ਤੇ ਚੱਲ ਰਿਹਾ। ਹਾਂ, ਜਿਹੜਾ ਆਪਣੇ ਜਿੰਮੇ ਹੁੰਦਾ ਉਹ ਆਪਾਂ ਛੱਡ ਜਾਂਦੇ, ਭੁੱਲ ਜਾਂਦੇ, ਅਤੇ ਫਿਰ ਬਾਅਦ 'ਚ ਕਹਿੰਦੇ ਉਹ ਮੈਂ ਕਰਨਾ ਹੀ ਨਹੀਂ, ਮੇਰਾ ਕਸੂਰ ਕੀ ਆ ਕਹਿਣਾ। ਮੇਰਾ ਕੋਈ ਕਸੂਰ ਨਹੀਂ, ਮੈਂ ਤਾਂ ਕਿਸੇ ਨਾਲ ਗਲਤ ਕੀਤਾ ਹੀ ਨਹੀਂ, ਮੇਰੇ ਨਾਲ ਹੀ ਇਹ ਕਿਉਂ ਹੋਇਆ। ਕਈ ਬੰਦੇ ਸੋਚਦੇ ਆ, ਪਰ ਤੁਸੀਂ ਦੇਖੋ ਨਾ ਕਿ ਜਿਹੜੀ ਕੁਦਰਤ ਆ ਉਹਦੇ ਤੋਂ ਸਿੱਖਣਾ ਚਾਹੀਦਾ। ਯਾਨੀ ਕੁਦਰਤ ਦੇ ਮੁਤਾਬਕ ਸਾਰਾ ਕੁਝ ਚੱਲਦਾ। ਸੰਧਾਲੀਆ ਸਾਹਿਬ, ਬੰਦਾ ਕਈ ਵਾਰੀ ਮੋਢਿਆਂ ਤੋਂ ਨਹੀਂ ਥੁੱਕਦਾ। ਮੈਂ ਰੋਬੋਟ ਬਣਾ ਲਿਆ, ਮੈਂ ਜਹਾਜ਼ ਬਣਾ ਲਿਆ, ਜਿਹਨੂੰ ਆਪਾਂ ਕੱਲ੍ਹ ਵੀ ਕਿਹਾ ਸੀ। ਬਹੁਤ ਸਾਰੇ ਜਣੇ ਲਿਆ ਨਹੀਂ ਜਹਾਜ਼ ਹੁੰਦਾ, ਉਹਦਾ ਭਾਈ ਸਾਨੂੰ ਵੀ ਪਤਾ ਕਿ ਜਹਾਜ਼ ਹੁੰਦਾ। ਟੈਂਕ ਬਣਾ ਲਿਆ, ਤੋਪਾਂ ਬਣਾ ਲਈਆਂ, ਆ ਦੇਖੋ ਜੀ ਆਨਲਾਈਨ ਸਾਰਾ ਕੰਮ ਹੁੰਦਾ। ਬਿਲਕੁਲ ਠੀਕ ਗੱਲ ਹੈ, ਪਰ ਤੁਸੀਂ ਦੇਖੋ ਕਿ ਕੋਵਿਡ ਆਇਆ, ਬੰਦਾ ਉਦੋਂ ਸਿੱਖਣਾ ਚਾਹੀਦਾ ਸੀ। ਜਹਾਜ਼ ਬੰਦ ਹੋ ਗਏ, ਇੱਕ ਦੂਸਰੇ ਦੇ ਲੋਕ ਘਰੋਂ ਜਾਣੇ ਹਟ ਗਏ। ਤੁਸੀਂ ਇਹ ਦੇਖੋ ਕਿ ਬਾਰਡਰ ਬੰਦ ਕਰ ਦਿੱਤੇ ਗਏ, ਸੂਬੇ ਬੰਦ ਕਰ ਦਿੱਤੇ ਗਏ ਕਿ ਪੰਜਾਬ ਵਾਲੇ ਨੇ ਹਰਿਆਣੇ ਜਾਣਾ, ਆਹ ਟੈਸਟ ਚਾਹੀਦੇ ਨੇ, ਤੁਸੀਂ ਵੜ ਨਹੀਂ ਸਕਦੇ। ਚਿੜੀਆਂ ਜਾਂਦੀਆਂ ਸੀ, ਕਾਂ ਜਾਂਦੇ ਸੀ, ਘੁੱਗੀਆਂ ਜਾਂਦੀਆਂ ਸੀ, ਕੋਈ ਰੋਕਦਾ ਸੀ? ਹਵਾ ਤੁਰੀ ਫਿਰਦੀ ਸੀ, ਕਿਉਂਕਿ ਕੁਦਰਤ ਨੇ ਬਣਾਈਆਂ। ਜਿਹੜੀ ਵੀ ਚੀਜ਼ ਬੰਦੇ ਨੇ ਬਣਾਈ ਸੀ ਉਹਦੇ ਤੇ ਰੋਕ ਟੋਕ ਲੱਗੀ, ਜਿਹੜੀ ਚੀਜ਼ ਕੁਦਰਤ ਨੇ ਬਣਾਈ ਸੀ ਉਹਦੇ ਤੇ ਕੋਈ ਰੋਕ ਟੋਕ ਨਹੀਂ ਲੱਗੀ। ਮੈਂ ਇੱਦਾਂ ਸੋਚਦਾ ਸੀ ਕਿ ਉਹ ਤਾਂ ਕਤਾਰਾਂ 'ਚ ਹੀ ਤੁਰੇ ਫਿਰਦੇ ਆ। ਵੈਸੇ ਹੀ ਗੱਲ ਹੀ ਹੈ, ਸਾਇੰਸ ਬਹੁਤ ਤਰੱਕੀ ਕਰ ਗਈ ਤੇ ਕਰਨੀ ਚਾਹੀਦੀ ਹੈ। ਹੁਣ ਤੁਸੀਂ ਦੇਖੋ ਕਿ ਬੰਦਾ ਬੰਦੇ ਦੇ ਲਾਗੇ ਜਾਂਦਾ ਸੀ ਤਾਂ ਕਹਿੰਦੇ ਜੀ ਕੋਵਿਡ ਹੋ ਜਾਣਾ। ਉਹਦੇ ਤੋਂ ਬਾਅਦ ਕਹਿੰਦੇ ਸੀ ਹਵਾ ਦੇ ਵਿੱਚ ਵੀ ਇੰਨੇ ਫੁੱਟ ਤੱਕ, ਉੱਥੋਂ ਦੀ 20 ਚੀਜ਼ਾਂ ਤੁਰੀਆਂ ਫਿਰਦੀਆਂ ਹੁੰਦੀਆਂ, ਫਿਰ ਤਾਂ ਉਹਨਾਂ ਨੂੰ ਵੀ ਹੋਣਾ ਚਾਹੀਦਾ। ਫਿਰ ਕਿਤੇ ਕਿਹਾ ਜਾਂਦਾ ਸੀ ਜੀ ਪਾਣੀ ਜਿੱਦਾਂ ਨਹੀਂ ਹੋ ਜਾਣਾ, ਬੜਾ ਕੁਛ ਚੱਲਿਆ। ਜਾਣੀ ਜਦੋਂ ਕੁਦਰਤ ਦੇ ਨਾਲ ਆਪਾਂ ਖਿਲਵਾੜ ਕੀਤਾ, ਟੂਟੀ ਖੁੱਲੀ ਛੱਡੀ, ਪਲਾਸਟਿਕ ਦੀ ਵਰਤੋਂ ਵੱਧ ਕੀਤੀ, ਕੈਮੀਕਲ ਦਾ। ਹੁਣ ਬੁੱਢੇ ਨਾਲੇ 'ਚ ਜੀ ਕੈਮੀਕਲ ਆ, ਕਹਿੰਦੇ ਕੈਮੀਕਲ ਕਾਹਦੇ ਲਈ ਆ? ਡਾਈਂਗ ਇੰਡਸਟਰੀ ਆ ਜਾਂ ਕੁਛ ਵੀ ਆ, ਲੈਦਰ ਬਣਦਾ ਜੀ, ਬੰਦਾ ਹੀ ਪਾਉਂਦਾ। ਕੁਦਰਤ ਕਿਸੇ ਵੀ ਉਸ ਚੀਜ਼ ਦੀ ਵਰਤੋਂ ਨਹੀਂ ਕਰਦੀ ਜਿਹਦੇ ਨਾਲ ਕਿ ਕੋਈ ਨੁਕਸਾਨ ਹੋਵੇ, ਤੇ ਬੰਦਾ ਵਰਤੋਂ ਹੀ ਉਸ ਚੀਜ਼ ਦੀ ਕਰਦਾ ਜਿਹਦੇ ਨਾਲ ਕੁਦਰਤ ਦਾ ਨੁਕਸਾਨ ਹੁੰਦਾ। ਕੁਦਰਤ ਆਪਣਾ ਰੰਗ ਦਿਖਾਉਂਦੀ ਹੈ। ਰੰਗ ਦਿਖਾਉਂਦੀ। ਆਪਾਂ ਬੁੱਢੇ ਨਾਲੇ ਦੀ ਗੱਲ ਕਰਦੇ ਹਾਂ, ਹੋਰ ਕਈ ਦਰਿਆ ਨੇ। ਹੁਣ ਜੇ ਕੋਈ ਬੰਦਾ ਇਹ ਆਖੇ ਵੀ ਉਹਨਾਂ ਦੀ ਫਲਾਨੀ ਸਰਕਾਰ ਸੀ, ਉਹਨਾਂ ਦੇ ਫਲਾਨੇ ਮੁੱਖ ਮੰਤਰੀ ਸਾਹਿਬ ਸੀ, ਜਾਂ ਕੇਂਦਰ 'ਚ ਫਲਾਨੀ ਸਰਕਾਰ ਸੀ, ਉਹਨਾਂ ਦੇ ਫਲਾਨੇ ਪ੍ਰਧਾਨ ਮੰਤਰੀ ਸਾਹਿਬ ਸੀ, ਉਹਨਾਂ ਨੇ ਬਿਆਸ ਦਰਿਆ ਪੁੱਟਿਆ, ਉਹਨਾਂ ਫਿਰ ਉਤੋਂ ਮਸ਼ੀਨਾਂ ਲਾਈਆਂ, ਤਾਂ ਉਹ ਕਹਿੰਦੇ ਇੱਧਰ ਦੀ ਆਪਾਂ ਕਿ ਦਰਿਆ ਪੁੱਟ ਦੇਣਾ, ਬੰਦਾ ਥੋੜ੍ਹਾ ਪੁੱਟ ਸਕਦਾ। ਇਹ ਤਾਂ ਕੁਦਰਤ ਆ, ਕੁਦਰਤ ਨੂੰ ਪਤਾ ਵੀ ਇੱਥੋਂ ਇੱਕ ਰਾਹ ਆ, ਕਿਉਂਕਿ ਪਾਣੀ ਦਾ ਇੱਕ ਕੁਦਰਤੀ ਰਾਹ ਹੁੰਦਾ, ਜਿੱਧਰ ਨੂੰ ਤੁਰ ਗਿਆ। ਫਿਰ ਇਹ ਆਪਾਂ ਜ਼ਰੂਰ ਸਿਆਣਿਆਂ ਤੋਂ ਸੁਣਦੇ ਹਾਂ ਵੀ ਦਰਿਆ ਹੋਇਆ, ਨਦੀ ਹੋਈ, ਉਹ ਆਪਣਾ ਰਾਹ ਬਦਲਦੇ ਆ ਜੀ। ਉਹ ਵੀ ਤਾਂ ਕੁਦਰਤ ਦੇ ਨਿਯਮ ਦੇ ਵਿੱਚ ਹੀ ਹੈ ਨਾ। ਹਾਂ, ਇੰਨਾ ਆਪਾਂ ਜ਼ਰੂਰ ਕਰ ਸਕਦੇ ਵੀ ਹੁਣ ਜੇ ਆਪਾਂ ਬੁੱਢੇ ਨਾਲੇ ਦੀ ਗੱਲ ਕਰਦੇ ਹਾਂ ਵੀ ਉਹ ਜਿਹੜਾ ਬੁੱਢਾ ਨਾਲਾ ਪੁੱਟਿਆ ਤਾਂ ਕਿਸੇ ਨੇ ਨਹੀਂ, ਹੈ ਤਾਂ ਕੁਦਰਤੀ ਰਾਹ ਸੀਗਾ। ਹੌਲੀ ਹੌਲੀ ਤੁਸੀਂ ਉਹਨੂੰ ਨਾਲਾ ਸਮਝਣ ਲੱਗ ਪਏ ਕਿਉਂਕਿ ਪਾਣੀ ਨਹੀਂ ਸੀ ਆਉਂਦਾ। ਫਿਰ ਨਾਲੇ ਨੂੰ ਆਪਾਂ ਆਖਿਆ ਵੀ ਯਾਰ ਨਾਲਾ 'ਚ ਹੁਣ ਜੇ ਹੈ ਹੀ ਆ, ਰਾਹ ਹੈਗੇ, ਤਾਂ ਕੋਈ ਗੱਲ ਨਹੀਂ, ਇੱਕ ਪੈਪ ਹੀ ਲਾਉਣਾ, ਚੱਲਦਾ ਰਹਿਣ ਦਿਓ।
ਪਿਛਲਾ ਜਿਹੜਾ ਪਾਣੀ ਕੁਦਰਤੀ ਵਹਾਅ ਵਾਲਾ ਸੀ ਉਹ ਆਪਾਂ ਰੋਕ ਲਿਆ ਵੀ ਅਸੀਂ ਆਪਣੀ ਮਰਜ਼ੀ ਨਾਲ ਛੱਡਾਂਗੇ। ਹਾਂ, ਕਦੀ ਕਦੀ ਆਪਾਂ ਨੂੰ ਚੇਤਾ ਆਉਂਦਾ, ਅੱਛਾ ਚਿੱਕੜ ਜ਼ਿਆਦਾ ਹੋ ਗਿਆ, ਇੰਨੇ ਕਿਊਸਿਕ ਪਾਣੀ ਇਹਦੇ ਵਿੱਚ ਛੱਡ ਦੇ, ਹੈ ਨਾ। ਉਹ ਆਪਾਂ ਹਿਸਾਬ ਦਾ ਲਾਉਣ ਲੱਗ ਪਏ, ਪਰ ਉਹਦੇ ਨਾਲ ਅਲਟੀਮੇਟਲੀ ਖੱਟਿਆ ਕਿ ਆਪਾਂ ਨੁਕਸਾਨ। ਨਹੀਂ, ਇਦਾਂ ਹੀ ਆ ਸੰਧਾਲੀਆ ਸਾਹਿਬ। ਤੁਸੀਂ ਇੱਕ ਹੋਰ ਗੱਲ ਦੇਖੋ, ਪੰਜਾਬ ਦੇ ਵਿੱਚ ਕਦੇ ਕਿਤੇ ਹੜ੍ਹ ਆਉਂਦੇ ਆ, ਤੇ ਹੜ੍ਹ ਆਉਂਦੇ ਕਦੋਂ ਆ? ਜਦੋਂ ਆਪਾਂ ਕਹਿੰਦਾ ਮਹਾਰਾਜ ਨੇ ਆਹ ਕੀ ਕਰ ਦਿੱਤਾ, ਮਹਾਰਾਜ ਪਤਾ ਨਹੀਂ ਸਾਡੇ ਤੋਂ ਕੀ ਗਲਤੀ ਹੋ ਗਈ, ਸਾਡੇ ਤੋਂ ਕੀ ਭੁੱਲ ਹੋ ਗਈ, ਨੁਕਸਾਨ ਬੜਾ ਹੋ ਗਿਆ। ਅੱਗੇ ਹੁੰਦਾ ਸੀ ਕਿ ਭਾਈ ਆਪਾਂ ਸੜਕਾਂ ਅੱਗੇ ਸਧਾਰਨ ਹੁੰਦੀਆਂ ਸੀ, ਆਪਾਂ ਉੱਚੀਆਂ ਉੱਚੀਆਂ ਸੜਕਾਂ ਬਣਾਈਆਂ, ਪੱਥਰ ਪਾ 4-4 5-5 ਫੁੱਟ ਬਜਰੀ ਪਾ, ਪੁਲੀਆਂ ਬਣਾਈਆਂ ਥੱਲੇ ਉਹਦੀ, ਕਿ ਠੀਕ ਹੈ ਪਾਣੀ ਦਾ ਕੁਦਰਤੀ ਵਹਾਅ ਇੱਧਰਲੇ ਪਾਸੇ ਨੂੰ ਆ, ਪਾਣੀ ਜੇ ਇੱਧਰਲੇ ਪਾਸੇ ਨੂੰ ਆਵੇ ਮੀਂਹ ਕਣੀ ਦਾ ਤੇ ਉਹ ਪੁਲੀ ਦੇ ਹੇਠੋਂ ਦੀ ਨਿਕਲ ਜਾਵੇ। ਇੱਧਰਲੇ ਪਾਸੇ ਤਾਂ ਪੁਲੀ ਹੈਗੀ ਆ, ਮੂਹਰੇ ਕੋਠੀਆਂ ਪਈਆਂ ਆ। ਹੁਣ ਜਦ ਆਪਾਂ ਲਾਂਘਾ ਹੀ ਨਹੀਂ ਛੱਡਿਆ ਪਾਣੀ ਦਾ, ਜਿੱਧਰਲੇ ਪਾਸੇ ਨੈਚੁਰਲ ਫਲੋ ਸੀ, ਉਹਦਾ ਕੁਦਰਤੀ ਵਹਾਅ ਸੀ, ਫਿਰ ਪਾਣੀ ਨੇ ਕਿਤੇ ਨਾ ਕਿਤੇ ਜਾ ਕੇ ਟੱਕਰ ਮਾਰਨੀ ਹੈ। ਤੇ ਜਦੋਂ ਪਾਣੀ ਟੱਕਰ ਮਾਰਦਾ ਫਿਰ ਲੋਕ ਕਹਿੰਦੇ ਜੀ ਹੁਣ ਕਿੱਥੇ ਕਿੱਥੇ ਟੱਕਰਾਂ ਮਾਰੀਏ, ਹੁਣ ਸਾਡਾ ਕੰਮ ਜਿਹੜਾ ਉਹ ਪੂਰਾ ਔਖਾ ਹੋ ਗਿਆ। ਸਤਲੁਜ ਦੇ ਬੰਨੇ ਟੁੱਟੇ ਸੀ, ਜਿਹੜਾ ਪੰਜਾਬ ਦੇ ਵਿੱਚ ਆਖਰੀ ਹੜ੍ਹ ਆਇਆ ਸੀ, ਆਪਾਂ ਸਾਰਿਆਂ ਨੂੰ ਪਤਾ। ਲੋਕਾਂ ਨੇ ਵੈਸੇ ਮਦਦ ਬਹੁਤ ਕੀਤੀ ਉਦੋਂ, ਸਰਕਾਰ ਤਾਂ ਜਿੱਥੇ ਪਹੁੰਚ ਸਕੀ ਨਹੀਂ ਪਹੁੰਚ ਸਕੀ ਪਤਾ ਨਹੀਂ, ਪਰ ਲੋਕ ਤੂੜੀ ਲੈ ਕੇ, ਪੱਠੇ ਲੈ ਕੇ, ਦਵਾਈਆਂ ਲੈ ਕੇ, ਕੱਪੜੇ ਲੈ ਕੇ, ਖਾਣ ਪੀਣ ਦੀ ਸਮੱਗਰੀ ਲੈ ਕੇ ਬੇਤਹਾਸ਼ਾ ਜਾਂਦੇ ਰਹੇ। ਬੱਲੇ ਬੱਲੇ ਕਰਾਤੀ ਲੋਕਾਂ ਨੇ ਕਿ ਬੰਦਾ ਹੀ ਬੰਦੇ ਦਾ ਦਾਰੂ ਆ, ਉਦੋਂ ਪਤਾ ਲੱਗਦਾ ਸੀ। ਹੁਣ ਤੁਸੀਂ ਦੇਖੋ ਉਹ ਕਿਵੇਂ ਹੋਇਆ। ਬਾਅਦ ਚ ਕਈ ਗੱਲਾਂ ਆਉਂਦੀਆਂ ਸੀ ਜੀ, ਨਜਾਇਜ਼ ਮਾਈਨਿੰਗ ਹੁੰਦੀ ਸੀ, ਵੱਡੇ ਵੱਡੇ ਟੋਏ ਪਾਤੇ, ਟਿੱਪਰ ਚੜਾਉਂਦੇ ਸੀ, ਟਰਾਲੀਆਂ ਟਰੈਕਟਰ ਟਰੱਕ ਚੜਾਉਂਦੇ ਸੀ, ਬੰਨੇ ਖੋਰ ਦਿੱਤੇ। ਕਾਗਜ਼ਾਂ ਦੇ ਵਿੱਚ ਤਾਂ ਸਤਲੁਜ ਦੇ ਬੰਨਿਆਂ ਦੇ ਉੱਤੇ ਮਿੱਟੀ ਪਾਉਂਦੇ ਸੀ, ਉਹਨੂੰ ਮਜ਼ਬੂਤ ਕਰਦੇ ਸੀ, ਪਰ ਪਾਉਂਦੇ ਨਹੀਂ ਸੀ, ਕੰਮ ਖੁਰ ਗਿਆ ਸੀ। ਫਿਰ ਇਹ ਵੀ ਹੁੰਦਾ ਸੀ ਕਿ ਮੰਨ ਲਓ ਸਤਲੁਜ ਦੇ ਉੱਪਰ ਦੀ ਪੁਲ ਬਣਿਆ, ਉਹਦੇ ਵਿੱਚ ਮਿੱਟੀ ਥੱਲੇ ਇੰਨੀ ਜਮ੍ਹਾਂ ਹੋ ਗਈ ਕਿ ਮੁੜ ਕੇ ਸਫਾਈ ਨਹੀਂ ਕੀਤੀ ਕਿ ਜੇ ਪਾਣੀ ਵੱਧ ਆਵੇ ਤਾਂ ਫਲੋ ਦੇ ਵਿੱਚ ਨਿਕਲ ਸਕੇ। ਤਾਂ ਜਦੋਂ ਬੰਦੇ ਨੇ ਗਲਤੀਆਂ ਕਰਨੀਆਂ ਤਾਂ ਫਿਰ ਭਾਈ ਕੁਦਰਤ ਨੇ ਆਪਣਾ ਰੰਗ ਤਾਂ ਦਿਖਾਉਣਾ ਹੀ ਹੈ। ਨਹੀਂ ਹੈਗਾ, ਤੁਸੀਂ ਕਹਿਣਾ ਵੀ ਯਾਰ ਇਹ ਆਉਂਦੇ ਆ ਅੱਜ ਕੁਦਰਤ ਕਿਉਂ ਕਰਨ ਲੱਗ ਪਏ ਬੰਦੇ। ਦੇਖੋ ਇਹਨੂੰ ਕੁਝ ਇਹ ਸਮਝੇ ਵੀ ਯਾਰ ਕੋਈ ਚਟਕਾਰੀਦਾਰ ਗੱਲ ਸੁਣਾਓ, ਕੋਈ ਐ ਸੁਣਾ ਫਲਾਣੇ ਨੇ ਆਹ ਕਹਿਤਾ ਹੀ, ਢੀਂਗੜੇ ਨੇ ਚੱਕਦਾ ਹੀ ਕੰਮ ਤੇ ਫਲਾਣੇ ਕਰ ਦੇਖੀ ਮੈਂ ਵੱਟ ਕਿੱਦਾਂ ਕੱਢਣਾ, ਉਹ ਤੇ ਆਪਾਂ ਜਿੰਨਾ ਮਰਜ਼ੀ ਉਹ ਕਰੀ ਜਾਂਦੇ ਹਾਂ। ਪਰ ਆਪਾਂ ਸਿਰਫ ਇਸ ਕਰਕੇ ਜ਼ਿਕਰ ਕਰਦੇ ਹਾਂ ਵੀ ਯਾਰ ਇੱਕ ਕੁਦਰਤ ਹੈ, ਉਸ ਕੁਦਰਤ ਦੇ ਨਿਯਮ ਦੇ ਤਹਿਤ ਚਾਹੇ ਆਪਾਂ ਕਹਿ ਲਓ ਕੋਈ ਵੀ ਆਪਣਾ ਸਰੀਰ ਚੱਲਦਾ, ਚਾਹੇ ਇਹ ਸ਼ਹਿਰ ਚੱਲਦਾ, ਚਾਹੇ ਸਟੇਟ ਚੱਲਦੀ, ਚਾਹੇ ਦੇਸ਼ ਚੱਲਦਾ, ਚਾਹੇ ਸਾਰੇ ਦੇਸ਼ ਚੱਲਦੇ ਨੇ, ਚਾਹੇ ਧਰਤੀ ਦਾ ਗੋਲਾ ਇੱਕ ਘੁੰਮਦਾ ਫਿਰਦਾ, ਉਹ ਸਾਰਾ ਕੁਝ ਜੇ ਆਪਣੇ ਹਿਸਾਬ ਨਾਲ ਆਪਣੇ ਨਿਯਮ ਦੇ ਵਿੱਚ ਚੱਲ ਰਿਹਾ ਤੇ ਫਿਰ ਕਿਤੇ ਨਾ ਕਿਤੇ ਆਪਾਂ ਨੂੰ ਆਪਣੇ ਆਪ ਨੂੰ ਨਿਯਮ 'ਚ ਕਰਨਾ ਚਾਹੀਦਾ। ਉੱਥੇ ਕਿਤੇ ਨਾ ਕਿਤੇ ਆਪਾਂ ਗਲਤੀ ਕਰ ਬੈਠਦੇ ਹਾਂ, ਜਿੱਥੇ ਆਪਾਂ ਲੱਗਦਾ ਨਹੀਂ ਮੈਂ ਹੀ ਸਾਰਾ ਕੁਝ ਸੁਪਰੀਮ ਆ, ਮੇਰੇ ਹਿਸਾਬ ਨਾਲ ਸਾਰਾ ਕੁਝ ਹੋਣਾ ਚਾਹੀਦਾ। ਜਦੋਂ ਆਪਾਂ ਹਿਸਾਬ ਆਪਣਾ ਲਾਉਣ ਲੱਗ ਪੈਂਦੇ ਹਾਂ, ਉਦੋਂ ਫਿਰ ਹਿਸਾਬ ਜਦੋਂ ਜਾ ਕੇ ਗਲਤ ਹੁੰਦਾ ਫਿਰ ਬੰਦਾ ਰਲਾਉਂਦਾ ਯਾਰ ਇਹ 2 ਦੂਣੀ 4 ਕਿਉਂ ਆ ਤੇ 2 ਦੂਣੀ 5 ਕਿੱਦਾਂ ਨਹੀਂ ਆਈ। ਸੰਧਾਲੀਆ ਸਾਹਿਬ, ਪੁਰਾਣੀਆਂ ਬੀਬੀਆਂ ਬਹੁਤ ਗੱਲਾਂ ਕਰਦੀਆਂ ਹੁੰਦੀਆਂ, ਸਿਆਣੀਆਂ ਗੱਲਾਂ, ਕਿ ਅੱਗੇ ਨਹੀਂ ਸੀ ਪੁੱਤ ਧੀ, ਅੱਗੇ ਆ ਕੁਛ ਕਿੱਥੇ ਹੁੰਦਾ ਸੀ, ਬੁਖਾਰ ਹੀ ਨਾ ਚੜ੍ਹਨਾ ਕਈ ਸਾਲ, ਤਾਪ ਚੜ੍ਹਦਾ ਹੀ ਨਹੀਂ ਸੀ, ਲੋਕ ਕੰਮ ਕਰਦੇ ਸੀਗੇ, ਮਿੱਟੀ ਨਾਲ ਮਿੱਟੀ ਹੋਣਾ, ਬੀਬੀਆਂ ਨੇ ਬੋਕਰ ਫੇਰਨੀ, ਲਿਪਣੇ, ਕਿਤੇ ਚੁੱਲ੍ਹੇ ਕਿਤੇ ਵਿਹੜੇ, ਇਕੱਠੀਆਂ ਹੋ ਕੇ ਜਦੋਂ ਥੋੜ੍ਹਾ ਜਿਹਾ ਟਾਈਮ ਹੋਣਾ ਫਿਰ ਗਰਮੀਆਂ ਨੂੰ ਚਰਖੇ ਕੱਤਣੇ, ਕਿਤੇ ਆ ਸਾਰਾ ਕੁਛ, ਆ ਕਣਕ ਦਲੀਆ ਦਲਣਾ, ਕਣਕ ਪੀਸਣੀ, ਬੜਾ ਕੁਛ ਹੁੰਦਾ ਸੀ, ਆਟਾ ਜਾਂ ਕਣਕ ਜੋ ਮਰਜ਼ੀ ਕਹਿ ਲਓ। ਉਦੋਂ ਆਪਾਂ ਕਹਿੰਦੇ ਤਾਂ ਹੈ ਕਿ ਭਾਈ ਉਦੋਂ ਨਹੀਂ ਸੀ ਕੁਛ ਵੀ ਹੁੰਦਾ। ਹੁਣ ਪਤਾ ਨਹੀਂ ਕਿੱਥੋਂ ਆਹ ਚੀਜ਼ਾਂ ਆ ਗਈਆਂ, ਕਿਸੇ ਨੂੰ ਆਹ ਬਿਮਾਰੀ, ਕਿਸੇ ਦਾ ਬਲੱਡ ਵੱਧਦਾ, ਯੂਰੀਆ ਵੱਧਦਾ, ਆਹੀ ਸ਼ਬਦ ਹੁੰਦੇ ਆ। ਤੁਸੀਂ ਇਹ ਦੇਖੋ ਕਿ ਆਪਾਂ ਯਾਦ ਕੀ ਕਰਦੇ ਹਾਂ, ਚਾਹੇ ਵਿਦੇਸ਼ ਦੇ ਵਿੱਚ ਬੈਠੇ ਹਾਂ, ਚਾਹੇ ਪੰਜਾਬ 'ਚ ਬੈਠੇ ਹਾਂ। ਪੁਰਾਣਾ ਘਰ ਹੁੰਦਾ ਸੀ, ਮੰਨ ਲਓ ਆਪਣੇ ਪੁਰਾਣੇ ਘਰ ਜਾਈਏ, ਇੱਥੇ ਟਾਹਲੀ ਹੁੰਦੀ ਸੀ, ਇੱਥੇ ਅੰਬ ਹੁੰਦਾ ਸੀ, ਇੱਥੇ ਧਰੇਕ ਸੀ, ਇੱਥੇ ਅਮਰੂਦਾਂ ਦਾ ਬੂਟਾ ਸੀ। ਕਦੇ ਕਿਸੇ ਬੰਦੇ ਨੇ ਇਹ ਜਾ ਕੇ ਕਿਹਾ ਕਿ ਭਾਈ ਇੱਥੇ ਤਾਂ ਕੁਝ ਵੀ ਨਹੀਂ ਸੀ ਹੁੰਦਾ, ਇੱਥੇ ਨਿੰਮ ਕਿੱਥੋਂ ਆ ਗਈ? ਆ ਤਾਂ ਵਿਹੜਾ ਸਾਡਾ ਖਾਲੀ ਹੁੰਦਾ ਸੀ, ਇੱਥੇ ਟਾਹਲੀ ਕਿੱਥੋਂ ਆ ਗਈ? ਆ ਜਿਹੜਾ ਇਧਰਲੇ ਪਾਸੇ ਸ਼ਤੂਤ ਕਿੱਥੋਂ ਲੱਗ ਗਿਆ? ਜਾਣੀ ਲੱਗੀਆਂ ਚੀਜ਼ਾਂ ਅਸੀਂ ਵੱਡੀਆਂ, ਘਰ ਵਿਹੜੇ ਪੱਧਰੇ ਕੀਤੇ ਆ, ਤੇ ਮੁੜ ਕੇ ਅਸੀਂ ਭਾਲਦੇ ਹਾਂ ਕਿ ਬਿਮਾਰੀਆਂ ਨਾ ਲੱਗਣ। ਜਾਣੀ ਸ਼ਾਇਦ ਟਿੱਪਣੀਆਂ ਹੋਣ, ਸ਼ਾਇਦ ਕੋਈ ਘਰ ਇਦਾਂ ਦਾ ਹੋਵੇ ਕਿ ਜਿਹਦੇ ਵਿਹੜੇ ਦੇ ਵਿੱਚ ਪਹਿਲਾਂ ਰੁੱਖ ਨਹੀਂ ਸੀ, ਹੁਣ ਉੱਥੇ ਰੁੱਖਿਆ। ਤੇ ਸੈਂਕੜੇ ਟਿੱਪਣੀਆਂ ਇਸ ਗੱਲ ਦੀਆਂ ਅੱਜ ਜ਼ਰੂਰ ਆਉਣਗੀਆਂ ਜੇ ਕੋਈ ਇਮਾਨਦਾਰੀ ਨਾ ਕਰੂ ਕਿ ਜਿਹੜੇ ਘਰਾਂ ਦੇ ਵਿੱਚ ਸਾਡੇ ਤੁਹਾਡੇ ਸਾਰੇ ਵਿਹੜਿਆਂ ਦੇ ਵਿੱਚ ਰੁੱਖ ਸੀ ਤੇ ਅੱਜ ਰੁੰਡ ਮਰੋਂਡਾ ਸਾਰਾ ਕੁਛ ਐਨ ਪੱਥਰ ਲੱਗੇ ਪਏ ਆ। ਨਹੀਂ, ਇਹ ਤੇ ਗੱਲ ਹੈਗੀ ਹੈ। ਚਲੋ ਆਸ ਕਰਦੇ ਹਾਂ ਵੀ ਇਹੀ ਜਿਹੜਾ ਮਾੜਾ ਮੋੜ ਚੇਤਾ ਵਿੱਚ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ ਵੀ ਕੁਦਰਤ ਦੇ ਨੇੜੇ ਲੱਗੀਏ। ਦੇਖੋ ਰਹਿ ਸਾਰਾ ਕੁਝ ਇੱਥੇ ਜਾਣਾ, ਭਾਵੇਂ ਆਪਾਂ ਮਹਿਲ ਮਾੜੀਆਂ ਬਣਾ ਲਈਏ ਤੇ ਭਾਵੇਂ ਆਪਾਂ ਰੋਟੀ ਖਾ ਲਈਏ। ਸੋ ਸਾਦਾ ਜੇ ਜੀ ਲਵਾਂਗੇ ਤੇ ਸਾਦਾ ਹੀ ਬਾਅਦ 'ਚ ਬੰਦੇ ਨੂੰ ਕੋਈ ਬਹੁਤਾ ਦੁੱਖ ਨਹੀਂ ਹੁੰਦਾ। ਤੇ ਜੇ ਬੰਦਾ ਇਕੱਠਾ ਕਰਦਾ ਕਹੇ ਆ ਵੀ ਮੇਰਾ, ਆ ਵੀ ਮੇਰਾ, ਆ ਵੀ ਮੇਰਾ, ਫਿਰ ਡਾਕਟਰ ਸਾਹਿਬ ਵੀ ਕਹਿ ਦਿੰਦੇ ਆ
ਕਹਿੰਦੇ ਮਿੱਠਾ ਨਹੀਂ ਖਾਣਾ, ਤੁਸੀਂ ਥੋੜਾ ਤੇਲ ਵਾਲੀ ਚੀਜ਼ ਤੋਂ ਪਰਹੇਜ਼ ਕਰਨਾ, ਆਹ ਚੀਜ਼ ਤਾਂ ਬਿਲਕੁਲ ਨਹੀਂ ਖਾਣੀ, ਤਾਂ ਤੁਹਾਨੂੰ ਐਲਰਜੀ ਹੈਗੀ ਹੈ, ਤੇ ਤੁਸੀਂ ਬਹੁਤਾ ਜਿਹੜਾ ਉਹ ਕੰਮ ਵੀ ਨਹੀਂ ਕਰਨਾ, ਭਾਰੀ ਚੀਜ਼ ਤੁਸੀਂ ਚੁੱਕਣੀ ਨਹੀਂ ਹੈ, ਤੁਹਾਨੂੰ ਇਹ ਤੋਂ ਆਹ ਪ੍ਰੋਬਲਮ ਆ। ਉਹ ਫਿਰ ਡਾਕਟਰ ਜਦੋਂ ਬ੍ਰੇਕਾਂ ਲਾਓ ਤਾਂ ਉਹਨੂੰ ਚੰਗਾ ਨਹੀਂ ਵੀ ਬੰਦਾ ਆਪਣੇ ਹਿਸਾਬ ਨਾਲ ਪਹਿਲੇ ਬ੍ਰੇਕ ਤੇ ਪੈਰ ਰੱਖੀ ਜਾਵੇ। ਸੰਧਾਲੀਆ ਸਾਹਿਬ, ਟਰੈਕਟਰ ਦੀ ਨਾ ਇੱਕ ਸਿੰਗਲ ਬ੍ਰੇਕ ਵੀ ਲੱਗ ਜਾਂਦੀ ਹੈ, ਇੱਦਾਂ ਗੁੱਲੀ ਜੀ ਪਰੇ ਕਰੋ, ਦੋਨਾਂ ਦੇ ਵਿੱਚੋਂ ਇੱਕ ਜਿਹੜੀ ਮਰਜ਼ੀ ਕਿੱਲੀ ਜੀ ਦੱਬ ਦਿਓ। ਕਈ ਵਾਰੀ ਇੱਕ ਬ੍ਰੇਕ ਆਪ ਹੀ ਲਾ ਲੈਣੀ ਚਾਹੀਦੀ ਹੈ। ਤੁਸੀਂ ਦੇਖੋ ਬਹੁਤ ਵਾਰ ਹੁੰਦਾ ਸ਼ਹਿਰ ਦੇ ਲੋਕ ਪਿੰਡ 'ਚ ਆਉਣਗੇ, ਇੱਥੇ ਠੀਕ ਆ, ਇੱਥੇ ਥੋੜ੍ਹੀ ਜਿਹੀ ਘੱਟ ਗਰਮੀ ਆ, ਇੱਥੇ ਹਵਾ ਠੀਕ ਆ, ਸਾਹ ਕਿੰਨਾ ਵਧੀਆ ਆਉਂਦਾ, ਇੱਦਾਂ ਦੀਆਂ ਗੱਲਾਂ ਹੁੰਦੀਆਂ। ਹੁਣ ਸ਼ਹਿਰ ਬੰਦੇ ਨੇ ਵਸਾਏ ਆ, ਸ਼ਹਿਰ ਦੇ ਵਿੱਚ ਦਰਖਤ ਹੋ ਸਕਦੇ ਸੀ, ਸ਼ਹਿਰ ਦੇ ਵਿੱਚ ਗ੍ਰੀਨ ਏਰੀਆ ਹੋ ਸਕਦਾ ਸੀ, ਹਰਾ ਖੇਤਰ, ਉਹ ਅਸੀਂ ਵੱਢ ਦਿੱਤਾ, ਅਸੀਂ ਧਿਆਨ ਨਹੀਂ ਰੱਖਿਆ। ਮੇਅਰ ਸਾਹਿਬ ਸਾਡੇ ਨੇ, ਇੰਸਪੈਕਟਰ ਸਾਹਿਬ ਸਾਡੇ ਨੇ, ਡੀਸੀ ਸਾਹਿਬ ਸਾਡੇ ਨੇ, ਐਸਐਸਪੀ ਸਾਹਿਬ ਸਾਡੇ ਨੇ, ਮੰਤਰੀ ਸਾਹਿਬ ਸਾਡੇ ਨੇ, ਸਾਨੂੰ ਦਰਖਤ ਵੱਢਣ ਤੋਂ ਕੌਣ ਰੋਕ ਲੂ? ਬੜੇ ਖੁਸ਼ ਹੁੰਦੇ ਆ, ਉਹ ਆ ਵੱਢਣ ਨਹੀਂ ਦਿੰਦੇ ਦਰਖਤ, ਬੰਦਾ ਆਪਣਾ ਆਇਆ ਪਰ ਰਾਤੋਂ ਰਾਤ ਕਲੀਅਰ ਕਰ ਲਿਆ, ਗੁਆਂਢੀਆਂ ਦੇ ਅਜੇ ਵੀ ਖੜੇ ਆ। ਜਾਣੀ ਅਸੀਂ ਚੌੜੇ ਹੋਈ ਜਾਂਦੇ ਆ ਕਿ ਅਸੀਂ ਗੈਰ ਕਾਨੂੰਨੀ ਤਰੀਕੇ ਦਰਖਤ ਵੱਢ ਕੇ ਬੱਲੇ ਬੱਲੇ ਕਰਾਤੀ ਸਾਰੇ। ਹੋਰ ਦੇਖੋ ਬੜੀ ਵਾਰੀ ਇਦਾਂ ਸੁਣਦਾ ਕਿ ਜੀ ਉਹਦੀ ਸਿਹਤ ਬਹੁਤ ਖਰਾਬ ਹੋ ਗਈ ਸੀ, ਡਾਕਟਰ ਨੇ ਕਹਿਤਾ ਕਿ ਪਹਾੜਾਂ 'ਚ ਜਾ ਕੇ ਰਹੋ ਜਾਂ ਉਧਰਲੇ ਪਾਸੇ ਜਾ ਕੇ ਰਹੋ, ਉੱਥੇ ਹੁਣ ਕੁਝ ਠੀਕ ਆ, ਸਾਹ ਦੀ ਬਿਮਾਰੀ ਘੱਟ ਹੈ। ਪਹਾੜ ਦੇ ਵਿੱਚ ਕੀ ਹੁੰਦਾ? ਦਰਖਤ ਵੀ ਹੁੰਦੇ ਆ, ਹਵਾ ਸਾਫ਼ ਹੁੰਦੀ ਹੈ, ਇੰਡਸਟਰੀ ਘੱਟ ਹੁੰਦੀ ਹੈ। ਜਾਣੀ ਕਹਿਣ ਦਾ ਭਾਵ ਹੈ ਕਿ ਕੋਈ ਮਾਈਂਡ ਨਾ ਕਰੇ, ਬੰਦੇ ਦਾ ਪਾਇਆ ਗੰਦ ਉੱਥੇ ਘੱਟ ਹੁੰਦਾ, ਤੇ ਜਦੋਂ ਬੰਦੇ ਦੀ ਖਿਲਾਰੀ ਗੰਦਗੀ ਘੱਟ ਹੁੰਦੀ ਹੈ, ਹਵਾ ਪਾਣੀ ਸਾਫ਼ ਹੁੰਦਾ, ਤੇ ਬੰਦਾ ਆਪੇ ਹੀ ਠੀਕ ਹੋ ਜਾਂਦਾ, ਆਪਣੇ ਆਪ ਹੀ ਸੂਤਰ ਆਉਣਾ ਹੀ ਆਉਣਾ ਕੰਮ। ਇਸ ਕਰਕੇ ਭੋਰਾਕ ਸਾਨੂੰ ਸਮਝ ਕੇ ਅਗਲੇ ਪਾਸੇ ਨੂੰ ਤੁਰਨਾ ਚਾਹੀਦਾ। ਇਹ ਨਾ ਹੋਵੇ ਕਿ ਭਲਕ ਨੂੰ ਪਿੱਠ ਦੇ ਉੱਤੇ ਗੈਸ ਦੇ ਆਕਸੀਜਨ ਦੇ ਸਿਲੰਡਰ ਬੰਨ ਕੇ ਤੁਰੇ ਫਿਰੀਏ, ਤੇ ਨਾਲੇ ਕਿ ਦੇਖਿਆ ਵਧੀਆ ਸਿਲੰਡਰ ਹੈ, ਇਹਦੇ ਨਾਲ 8 ਘੰਟੇ ਨਿਕਲ ਜਾਂਦੇ ਆ। ਚਾਈਨਾ ਤੋਂ ਆਉਂਦਾ ਹੈ, ਹਾਂ, ਜਾਂ ਇਹ ਵੀ ਹੋ ਸਕਦਾ ਵੀ ਹੁਣ ਤੱਕ ਇਹ ਨਾ, ਹੁਣ ਕੈਨੇਡਾ ਤੋਂ ਮਾਮਾ ਹੀ ਨੇ ਘੱਲਿਆ, ਉਹ ਕਹਿੰਦੇ ਵੀ ਇੱਕ ਤੇ ਸਿਲੰਡਰ ਛੋਟਾ ਹੈ, ਥੋੜਾ ਭਾਰ ਘੱਟ ਹੈ, ਆਕਸੀਜਨ ਵਧੀਆ ਇਹਦੇ ਵਿੱਚ। ਇਹ ਵੀ ਹੋ ਸਕਦਾ ਕਿ ਜੇ ਸਾਡੇ ਹਾਲਾਤ ਆਹੀ ਰਹੇ ਕਿ ਕੱਲ ਨੂੰ ਮੁੰਡੇ ਕੁੜੀ ਦਾ ਰਿਸ਼ਤਾ ਕਰਨਾ ਹੋਵੇ ਤਾਂ ਇੱਦਾਂ ਦੋਨੇ ਪਰਿਵਾਰ, ਇੱਕ ਪਰਿਵਾਰ ਇੱਧਰ ਬੈਠਾ ਤੇ ਇੱਕ ਇੱਧਰ ਬੈਠਾ, ਕਿਉਂਕਿ ਹਵਾ ਦੀ ਤਾਂ ਕਮੀ ਹੋਈ ਜਾਣੀ, ਸਾਫ਼ ਹਵਾ ਦੀ। ਮੈਂ ਕਹਿੰਦਾ ਜੀ ਹਾਂਜੀ ਜੀ ਦੱਸੋ ਜੀ ਕੁਛ। ਮੁੰਡੇ ਸਾਡੇ ਨੂੰ ਤਾਂ 5 ਸਾਲ ਹੋ ਗਿਆ ਕੈਨੇਡਾ ਤੋਂ ਹਵਾ ਮੰਗਾ ਕੇ ਸਾਹ ਦਵਾਈ ਦਾ, ਮੁੰਡਾ ਤਾਂ ਸਾਡਾ ਤੰਦਰੁਸਤ। ਉਹ ਕਹਿੰਦੇ ਲਓ ਕੱਲ ਸਾਡੇ ਵਾਲੇ ਪਾਸੇ ਵੀ ਇਦਾਂ ਹੀ ਆ, ਇੱਧਰਲੇ ਪਾਸੇ ਆਸਟ੍ਰੇਲੀਆ ਤੋਂ ਸਪੈਸ਼ਲ ਸਿਲੰਡਰ ਮਹੀਨੇ ਦੀ 3 ਤਰੀਕ ਨੂੰ ਆਉਂਦਾ, 10 ਨੂੰ ਬਦਲ ਦਈਦਾ। ਨਹੀਂ ਉਹ ਵੀ ਠੀਕ ਆ, ਇਹ ਵੀ ਤੇ ਹੋ ਸਕਦਾ ਨਾ ਵਿਚੋਲੇ ਦੇ ਕੰਨ 'ਚ ਫੂਕ ਮਾਰੇ। ਵੇਖੋ ਬਾਕੀ ਤੇ ਗੱਲਾਂ ਸਾਰੀਆਂ ਠੀਕ ਆ, ਮੁੰਦੀਆਂ ਮੰਦੀਆਂ ਦੀ ਲੋੜ ਨਹੀਂ ਹੈਗੀ, ਸਿਲੰਡਰ ਗੈਸ ਤੇ ਜ਼ਰੂਰ ਕਰਾ ਲਿਓ, 2 ਸਾਲ ਦੇ ਐਡਵਾਂਸ ਸਿਲੰਡਰ ਬੁੱਕ ਕਰਾ। ਜੇ ਥੋੜੀ ਜਿਹੀ ਕਮੀ ਆ ਗਈ, ਮੁਸ਼ਕਲ ਆ ਗਈ ਸੀ, ਤੇ ਮਾਤਾ ਜੀ ਹੁਣੇ ਤੇ ਚੱਲਦੇ ਉਹਨਾਂ ਦੇ ਤੇ ਜਿੱਦਣ ਮੁੱਕ ਜਾਂਦਾ। ਇਹ ਵੀ ਹੋ ਸਕਦਾ ਕਿ ਕਹਿਣ ਜਿੱਦਾਂ ਕਹਿੰਦੇ ਨਾ, ਲੈਣਾ ਦੇਣਾ ਕੋਈ ਨਹੀਂ, ਵਿਆਹ ਵਧੀਆ ਕਰਿਓ, ਲੈਣਾ ਦੇਣਾ ਕੋਈ ਨਹੀਂ, ਵਿਆਹ ਦੇ ਵਿੱਚ ਪਕੌੜੇ ਹੋਣ ਨਾ ਹੋਣ, ਆਲੇ ਦੁਆਲੇ ਸਿਲੰਡਰ 5 ਜ਼ਰੂਰ ਖਾ ਦਿਓ, ਸਾਡੇ ਬੰਦੇ ਕੀ ਗੈਸ ਤੇ ਚੱਲਦੇ ਆ। ਹੋ ਸਕਦਾ। ਚਲੋ ਤੁਸੀਂ ਕਹਿਣਾ ਵੀ ਇਹ ਝੱਲੀਆਂ ਨੇ, ਪਰ ਸਾਡੀ ਮਜਬੂਰੀ ਹੈ ਅਸੀਂ ਮਾਰਨੀਆਂ। ਕੋਈ ਇਹਨੂੰ ਇਹ ਵੀ ਕਹਿਦਾ ਵੀ ਯਾਰ ਆਪਾਂ ਹੀ ਰੋਜ਼ ਗੱਲਾਂ ਕਿਉਂ ਕਰਦੇ ਹਾਂ, ਕਾਰਨ ਹੈ ਵੀ ਆਪਾਂ ਕਰਨੀਆਂ ਜੀ। ਇਹ ਵੀ ਬੇਨਤੀ ਅਸੀਂ ਤਾਂ ਕਰਦੇ ਹਾਂ ਵੀ ਉਹ ਜਣੇ ਕਿਸੇ ਦੇ ਮਨ ਨੂੰ ਲੱਗੇ, ਤੇ ਕੋਈ ਹੋ ਸਕਦਾ ਵੀ ਅੱਜ ਸੁਣ ਕੇ ਕੋਈ ਜਨਮ ਦਿਨ ਜਵਾਕ ਦਾ ਮਨਾਉਣ ਦੇ ਚੱਕਰ 'ਚ, ਆਪਣੀ ਐਨੀਵਰਸਰੀ ਦੇ ਚੱਕਰ 'ਚ, ਜਾਂ ਵੈਸੇ ਹੀ ਖੁਸ਼ੀ ਨਾਲ ਸੋਚੇ ਵੀ ਚੱਲ ਯਾਰ ਹੁਣ ਨਹੀਂ ਤਾਂ ਗਾਂਹ ਜਦੋਂ ਬਰਸਾਤਾਂ ਆਉਣੀਆਂ ਆਪਾਂ ਆਹ ਬੂਟੇ ਲਾਉਣੇ, ਆਪਾਂ ਇੱਥੇ ਰੁੱਖ ਲਾਉਣੇ। ਜੇ ਉਹ ਲੱਗ ਗਿਆ, ਜੇ ਉਹ ਪਲ ਗਿਆ, ਉਹਦੇ ਤੋਂ ਨਿਕਲਣ ਵਾਲੀ ਆਕਸੀਜਨ ਜਿਹਨੇ ਕਿਸੇ ਨੂੰ ਜੀਵਨ ਦੇਣਾ, ਉਹਨੇ ਕਿਤੇ ਨਾਂ ਨਹੀਂ ਲੈਣਾ ਵੀ ਹਾਂ ਕਿਸੇ ਬੰਦੇ ਨੇ ਕਿਤੇੋਂ ਕਿਤੇ ਗੱਲ ਕੀਤੀ ਸੀ, ਕਿਸੇ ਦੇ ਮਨ ਨੂੰ ਲੱਗੀ ਸੀ, ਉਹਨੇ ਲਾਇਆ ਸੀ ਰੁੱਖ ਤੇ ਉਹ ਚਲ ਗਿਆ। ਨਹੀਂ ਤੇ ਜੇ ਮੇਰੀ ਗੱਲ ਤੇ ਯਕੀਨ ਨਹੀਂ, ਤੇ ਪਿੰਡਾਂ ਜਿਹੜੇ ਵੱਡੇ ਵੱਡੇ ਪਿੱਪਲ ਬੋਰਡ ਹੁੰਦੇ ਆ, ਕਿਸੇ ਨੂੰ ਜਾ ਕੇ ਪੁੱਛ ਲਓ ਵੀ ਤੈਨੂੰ ਲਾਇਆ ਕਿੰਨੇ ਸੀ, ਜੀ ਦੱਸਦਾ ਨਹੀਂ ਉਹ, ਹੈ ਨਾ, ਬਸ ਉਹ ਫਾਇਦਾ ਦਿੰਦਾ। ਆਪਾਂ ਹੁਣ ਖਬਰਾਂ ਵਾਲੇ ਪਾਸੇ ਮੁੜੀਏ। ਚਲੀਏ ਸੰਧਾਲੀਆ ਸਾਹਿਬ, ਖਬਰਾਂ ਲਈ ਜਾਣਾ। ਮਹੀਨਾ ਡੂਢ ਮਹੀਨਾ 2 ਮਹੀਨੇ ਹੋ ਗਏ ਹੋਣਗੇ, ਡੇਢ ਕੀ ਹੋਇਆ ਜੇ, 1.5 ਮਹੀਨਾ ਪਹਿਲਾਂ ਵੱਡੇ ਵੱਡੇ ਸਾਡੇ ਜਿਹੜੇ ਮਾਣਮੱਤੇ, ਸਤਿਕਾਰਯੋਗ, ਸਨਮਾਨਯੋਗ ਲੀਡਰ ਸਾਹਿਬਾਨ ਜਿਹੜੇ ਆ ਪੁਰਾਣੇ, ਬਹੁਤ ਸਾਰੇ ਲੀਡਰ ਜਿਹੜੇ ਆ, ਉਹਨਾਂ ਨੂੰ ਇੱਕ ਖਬਰ ਮਿਲੀ ਤੇ ਉਹ ਤਾਂ ਐਂ ਕਿ ਭਾਈ ਆ ਤਾਂ ਔਖਾ ਹੋ ਗਿਆ। ਮਸਾਂ 4-4 3-3 2-2 ਵਾਰੀ MLA ਬਣੇ ਸੀ, ਪੈਨਸ਼ਨ ਸੁੱਖ ਨਾਲ ਸੋਹਣੀ ਸੀ, ਗੁਜ਼ਾਰਾ ਵਧੀਆ ਚੱਲਦਾ ਸੀ, ਰੁਪਈਏ ਚੰਗੇ ਆਉਂਦੇ ਸੀ, ਆਲੇ ਦੁਆਲੇ ਨੂੰ ਜਾਣ ਨੂੰ ਟਿਕਟਾਂ ਵੀ ਫ੍ਰੀ ਮਿਲਦੀਆਂ ਸੀ, ਮੈਡੀਕਲ ਫ੍ਰੀ ਹੈ। ਤੇ ਸਰਕਾਰ ਨੇ ਇੱਕ ਫੈਸਲਾ ਕਰ ਦਿੱਤਾ ਸੀ ਕਿ ਦੇਖੋ ਜੀ, ਇੱਕ MLA ਤਾਂ ਇੱਕ ਪੈਨਸ਼ਨ। ਭਗਵੰਤ ਮਾਨ ਹੋਰਾਂ ਦੀ ਸਰਕਾਰ ਨੇ ਆਰਡੀਨੈਂਸ ਜਾਰੀ ਕਰ ਦਿੱਤਾ ਕਿ ਭਾਈ ਇਹ ਕੀ ਗੱਲ ਹੈ ਕਿ ਜੇ ਕੋਈ ਬੰਦਾ 4 ਵਾਰੀ MLA ਬਣਿਆ ਤੇ ਉਹਨੂੰ 3 ਲੱਖ ਰੁਪਈਆ ਦੇਈਏ। ਜੇ 75,000 ਪੈਨਸ਼ਨ ਆ ਤਾਂ 75,000 ਆ, ਤੁਸੀਂ ਚਾਹੇ 1 ਵਾਰੀ MLA ਬਣ ਜਾਓ ਤੇ ਚਾਹੇ 7 ਵਾਰੀ MLA ਬਣ ਜਾਓ, ਉਹਦੇ ਵਿੱਚ ਵਾਧਾ ਨਹੀਂ ਹੋਊਗਾ। ਨਾਲ ਹੀ ਅਗਲੇ ਨੇ ਅੰਕੜਾ ਕੱਢ ਕੇ ਰੱਖ ਦਿੱਤਾ ਸੀ ਕਿ ਇਹਦੇ ਨਾਲ ਸਾਲ ਦੇ ਵਿੱਚ ਇੰਨੇ ਕਰੋੜ ਰੁਪਈਏ ਦਾ ਬਚਤ ਹੋਏਗਾ, ਉਹ ਪੈਸੇ ਅਸੀਂ ਲੋਕਾਂ ਦੀ ਭਲਾਈ ਤੇ ਖਰਚਾਂਗੇ। ਹੁਣ ਸੰਧਾਲੀਆ ਸਾਹਿਬ, ਜਿਨ੍ਹਾਂ ਦੇ ਬੈਂਕ ਖਾਤੇ 'ਚ 1 ਤਰੀਕ ਨੂੰ ਠਾ ਕਰਕੇ 2.25 ਲੱਖ, 3.25 ਲੱਖ, 3.5 ਲੱਖ, 4.25 ਲੱਖ ਇੱਦਾਂ ਰੁਪਈਏ ਡਿੱਗਦੇ ਸੀ,
ਕਿ ਭਾਈ ਅਸੀਂ ਕਈ ਵਾਰੀ ਦੇ ਐਮਐਲਏ ਆ, ਹੁਣ ਉਹਨਾਂ ਨੂੰ ਜਦੋਂ ਲੱਖ ਤੋਂ ਥੱਲੇ ਥੱਲੇ ਆਉਣ ਲੱਗ ਗਿਆ ਸੀ, ਇੱਕਦਮ ਐਂ ਲੱਗਾ ਕਿ ਭਾਈ ਆ ਤਾਂ ਗੱਲ ਫਿਰ ਗਲਤ ਹੋ ਗਈ ਨਾ ਵੀਰ ਜੀ। ਪਰ ਹੁਣ ਨਹੀਂ, ਉਹ ਉਦਾਂ ਹੀ ਹੋਇਆ ਵੀ ਜਿੱਦਾਂ ਕਿਸੇ ਵੇਲੇ ਮੋਟਰ ਚੱਲਦੀ ਹੁੰਦੀ ਨਾ ਤੇ ਅਚਾਨਕ ਆ ਕੇ ਇਹਨੂੰ ਗਿਆ ਪਾਣੀ ਛੱਡ ਗਈ ਯਾਰ, ਘਟਾ ਗਈ ਕਹਿੰਦਾ ਹੋਰ ਜਾਂ ਤਾਂ ਫਿਊਜ਼ ਉੱਡ ਗਿਆ ਜਾਂ ਫਿਰ ਬੱਤੀ ਬੰਦ ਹੋ ਗਈ। ਬਾ ਕਹਿੰਦੇ ਵਾ ਹੌਲੀ 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 ਇਹ ਵੀ ਨਿਕਾਲ ਜਾ ਮਰ ਜਾਣਾ, ਨਿਕਾਲ ਮਰ ਜਾਣਾ। ਇੱਕ ਸੰਧਾਲੀਆ ਸਾਹਿਬ ਪਰ ਜਦੋਂ ਹੁਣ ਅੰਦਰ ਬੈਠੇ ਸੀ ਮਸੋਸੇ ਹੋ ਜਾਏ ਨਿਰਾਸ਼ ਕਿ ਭਾਈ ਕੀ ਖੱਟਿਆ ਮੈਂ ਲੀਡਰ ਬਣ ਕੇ, ਜੇ ਰੁਪਈਏ ਨਹੀਂ ਚੋਖੇ ਮਿਲਣੇ ਸੀ, ਜੇ ਪੰਡ ਦੀ ਪੰਡ ਰੁਪਈਆਂ ਦੀ ਨਹੀਂ ਸੀ ਮਿਲਣੀ। ਤਾਂ ਅਚਾਨਕ ਇੱਕ ਦਿਨ ਖਬਰ ਆਉਂਦੀ ਆ, ਨਿਆਣਾ ਪੋਤਾ ਪੋਤੀ ਭੱਜੇ ਆਉਂਦੇ ਆ, ਦਾਦਾ ਜੀ ਦਾਦਾ ਜੀ ਦਾਦਾ ਜੀ ਬਣ ਗਈ ਜੇ ਗੱਲ। ਕਹਿੰਦੇ ਕੀ ਹੋਇਆ? ਕਹਿੰਦੇ ਰਾਜਪਾਲ ਸਾਹਿਬ ਨੇ ਆਰਡੀਨੈਂਸ ਮੋੜ ਦਿੱਤਾ, ਅਜੇ ਤੁਹਾਡੀ ਇੱਕ ਵਿਧਾਇਕ ਇੱਕ ਪੈਨਸ਼ਨ ਵਾਲੀ ਗੱਲ ਨਹੀਂ ਹੋਈ, ਅਜੇ ਆਪਾਂ ਨੂੰ ਵੱਧ ਮਿਲੂਗੀ। ਨਾਲ ਹੀ ਕਹਿੰਦੇ ਉਹ ਕਹਿੰਦੇ ਅੱਛਾ ਕੁੜਤਾ ਪਜਾਮਾ ਫੜਾਓ ਫੇ ਖੁੰਡੀ ਕੱਢੋ ਬਾਹਰ ਚਲੀਏ ਪਿੰਡ ਦਾ ਗੇੜਾ ਦੇਣ। ਆ ਨਹੀਂ ਦੇਖੋ, ਇਹ ਜਦੋਂ ਖਬਰ ਆਈ ਆ ਉਸ ਤੋਂ ਬਾਅਦ ਅਚਾਨਕ ਇਹ ਗੱਲ ਹੋਈ ਵੀ ਇਹਦੇ ਵਿੱਚ ਕੀ ਸਿਆਸਤ ਹੋ ਸਕਦੀ ਹੈ। ਰਾਜਪਾਲ ਯਾਨੀ ਕਿ ਗਵਰਨਰ ਸਾਹਿਬ ਨੇ ਕਿਉਂ ਰੋਕਿਆ ਹੋਵੇਗਾ ਬਿੱਲ? ਦੇਖੋ ਗਵਰਨਰ ਸਾਹਿਬ ਨੇ ਸੰਵਿਧਾਨਕ ਮੁਖੀ ਨੇ ਇੱਕ ਤਰ੍ਹਾਂ ਨਾਲ ਸੂਬੇ ਦੇ, ਅਗਲੇ ਦੀ ਮਰਜ਼ੀ ਜੀ। ਸੋ ਉਹਨੂੰ ਲੱਗਿਆ ਹੋਊਗਾ ਵੀ ਯਾਰ ਇਹ ਆਰਡੀਨੈਂਸ ਦੇ ਤੌਰ ਤੇ ਇਹ ਫੈਸਲਾ ਨਹੀਂ ਹੋਣਾ ਚਾਹੀਦਾ, ਵੀ ਜੇ ਇਹ ਫੈਸਲਾ ਤੁਸੀਂ ਕਰਨਾ ਤੁਸੀਂ ਵਿਧਾਨ ਸਭਾ 'ਚ ਪਾਸ ਕਰ ਲਓ, ਬਿੱਲ ਲੈ ਆਓ। ਹੁਣ ਜਿਹੜਾ ਬਿੱਲ ਹੈ ਉਹ ਆਉਣਾ ਬਜਟ ਸੈਸ਼ਨ ਦੇ ਵਿੱਚ, ਬਜਟ ਸੈਸ਼ਨ ਦੇ ਵਿੱਚ ਅਜੇ ਮੈਂ ਕਿਹਾ ਮਹੀਨਾ ਡੇਢ ਮਹੀਨਾ ਹੈਗਾ। ਇਹਦਾ ਮਤਲਬ ਇਹ ਹੋ ਗਿਆ ਕਿ ਮਹੀਨਾ ਡੇਢ ਮਹੀਨਾ ਅਜੇ ਹੋਰ ਲੱਗੂਗਾ ਤੇ ਉਸ ਟਾਈਮ ਦੇ ਦੌਰਾਨ ਜਿਹੜੀ ਹੁਣ ਵਾਲੀ ਪੰਜਾਬ ਸਰਕਾਰ ਹੈ ਉਹਦੇ ਕੋਲੇ ਮੌਕਾ ਆ ਗਿਆ ਵੀ ਉਹ ਬਿੱਲ ਚੰਗੀ ਤਰ੍ਹਾਂ ਦਰੁਸਤ ਖੁਸ਼ਖਤ ਲਿਖਾਈ ਦੇ ਵਿੱਚ ਲਿਖ ਕੇ ਬਣਾ ਕੇ ਰੱਖਣ। ਤੇ ਜਿਸ ਦਿਨ ਉੱਥੇ ਸੈਸ਼ਨ ਹੁੰਦਾ ਇਹਦੇ ਗੱਲ ਪੱਕੀ ਆ ਵੀ ਉੱਥੇ ਬਸ ਪੜ੍ਹਨ ਦੀ ਲੋੜ ਹੈ। ਕੁਲਤਾਰ ਸਿੰਘ ਸੰਧਵਾ ਸਾਹਿਬ ਵੱਲੋਂ ਜਦੋਂ ਕਿਹਾ ਗਿਆ ਵੀ ਆਹ ਲਓ ਜੀ ਆ ਇਸ ਬਿੱਲ ਦੀ ਚਰਚਾ ਚੱਲੀ ਹੈ ਤੇ ਜੀ ਕੀ ਕਹਿੰਦੇ ਹੋ ਤੁਸੀਂ ਉਹਦੇ ਬਾਰੇ, ਹੁਣ 92 ਦੇ ਉਹਨਾਂ ਦੇ ਹੀ ਬੈਠੇ ਉੱਥੇ ਜੀ। ਤੇ ਫਿਰ ਇਹ ਤੇ ਹੈ ਨਹੀਂ ਵੀ ਉਹਨੂੰ ਬ੍ਰੇਕਾਂ ਲੱਗਣੀਆਂ, ਪਰ ਹਾਂ ਇਹ ਗੱਲ ਤੁਹਾਡੀ ਪੱਕੀ ਹੈ ਵੀ ਅਜੇ ਡੇਢ ਦੋ ਮਹੀਨਾ ਹੋਰ ਤੇ ਜਿਹੜਾ ਪਿਛਲਾ ਮਹੀਨਾ ਕਿਤੇ ਰਹਿ ਗਿਆ ਹੋਊਗਾ ਉਹਦਾ ਹਿਸਾਬ ਕਿਤਾਬ ਹਰਿਆਲੀ ਦੇ ਰੂਪ ਚ ਬੈਂਕ ਵਾਲੀ ਕਾਪੀ ਤੇ ਉੱਪਰ ਹੋਣਾ। ਨਹੀਂ ਹੋਣਾ ਜੀ, ਹੋਣਾ। ਬਾਕੀ ਕੋਈ ਵੀ ਬੰਦਾ ਇਹ ਨਾ ਸਮਝੇ ਕਿ ਰਾਜਪਾਲ ਸਾਹਿਬ ਚਾਹੁੰਦੇ ਨਹੀਂ, ਇਦਾਂ ਦੀ ਗੱਲ ਨਹੀਂ। ਰਾਜਪਾਲ ਸਾਹਿਬ ਨੇ ਨਾ ਤਾਂ ਰੱਦ ਕੀਤਾ ਤੇ ਨਾ ਉਹਦੇ ਉੱਤੇ ਕੋਈ ਤੁਹਮਤ ਲਾਈ ਹੈ ਕਿ ਭਾਈ ਇਹਦੇ ਵਿੱਚ ਕੁਝ ਗਲਤ ਹੈ। ਇਸ ਕਰਕੇ ਆਰਜੀ ਤੌਰ ਤੇ ਖੁਸ਼ੀ ਹੈ। ਡਾਕਟਰ ਸਾਹਿਬ ਨੇ ਇੱਕ ਦਿਨ ਹੀ ਕਿਹਾ ਕਿ ਗੁਲਾਬ ਜਾਮਣ ਖਾ ਲਓ, ਕੱਲ ਤੋਂ ਫਿਰ ਸ਼ੂਗਰ ਦੀ ਦਵਾਈ ਆਪਾਂ ਦੁਬਾਰਾ ਸ਼ੁਰੂ ਕਰਨੀ ਹੈ। ਹੁਣ ਹੁੰਦਾ ਕੀ ਹੈ ਸੰਧਾਲੀਆ ਸਾਹਿਬ ਕਿ ਕਾਨੂੰਨ ਇਹ ਕਹਿੰਦਾ ਕਿ ਵਿਧਾਨ ਸਭਾ ਦੇ ਵਿੱਚ ਪਾਸ ਹੋਵੇ ਕੋਈ ਚੀਜ਼ ਕਿ ਅਸੀਂ ਆਹ ਫੈਸਲਾ ਕਰਨਾ ਚਾਹੁੰਦੇ ਹਾਂ, ਰਾਜਪਾਲ ਸਾਹਿਬ ਮੋਹਰ ਲਾਉਂਦੇ ਆ। ਜੇ ਵਿਸ਼ੇਸ਼ ਸਥਿਤੀਆਂ ਹੋਣ ਕਿ ਨਹੀਂ ਭਾਈ ਅਜੇ ਸੈਸ਼ਨ ਦੂਰ ਆ, ਅਜੇ ਆਹ ਚੀਜ਼ ਹੈ, ਫਿਰ ਕੈਬਨਿਟ ਪਾਸ ਕਰਕੇ ਮਤਾ ਤੇ ਆਰਡੀਨੈਂਸ ਦੇ ਦਿੰਦੀ ਹੈ ਕਿ ਭਾਈ ਆ ਸਾਡਾ ਫੈਸਲਾ ਇਹ ਐਮਰਜੈਂਸੀ ਦੇ ਵਿੱਚ ਕੀਤਾ ਗਿਆ, ਰਾਜਪਾਲ ਸਾਹਿਬ ਇਹ ਤੇ ਮੋਹਰ ਲਾ ਲਓ, 6 ਮਹੀਨਿਆਂ ਦੇ ਵਿੱਚ ਆਪਾਂ ਵਿਧਾਨ ਸਭਾ 'ਚੋਂ ਪਾਸ ਕਰਾ ਲਾਂਗੇ। ਹੁਣ ਰਾਜਪਾਲ ਸਾਹਿਬ ਨੇ ਇਤਰਾਜ਼ ਇਹ ਲਾਇਆ, ਉਹ ਕਹਿੰਦੇ ਜੀ ਦੇਖੋ ਬਜਟ ਸੈਸ਼ਨ ਬੜਾ ਨੇੜੇ ਹੈ, ਕੁਝ ਹਫ਼ਤਿਆਂ ਤੱਕ ਹੈ, ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਇੱਕ ਵਿਧਾਇਕ ਇੱਕ ਪੈਨਸ਼ਨ ਦੇ ਮੁੱਦੇ ਦੇ ਉੱਤੇ ਆਰਡੀਨੈਂਸ ਦੀ ਵਰਤੋਂ ਕਰਨ ਦੀ ਲੋੜ ਹੈ। ਤੁਸੀਂ ਐਂ ਕਰੋ, ਬਜਟ ਸੈਸ਼ਨ ਆਉਣ ਵਾਲਾ, ਵਿਧਾਨ ਸਭਾ 'ਚ ਮਤਾ ਲਿਆਓ, ਜੇ ਵਿਧਾਨ ਸਭਾ ਦੇ ਵਿੱਚ ਪਾਸ ਹੋ ਜਾਂਦਾ ਦੁਬਾਰਾ ਮੇਰੇ ਕੋਲ ਲਿਆਓ, ਆਪਾਂ ਦਸਤਖਤ ਕਰ ਦੇਣਾ, ਗੱਲ ਕਿਹੜੀ ਹੈ। ਪਰ ਇਹਦੇ ਨਾਲ ਤੁਹਾਡੀ ਗੱਲ ਠੀਕ ਹੈ ਕਿ ਕੁਝ ਲੱਖ ਰੁਪਈਏ ਬਹੁਤ ਸਾਰੇ ਸਾਬਕਾ ਵਿਧਾਇਕਾਂ ਦੇ ਖਾਤਿਆਂ ਦੇ ਵਿੱਚ ਚਲੇ ਜਾਣੇ, ਪਰ ਬਹੁਤੇ ਖੁਸ਼ ਨਾ ਹੋਣ, ਹੈਗਾ ਕੰਮ ਪੇਨ ਕਿਲਰ ਹੀ ਹੈ, ਆਪਰੇਟ ਨਹੀਂ ਕੀਤਾ। ਹਾਂ ਨਹੀਂ ਇਹਦੇ ਉਦਾਂ ਹੀ ਵੀ ਦਾੜ ਦੁਖਦੀ ਉਹ ਕਹਿੰਦੇ ਵੀ ਹੁਣੇ ਇਹਦਾ ਇਲਾਜ ਕਰਾ ਲੈਂਦੇ ਆ। ਤੇ ਜਦੋਂ ਉਹ ਖੜਿਆ ਡਾਕਟਰ ਕੋਲ ਉਹ ਕਹਿੰਦੇ ਨੋ ਇਹ ਹੁਣੇ ਦੀ ਰੇਸ਼ਾ ਜੀ, ਥੋੜਾ ਚਿਰ ਗੋਲੀ ਖਾਣੀ ਪੈਣੀ ਵੀ 3 ਦਿਨ ਆ ਦਵਾਈ ਖਾ ਕੇ 2 ਖੁਰਾਕਾਂ ਰੋਜ਼, ਇੱਕ ਨਾ ਰੇਸ਼ਾ ਸਵਾ ਲਈਏ ਫਿਰ ਆਪਾਂ ਦਾੜ ਦਾ ਇਲਾਜ ਕਰਦੇ। ਸੋ ਚਲੋ ਮਹੀਨਾ ਡੇਢ ਮਹੀਨਾ ਇਸ ਚੀਜ਼ ਤੇ ਲੱਗ ਜਾਊਗਾ, ਉਸ ਤੋਂ ਬਾਅਦ ਪਤਾ ਲੱਗ ਜਾਊ ਵੀ ਕੀ ਬਣਦਾ ਕੀ ਨਹੀਂ ਬਣਦਾ। ਦੂਜੇ ਪਾਸੇ ਗੱਲ ਇਹ ਆ ਕਿ ਪਿਛਲੇ ਦਿਨੀ ਮੰਤਰੀ ਸਾਹਿਬ ਇੱਕ ਆਪਣੀ ਸਰਕਾਰ ਨੇ ਆਪਣੇ ਮੰਤਰੀ ਦੇ ਖਿਲਾਫ ਇਸ ਕਰਕੇ ਕਾਰਵਾਈ ਕੀਤੀ ਕਿਉਂਕਿ ਪਤਾ ਲੱਗਿਆ ਵੀ ਮੰਤਰੀ ਸਾਹਿਬ ਵਿੱਚੋਂ ਕੋਈ ਹਿੱਸਾ, ਕੋਈ ਪੱਤੀ, ਕੋਈ ਮਾੜਾ ਮੋਟ ਹੈ ਨਾ। ਹੁਣ ਗੱਲ ਇਹ ਆ ਕਿ ਵੀ ਉਸ ਤੋਂ ਬਾਅਦ ਬੜੀਆਂ ਖਬਰਾਂ ਆਈਆਂ ਵੀ ਲਓ ਜੀ ਆਹ ਜੀ ਸਿੰਗਲਾ ਸਾਹਿਬ ਦਾ ਕਮਰਾ ਪਲੇਟ ਵੀ ਲਾਤੀ, ਅਗਲਿਆਂ ਬੂਹਾ ਵੀ ਬੰਦ ਕਰਤਾ। ਵੀ ਉਦੋਂ ਬਾਅਦ ਕਹਿੰਦੇ ਮੰਤਰਾਲਾ ਨਵੇਂ ਮੰਤਰੀ, ਕਹਿੰਦੇ ਕੋਈ ਮੰਤਰੀ ਨਹੀਂ, ਮੁੱਖ ਮੰਤਰੀ ਸਾਹਿਬ ਕਹਿੰਦੇ ਮੈਂ ਆਪ ਦੇਖ ਲੂੰ ਸਾਰਾ ਕੁਝ। ਹੁਣ ਪਰ ਕਹਿੰਦੇ ਆ ਵੀ ਉਹ ਜਿਹੜਾ ਵੀ 1.5-2 ਮਹੀਨੇ ਸਮਾਂ ਉਹਨਾਂ ਨੂੰ ਮਿਲਿਆ ਉਹਦੇ ਵਿੱਚ ਜਿੱਥੇ ਵੀ ਸਿੰਗਲਾ ਸਾਹਿਬ ਨੇ ਕੋਈ ਟੈਂਡਰ, ਕੋਈ ਇੱਧਰੋਂ ਉੱਧਰੋਂ ਖਰੀਦੋ ਫਰੋਖਤ, ਕੋਈ ਦਵਾਈਆਂ ਦੀ ਗੱਲਬਾਤ ਕੀਤੀ ਜਾਂ ਉਹਦੇ ਵਿੱਚ ਜਿਹੜੇ ਵੀ ਬੰਦੇ ਇਨਵੋਲਵ ਸੀਗੇ, ਹਰੇਕ ਨੂੰ ਜਦੋਂ ਨਹੀਂ ਮਤਲਬ ਸਕੈਨਰ ਨਹੀਂ ਲਾਉਂਦਾ ਵੀ ਇੱਕ ਤਰ੍ਹਾਂ ਵੀਰ ਜੀ ਵੀ ਤੁਹਾਡੇ ਕੋਲ ਕੋਈ ਮੈਟਲ ਦੀ ਚੀਜ਼ ਹੈ ਉਹ ਤੁਸੀਂ ਲਾ ਕੇ ਇੱਕ ਤਰ੍ਹਾਂ ਤੇ ਉਹਦੇ ਵਿੱਚ ਦੀ ਲੰਘ ਜਾਓ, ਕੋਈ ਵੀ ਧਾਤੂ ਹੋਵੇ ਜਿਹਦਾ ਕਰਕੇ ਸਾਨੂੰ ਇਹ ਨਾ ਲੱਗੇ ਵੀ ਇਹਦੇ ਵਿੱਚ ਕੁਝ ਹੋ ਸਕਦਾ ਜੀ। ਉਹ ਕਹਿੰਦੇ ਵੀ ਇੱਕ ਤਰ੍ਹਾਂ ਚੈੱਕ ਕਰਕੇ ਤੇ ਤੁਸੀਂ ਅਗਲੇ ਪਾਸੇ ਲੰਘ ਜਾਓ, ਫਿਰ ਅਸੀਂ ਦੱਸਾਂਗੇ ਤੁਹਾਨੂੰ ਵੀ ਇਹ ਸਿਕਿਉਰਿਟੀ ਪਾਸ ਹੈ ਜੀ, ਜਾਂ ਫਿਰ ਤੁਹਾਨੂੰ ਨਾਲ ਦੇ ਕਮਰੇ ਜੇਕਰ ਫਿਰ ਜਾ ਕੇ ਚੈੱਕ ਕੀਤਾ ਜਾਊਗਾ। ਐਂ ਚੰਗੀ ਤਰ੍ਹਾਂ ਲਾ ਕੇ ਦੇਖੋ ਜਿੱਥੇ ਕਟੂ ਹੁੰਦੀ ਆ ਇਹ ਕੀ ਆ ਜੀ। ਸੰਧਾਲੀਆ ਸਾਹਿਬ ਦੇਖੋ ਡਾਕਟਰ ਵਿਜੇ ਸਿੰਗਲਾ ਹੋਰੀ ਜਿਹੜੇ ਨੇ, ਕਈ ਵਾਰੀ ਬੰਦੇ ਕਹਿੰਦੇ ਹੁੰਦੇ ਆ ਜੀ ਨਵੇਂ ਬੰਦੇ ਲਿਆਓ ਚੰਗੇ ਰਹਿਣਗੇ, ਅਜੇ ਤਾਂ ਅਦਾਲਤ ਨੇ ਸਾਬਤ ਕਰਨਾ ਕਿ ਉਹ ਕਿੰਨੇ ਕੁ ਦੋਸ਼ੀ ਨੇ ਕਿੰਨੇ ਕੁ ਨਹੀਂ। ਪਰ ਇਹਨਾਂ ਨੇ ਜਿੱਦਾਂ ਆਉਂਦੇ ਰੇਸ ਤੇ ਪੈਰ ਰੱਖਿਆ ਨਾ ਉਹ ਬੜਾ ਅਜੀਬ ਜਿਹਾ ਰਿਹਾ। ਹੁਣ ਪਤਾ ਇਹ ਵੀ ਲੱਗਾ ਕਿ 4 ਬੰਦੇ ਇਹਨਾਂ ਦੇ ਨਾਲ ਸੀ ਟੋਟਲ ਕੰਮ ਕਰਦੇ। ਆਪਾਂ ਤਾਂ ਪਹਿਲਾਂ 2 ਭਾਣਜਿਆਂ ਦਾ ਜ਼ਿਕਰ ਕਰਦੇ ਸੀ ਨਾ, ਇੱਕ ਹੋਰ ਡਾਕਟਰ ਸਾਹਿਬ ਦਾ ਵੀ ਜ਼ਿਕਰ ਚੱਲਦਾ, ਇੱਕ ਹੋਰ ਇਹਨਾਂ ਦੇ ਸਾਥੀ ਦਾ ਵੀ ਜ਼ਿਕਰ ਕਰਦਾ, ਕਿਸੇ ਦਾ
ਕੰਮ ਬਦਲੀਆਂ ਤੇ ਸੀ, ਕਿਸੇ ਦਾ ਨਿਯੁਕਤੀਆਂ ਤੇ ਸੀ, ਕਿਸੇ ਦਾ ਖਰੀਦੋ ਫਰੋਖਤ ਜੋ ਸਰਕਾਰੀ ਹੋਣੀ ਹੈ। ਇੰਚਾਰਜ ਲਾਏ ਸੀ ਕੋਈ ਗੈਰ ਰਸਮੀ ਤੇ ਕੋਈ ਰਸਮੀ। ਹੁਣ ਸਾਰੇ ਹਸਪਤਾਲ ਨੇ ਪੰਜਾਬ ਦੇ, ਮੰਨ ਲਓ ਇੱਕ ਫੈਸਲਾ ਕੋ ਕਰ ਦਿੱਤਾ ਜਾਊਗਾ ਕਿ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਇਸ ਮਸ਼ੀਨ ਦਾ ਵੀ ਪ੍ਰਬੰਧ ਹੋਏਗਾ, ਜਾਂ ਇੱਕ ਖਬਰ ਆਪਾਂ ਸੁਣਦੇ ਹੁੰਦੇ ਕਿ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਆਹ ਟੈਸਟ ਵੀ ਕੀਤਾ ਜਾਊਗਾ। ਟੈਸਟ ਕਰਨ ਨੂੰ ਜੇ ਕੋਈ ਮਸ਼ੀਨ ਚਾਹੀਦੀ ਹੈ, ਟੈਸਟ ਕਰਨ ਦੇ ਲਈ ਜੇ ਕੋਈ ਲਗਾਤਾਰ ਕਿਸੇ ਪਦਾਰਥ ਦੀ ਲੋੜ ਹੈ, ਫਿਰ ਉਹਦੀ ਖਰੀਦੋ ਫਰੋਖਤ ਵੀ ਹੋਣੀ ਹੈ। ਹੁਣ ਇੱਕ ਬੰਦੇ ਦੀ ਡਿਊਟੀ ਬਿਨਾਂ ਐਲਾਨੇ ਆ ਕਿ ਭਾਈ ਆ ਜਿਹੜੀ ਖਰੀਦੋ ਫਰੋਖਤ ਹੋਣੀ ਹੈ ਨਾ, ਕੋਈ ਵੀ ਸਮਾਨ ਮੰਨ ਲਓ ਪੰਜਾਬ ਦੇ ਵਿੱਚ 50,000 ਚੀਜ਼ਾਂ ਜਾਣੀਆਂ, ਤੁਸੀਂ ਆਪੇ ਹੀ ਲਾ ਲਓ ਜੇ 100 150 200 5 ਰੁਪਈਏ 8 ਰੁਪਈਏ 10 ਰੁਪਈਏ ਕੋਈ ਵੀ ਵਿੱਚੋਂ ਮਾੜੇ ਮੋਟੇ ਇੱਧਰ ਹੁੰਦੇ ਆ ਤਾਂ ਫਿਰ ਗੱਲ ਕਿੱਥੇ ਤੱਕ ਜਾਂਦੀ ਹੈ। ਕਿਸੇ ਨੇ ਨਿਯੁਕਤੀ ਕਰਾਉਣੀ ਹੈ, ਕਿਸੇ ਨੇ ਬਦਲੀ ਕਰਾਉਣੀ ਹੈ, ਕੋਈ ਨਵੀਂ ਬਿਲਡਿੰਗ ਉਸਾਰਨੀ ਹੈ, ਸਾਰਿਆਂ ਦੀਆਂ ਡਿਊਟੀਆਂ ਲੱਗੀਆਂ ਸੀ। ਇੱਕ ਦੋ ਤੋਂ ਤਾਂ ਪੁੱਛਗਿੱਛ ਹੋ ਗਈ ਹੈ, ਇੱਕ ਦੋ ਦੀ ਭਾਲ ਕੀਤੀ ਜਾ ਰਹੀ ਹੈ ਤੇ ਚਰਚਾ ਇਹ ਵੀ ਚੱਲਦੀ ਹੈ ਕਿ ਜਿਹੜੇ ਬੰਦਿਆਂ ਨੂੰ ਪਿਛਲੇ ਸਮੇਂ 'ਚ ਲਾਭ ਦਿੱਤਾ ਗਿਆ ਹੋਊਗਾ, ਸੱਦ ਅਗਲਿਆਂ ਨੇ ਉਹ ਵੀ ਲੈਣੇ ਕਿ ਭਾਈ ਉੱਥੇ ਲਾਈਨ 'ਚ ਬਹਿ ਜਾਓ, ਕੱਲਾ ਅੰਦਰ ਵੜਦੇ ਆ। ਹਾਂ, ਸੋ ਟੈਸਟਿੰਗ ਹੋਊਗੀ, ਚੈਕਿੰਗ ਹੋਊਗੀ ਤੇ ਉਸ ਤੋਂ ਬਾਅਦ ਇੱਕ ਗੱਲ ਤੇ ਪੱਕੀ ਆ ਵੀ ਇਸ ਕਾਰਵਾਈ ਦੀ ਬਹੁਤਾ ਕਰਕੇ ਹਰੇਕ ਬੰਦੇ ਨੇ ਸ਼ਲਾਘਾ ਕੀਤੀ। ਬਾਕੀ ਹੁਣ ਜਦੋਂ ਨਤੀਜਾ ਸਾਹਮਣੇ ਆਊਗਾ ਉਦੋਂ ਚਰਚਾ ਉਸ ਪਾਸੇ ਤੁਰ ਜੂਗੀ। ਪਰ ਮੁਸ਼ਕਿਲ ਇਹ ਆ ਵੀ ਸਿੰਗਲਾ ਸਾਹਿਬ ਇਕੱਲੇ ਤੇ ਇਸ ਪਾਸੇ ਨਹੀਂ ਗਏ। ਇੱਕ ਹੁੰਦਾ ਨਾ ਵੀ ਉਹ ਆਪ ਤੇ ਮਤਲਬ ਉਹ ਲੰਘੇ ਉਸ ਪਾਸੇ, ਪਰ ਇੱਕ ਜਿਹੜੀ ਲੀਹ ਪੈ ਜਾਂਦੀ ਹੈ ਨਾ, ਉਹਦਾ ਕੰਮ ਖਰਾਬ ਹੋ ਜਾਂਦਾ। ਹੁਣ ਲੀਹ ਪਈ ਜਿਹੜੀ ਹੈ ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਤਾਂ ਨਾਂ ਨਹੀਂ, ਪਰ ਕਾਂਗਰਸ ਵਾਲੀ ਚਰਚਾ ਚੱਲ ਪਈ। ਚਲਾ ਵੀ ਰੰਧਾਵਾ ਸਾਹਿਬ ਨੇ ਉਦੋਂ ਲਈ ਸੀ, ਉਹ ਕਹਿੰਦੇ ਵੀ ਕੈਪਟਨ ਸਾਹਿਬ ਵੀ ਕਹਿੰਦੇ ਸੀ ਉਦੋਂ ਭ੍ਰਿਸ਼ਟਾਚਾਰ ਦੀ ਗੱਲਬਾਤ ਆ ਮਾਰੇ ਤੇ ਫਿਰ ਉਹਦੇ ਬਾਰੇ ਕੁਛ ਕਰੋ। ਕੈਪਟਨ ਸਾਹਿਬ ਨੇ ਵੀ ਕਹਿ ਦਿੱਤਾ ਵੀ ਮੁੱਖ ਮੰਤਰੀ ਸਾਹਿਬ ਕਹਿਣਗੇ ਤੇ ਵੀ ਮੈਂ ਦੱਸ ਦੇਵਾਂਗਾ ਨਾਮ, ਇਹਦੇ 'ਚ ਕਿਹੜੀ ਗੱਲ ਹੈ। ਉਹਦੇ ਤੇ ਹੁਣ ਆਮ ਆਦਮੀ ਪਾਰਟੀ ਵਾਲੇ ਜਿਹੜੇ ਨੇ ਉਹ ਕਹਿੰਦੇ ਵੀ ਮਹਾਰਾਜ ਜੀ ਕਮਾਲ ਹੋ ਗਈ ਵੀ ਅਸੀਂ ਪੁੱਛਣ ਜਾਣਾ ਵੀ ਤੁਸੀਂ ਫਿਰ ਸਾਨੂੰ ਨਾਂ ਦੱਸਣਾ। ਜੇ ਬਹੁਤੀ ਗੱਲ ਹੈ ਤੇ ਤੁਹਾਡੇ ਕੋਲੇ ਨਾਮ ਨੇ, ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਦੇ ਦਿਓ, ਪੁਲਿਸ ਪ੍ਰਸ਼ਾਸਨ ਆਪੇ ਉੱਤੇ ਕਾਰਵਾਈ ਕਰੂਗਾ। ਕਿਉਂਕਿ ਸੂਬੇ ਦੇ ਤੁਸੀਂ ਸਾਬਕਾ ਮੁੱਖ ਮੰਤਰੀ ਰਹੇ ਆ। ਜੇ ਤੁਹਾਡੇ ਕੋਲੇ ਕੋਈ ਐਸਾ ਡਾਟਾ, ਐਸੀ ਇਨਫੋਰਮੇਸ਼ਨ ਹੈਗੀ ਹੈ ਵੀ ਇਸ ਦੌਰਾਨ ਇਹਨਾਂ ਲੋਕਾਂ ਨੇ ਸੂਬੇ ਦੇ ਹਿੱਤਾਂ ਨੂੰ ਜਾਂ ਆਮ ਲੋਕਾਂ ਦੇ ਟੈਕਸ ਦੇ ਪੈਸੇ ਨੂੰ ਇਸ ਤਰ੍ਹਾਂ ਕਰਕੇ ਤੇ ਸੱਜੇ ਖੱਬੇ ਕੀਤਾ ਤੇ ਤੁਸੀਂ ਉਹਨਾਂ ਦੇ ਨਾਂ ਦੇ ਦਿਓ, ਅਗਲਿਆਂ ਦੀ ਕਾਰਵਾਈ ਹੋ ਜੇ। ਸੰਧਾਲੀਆ ਸਾਹਿਬ ਕਈ ਵਾਰੀ ਨਾ ਗੁਆਂਢੀਆਂ ਦੀ ਲੜਾਈ ਹੁੰਦੀ ਆ। ਇੱਕ ਮੇਰੇ ਵਰਗਾ ਪਰੇ ਖੜਾ ਉੱਤੇ ਡਰੀ ਜਾਂਦਾ ਹੁੰਦਾ, ਕਿਉਂਕਿ ਉਹਨੂੰ ਪਤਾ ਕਿ ਭਾਈ ਇਹ ਲੜਾਈ ਹੋ ਗਈ, ਕੱਲ੍ਹ ਨੂੰ ਪੰਚਾਇਤ ਇਕੱਠੀ ਹੋ ਗਈ ਤੇ ਇਹਨਾਂ ਦੇ ਵਿੱਚੋਂ ਇੱਕ ਨੇ ਦੱਸ ਦੇਣਾ ਕਿ ਐਨੇ ਚੱਕਿਆ ਸੀ ਕਿ ਚੱਕ ਕੇ ਹੀ ਲੜਾਤੇ, ਹੁਣ ਲੜਾਤੇ ਤੇਰੇ ਬਾਰੇ ਉਹ ਆਹ ਕਹਿੰਦਾ। ਇੱਦਾਂ ਹੀ ਹੁਣ ਤੁਸੀਂ ਦੇਖੋ ਕਿ ਚੱਕਿਆ ਤਾਂ ਡਾਕਟਰ ਵਿਜੇ ਸਿੰਗਲਾ, ਚੱਕਿਆ ਵੀ ਉਹਨਾਂ ਦੀ ਪਾਰਟੀ ਦੀ ਆਪਣੀ ਸਰਕਾਰ ਨੇ ਆ। ਉਹਦੇ ਤੋਂ ਬਿਆਨ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਨੇ ਇੱਦਾਂ ਦੇ ਦਿੱਤਾ, ਕਈ ਕਾਂਗਰਸੀ ਪਰੇ ਖੜੇ ਡਰੀ ਜਾਂਦੇ ਆ ਤੇ ਕਈ ਉਹਨਾਂ ਤੋਂ ਪਹਿਲੇ ਵੀ ਡਰੀ ਜਾਂਦੇ ਆ ਕਿ ਭਾਈ ਗੱਲ ਨਿਕਲਦੀ ਕਿਉਂਕਿ ਜਦੋਂ ਫੈਲ ਹੀ ਚੱਕ ਲਈ ਅਗਲਿਆਂ ਨੇ, ਉਹ ਬੰਦਾ ਕਹਿੰਦਾ ਅੱਛਾ ਇਹ 2017 ਤੱਕ ਆ, ਪਹਿਲੀ ਵੀ ਲਿਆਇਓ ਯਾਰ ਇੱਕ ਮਾੜੀ ਜਿਹੀ ਦੇਖੀਏ। ਹੁਣ ਉਹਦੇ ਕਰਕੇ ਕਈ ਪੁਰਾਣੇ ਬੰਦੇ ਜਿਹੜੇ ਆ ਉਹਨਾਂ ਨੂੰ ਐਂ ਲੱਗਦਾ ਕਿ ਭਾਈ ਕੱਲ੍ਹ ਨੂੰ ਕਿਤੇ ਫੋਟੋ ਸਾਡੀ ਨਾ ਹੋਵੇ ਕਿ 4-5 ਜਣੇ ਖਿੱਚੀ ਲੈ ਜਾਂਦੇ ਹੁਣ ਕਿ ਇਹਨਾਂ ਨੂੰ ਵੱਖ-ਵੱਖ ਥਾਵਾਂ ਦੇ ਉੱਤੇ ਬਰਾਮਦਗੀ ਕਰਾਉਣ ਲਈ ਲਿਜਾਂਦੇ ਹੋਏ। ਹੁਣ ਤੁਸੀਂ ਦੇਖੋ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ ਕਹਿਤਾ, ਰੰਧਾਵਾ ਸਾਹਿਬ ਨੇ ਵੀ ਕਹਿਤਾ, ਇਹਦਾ ਮਤਲਬ ਹੈ ਕਿ ਦਾਲ 'ਚ ਕੋਕੜੂ ਤਾਂ ਕਿਤੇ ਹੈਗਾ। ਜੇ ਸੂਬੇ ਦਾ ਸਾਬਕਾ ਮੁੱਖ ਮੰਤਰੀ ਖੁਦ ਕਹਿੰਦਾ ਕਿ ਮੇਰੇ ਨਾਲ ਦੇ ਬੰਦੇ, ਉਹ ਬੰਦੇ ਜਿਨ੍ਹਾਂ ਦੇ ਕਰਕੇ ਉਹ ਮੁੱਖ ਮੰਤਰੀ ਬਣੇ, ਕਿਉਂਕਿ ਉਹ ਬੰਦੇ ਨਾਲ ਸੀ ਤਾਂ ਬਹੁਮਤ ਮਿਲਿਆ ਫੇਰ ਹੀ ਮੁੱਖ ਮੰਤਰੀ ਬਣੇ, ਕਿ ਉਹ ਰੇਤਾ ਬੱਜਰੀ ਦਾ 2 ਨੰਬਰ ਦਾ ਕੰਮ ਕਰਦੇ ਸੀ। ਰੰਧਾਵਾ ਸਾਹਿਬ ਨੇ ਵੀ ਐਵੇਂ ਨਹੀਂ ਕਿਹਾ, ਉਹਨਾਂ ਨੇ ਵੀ ਕਿਸੇ ਗੱਲ ਨੂੰ ਹੀ ਕਿਹਾ ਹੋਣਾ ਕਿ ਭਾਈ ਕੈਪਟਨ ਸਾਹਿਬ ਕਰਾਓ ਕਾਰਵਾਈ। ਹੁਣ ਡਾਕਟਰ ਨਵਜੋਤ ਕੌਰ ਸਿੱਧੂ ਹੋਰਾਂ ਨੇ ਵੀ ਕਿਹਾ, ਉਹ ਕਹਿੰਦੇ ਕੈਪਟਨ ਸਾਹਿਬ ਤੁਸੀਂ ਹੁਣ ਸ਼ਰਤਾਂ ਜਿਹੀਆਂ ਲਾਈ ਜਾਂਦੇ ਹੋ, ਇੱਦਾਂ ਕਰੋ ਮੈਂ ਫੇਰ ਦੱਸੂ, ਇੱਦਾਂ ਕਰੋ ਮੈਂ ਫੇਰ ਦੱਸੂ, ਕਿ ਤੁਸੀਂ ਆਪਦੇ 4.5 ਸਾਲ ਦੇ ਕਾਰਜਕਾਲ 'ਚ ਇੱਕ ਵੀ ਬੰਦਾ ਇਦਾਂ ਦਾ ਫੜ ਕੇ ਅੰਦਰ ਨਹੀਂ ਦਿੱਤਾ ਜਿਹੜਾ ਪੰਜਾਬ ਦੇ ਪੈਸੇ ਖਾਂਦਾ ਹੋਵੇ। ਘੱਟੋ ਘੱਟ ਹੁਣ ਲਿਸਟ ਹੀ ਦੇ ਦਿਓ, ਬੰਦੇ ਜਾ ਕੇ ਅੰਦਰ ਦੂਜੇ ਬੰਦੇ ਦੇ ਦੇਣਗੇ। ਤੁਸੀਂ ਇੱਕ ਖੁਦ ਕਥਿਤ ਤੌਰ ਦੇ ਉੱਤੇ ਉਹਨਾਂ ਨੇ ਕਿਹਾ ਕਿ ਦੋਸ਼ੀ ਹੋ ਕਿ ਤੁਸੀਂ ਮੁੱਖ ਮੰਤਰੀ ਹੁੰਦਿਆਂ ਵੀ ਪੰਜਾਬ ਦੇ ਵਿੱਚ ਗਲਤ ਕੰਮ ਹੁੰਦਾ ਦੇਖਿਆ। ਪਰ ਕਦੇ ਮੈਨੂੰ ਲੱਗਦਾ ਹੁੰਦਾ ਕੈਪਟਨ ਸਾਹਿਬ ਸ਼ੇਰ ਆ ਗਿਆ ਕਿਤੇ ਉਦਾਂ ਦੀ ਖੇਡ ਤਾਂ ਨਹੀਂ ਖੇਡਦੇ। ਪਤਾ ਕੋਈ ਨਹੀਂ, ਪਰ ਇੱਕ ਗੱਲ ਆ ਵੀ ਹੁਣ ਆਮ ਆਦਮੀ ਪਾਰਟੀ ਨਹੀਂ, ਇਹ ਨਾਲ ਦੀ ਨਾਲ ਕਾਂਗਰਸ ਪਾਰਟੀ ਦੇ ਵਿੱਚੋਂ ਵੀ ਗੱਲਾਂ ਉੱਠਣ ਲੱਗ ਪਈਆਂ। ਔਜਲਾ ਸਾਹਿਬ ਅੰਮ੍ਰਿਤਸਰ ਤੋਂ MP ਨੇ, ਉਹਨਾਂ ਨੇ ਤੇ ਟਵੀਟ ਵੀ ਕੀਤਾ ਜੀ। ਉਹ ਕਹਿੰਦੇ ਕੈਪਟਨ ਸਾਹਿਬ ਦੇਖੋ ਵੀ ਗੱਲ ਇਹ ਆ ਵੀ ਜੇ ਚੀਜ਼ ਤੁਹਾਡੇ ਕਾਰਜਕਾਲ ਦੇ ਦੌਰਾਨ ਹੋਈ ਹੈ ਜਾਂ ਤੁਹਾਨੂੰ ਪਤਾ ਵੀ ਆ ਲੋਕ ਇੱਧਰ ਦੋਸ਼ੀ ਨੇ, ਉਹਨਾਂ ਦਾ ਜ਼ਰੂਰ ਨਾਮ ਦੱਸੋ। ਉਹ ਨਾਮ ਕਹਿੰਦੇ ਨਸ਼ਰ ਕਰ ਦਿਓ ਤਾਂ ਜੋ ਪਤਾ ਲੱਗੇ ਵੀ ਕਿਹੜੇ ਬੰਦੇ ਨੇ ਕੀ ਕੁਛ ਕੀਤਾ, ਨਹੀਂ ਤੇ ਹੁੰਦਾ ਕੀ ਪਿਆ। ਉਹ ਕਹਿੰਦੇ ਵੀ ਆਮ ਜਿਹੜਾ ਲੀਡਰ ਤੇ ਆਮ ਵਰਕਰ ਹੈ ਕਾਂਗਰਸ ਪਾਰਟੀ ਦਾ, ਉਹ ਵਿਚਾਰਾ ਨਿਰਾਸ਼ ਹੈ ਕਿਉਂਕਿ ਉਹਨਾਂ ਦੇ ਉੱਪਰ ਭ੍ਰਿਸ਼ਟਾਚਾਰ ਦੇ ਦੋਸ਼ ਲੱਗਦੇ। ਹੁਣ ਇਹ ਜਿਹੜੇ ਟਵੀਟ ਕਾਂਗਰਸ ਪਾਰਟੀ ਦੇ ਆਪਣੇ ਅੰਦਰੋਂ ਹੀ ਉਹਨਾਂ ਦੇ ਲੀਡਰ ਕਰਨ ਲੱਗ ਪਏ ਕਿ ਮਹਾਰਾਜ ਠੀਕ ਹੈ, ਕੋਈ 1 ਹੋਊ, ਕੋਈ 2 ਹੋਊ, ਕੋਈ 4 ਹੋਊ, ਜਾਂ ਤੁਸੀਂ ਕਹਿੰਦੇ ਮੇਰੇ ਕੋਲ ਇੰਨਿਆਂ ਦੀ ਲਿਸਟ ਹੈ, ਉਹਨਾਂ ਦਾ ਕਰਕੇ ਹਰੇਕ ਨੂੰ ਅਗਲਾ ਕਹਿੰਦਾ ਵੀ ਅੱਛਾ ਫਿਰ ਤੁਹਾਡੀ ਸਰਕਾਰ ਸੀ, ਤੁਸੀਂ ਬੇਸ਼ੱਕ ਆ। ਕਹਿੰਦੇ ਯਾਰ ਉਹਨਾਂ ਨੂੰ ਕਿਉਂ ਕਹਿੰਦੇ ਹੋ ਤੁਸੀਂ? ਇਹਦਾ ਮਤਲਬ ਇਹ ਹੋ ਗਿਆ ਵੀ ਪਹਿਲਾਂ ਰੰਧਾਵਾ ਸਾਹਿਬ, ਹੁਣ ਔਜਲਾ ਸਾਹਿਬ, ਹੋਰ ਕੁਝ ਲੀਡਰ ਵੀ ਜੇ ਤੁਰ ਪਏ
ਤੇ ਕਾਂਗਰਸ ਪਾਰਟੀ ਦੇ ਅੰਦਰ ਵੀ ਪ੍ਰੈਸ਼ਰ ਬਿਲਡਅਪ ਹੋਣ ਲੱਗ ਪਿਆ। ਪਰ ਹੁਣ ਕੈਪਟਨ ਸਾਹਿਬ ਇਸ ਪ੍ਰੈਸ਼ਰ ਨੂੰ ਮੰਨਦੇ ਕਿ ਨਹੀਂ ਮੰਨਦੇ, ਇਹ ਟਾਈਮ ਦੱਸੂ, ਕਿਉਂਕਿ ਹੁਣ ਉਹ ਕਾਂਗਰਸ ਪਾਰਟੀ 'ਚ ਹੈ ਨਹੀਂ ਗੇ। ਤਰੀਕਾ ਹੈਗਾ ਇੱਕ ਤਰੀਕਾ ਹੈ ਕਿ 83 ਐਮਐਲਏ ਹੋ ਗਿਆ ਸੀ ਕਾਂਗਰਸ ਪਾਰਟੀ ਕੋਲ, ਆਖਰੀ ਮੌਕੇ ਤੇ ਜਾ ਕੇ 77 ਤੋਂ 78 79 80 ਵੱਖ-ਵੱਖ ਪਾਰਟੀਆਂ 'ਚੋਂ ਜਾਈ ਜਾਂਦੇ ਸੀ। ਉਹ 83 ਦੇ 83 ਐਮਐਲਏ ਜਿੰਨੇ ਕੁ ਤਾਂ ਦੁਬਾਰਾ ਜਿੱਤੇ ਆਓ, ਜਿਹੜੇ ਇਲੈਕਸ਼ਨ ਹਾਰ ਵੀ ਗਏ ਉਹ ਲੋਕ ਪ੍ਰੈਸ਼ਰ ਪਾਉਣ, ਲੋਕ ਦਬਾਅ ਬਣਾਉਣ ਕਿ ਐਫੀਡੇਵਿਟ ਦਿਓ ਲਿਖ ਕੇ ਕਿ ਮੈਂ 2017 ਤੋਂ 2022 ਤੱਕ ਕਾਂਗਰਸ ਦਾ ਵਿਧਾਇਕ ਰਿਹਾ, ਮੈਂ ਮੰਤਰੀ ਵੀ ਰਿਹਾ, ਜਿਹੜਾ ਮੰਤਰੀ ਨਹੀਂ ਰਿਹਾ ਇਕੱਲਾ ਵਿਧਾਇਕ, ਮੈਂ 2017 ਤੋਂ 22 ਤੱਕ ਕੋਈ 2 ਨੰਬਰ ਦਾ ਕੰਮ ਨਹੀਂ ਕੀਤਾ। ਮੈਂ ਇਹ ਬੇਨਤੀ ਕਰਦਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੜਾ ਕਿਹਾ, ਸਾਡੇ ਮੁੱਖ ਮੰਤਰੀ ਸਾਨੂੰ ਹੁਣ ਹੋਰ ਪਾਰਟੀ 'ਚ ਨੇ ਕਿ ਭਾਈ ਕਈ ਬੰਦੇ 2 ਨੰਬਰ ਦਾ ਕੰਮ ਕਰਦੇ ਸੀ, ਮੇਰੇ ਨਾਲ ਦੇ ਸੀ, ਕਿ ਮੈਂ ਉਹਨਾਂ ਵਿੱਚ ਸ਼ਾਮਲ ਨਹੀਂ। ਇਸ ਕਰਕੇ ਜਾਂ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਂ ਦੱਸਣ, ਨਹੀਂ ਤਾਂ ਮੈਂ ਕਾਨੂੰਨੀ ਕਾਰਵਾਈ ਕਰੂੰਗਾ, ਕਿਉਂਕਿ ਨਾਲ ਬਦਨਾਮ ਮੈਂ ਵੀ ਹੁੰਨਾ। ਦੇਖ ਲੈਣੇ 83 ਦੇ ਵਿੱਚੋਂ ਕਿੰਨੇ ਕੁ ਬੰਦੇ ਐਫੀਡੇਵਿਟ ਦਿੰਦੇ ਆ, ਕਿੰਨੇ ਕੁ ਬੰਦੇ ਚੁੱਪ ਬੈਠਦੇ ਆ, ਕਿਉਂਕਿ ਇਹ ਤਾਂ 83 ਮਿੰਟ ਦਾ ਕੰਮ ਸੀ ਕਿ ਹਰ 1 ਮਿੰਟ ਦੇ ਵਿੱਚ ਇੱਕ ਲੀਡਰ ਦਾ ਬਿਆਨ ਆਉਂਦਾ ਕਿ ਅਸੀਂ ਨਹੀਂ ਕੀਤਾ 2 ਨੰਬਰ ਦਾ ਕੰਮ, ਅਸੀਂ ਇੱਕ ਬੱਟੀ ਨਹੀਂ ਵੇਚੀ, ਤੁਸੀਂ ਬਜਰੀ ਦੀ ਟਰਾਲੀ ਦੀ ਗੱਲ ਕਰਦੇ ਆ, ਅਸੀਂ ਦਾਣੇ ਭੁੰਨਣ ਜੋਗੀ ਰੇਤਾ ਜਿਹੜੀ ਹੈ ਉਹ ਨਹੀਂ ਚੱਕ ਕੇ ਲਿਆਏ, ਤੁਸੀਂ ਟਿੱਪਰਾਂ ਦੀ ਗੱਲ ਕਰਦੇ ਹੋ। ਜੇ ਤਾਂ ਕਾਂਗਰਸ ਪਾਰਟੀ ਦੇ ਪਿਛਲੇ 5 ਸਾਲ ਵਿਧਾਇਕ ਮੰਤਰੀ ਰਹੇ ਬੰਦੇ ਇਹ ਐਫੀਡੇਵਿਟ ਲਿਖ ਕੇ ਦਿੰਦੇ, ਮੈਂ ਕਹਿੰਦਾ ਅਦਾਲਤ ਦਾ ਕੁੰਡਾ ਖੜਕਾਓ ਕਿ ਭਾਈ ਬੰਦਾ ਸਾਡੀ ਪਾਰਟੀ ਨੂੰ ਬਦਨਾਮ ਕਰਦਾ। ਕਾਂਗਰਸ ਦੇ ਵਿੱਚ ਚਲੋ ਕਪਿਲ ਸਿੱਬਲ ਸਾਹਿਬ ਤਾਂ ਸਮਾਜਵਾਦੀ ਪਾਰਟੀ ਚਲੇ ਗਏ, ਬੜੇ ਬੰਦੇ ਵਕੀਲ ਨੇ ਵੱਡੇ ਵੱਡੇ, ਕਾਂਗਰਸ ਪਾਰਟੀ ਵਾਲੇ ਵਫਦ ਲੈ ਕੇ ਜਾਣ ਬੀਬੀ ਸੋਨੀਆ ਗਾਂਧੀ ਜੀ ਕੋ ਕਿ ਬੀਬੀ ਜੀ ਤੁਸੀਂ ਸਾਡੀ ਪਾਰਟੀ ਦੇ ਪ੍ਰਧਾਨ ਹੋ, ਤੁਹਾਡਾ ਨਾਂ ਲਾਉਂਦਾ ਹੀ ਇੱਕ ਬੰਦਾ ਜਿਨ੍ਹਾਂ ਨੂੰ ਤੁਸੀਂ ਪਿਛਲੇ ਸਮੇਂ 'ਚ 4.5 ਸਾਲ ਮੁੱਖ ਮੰਤਰੀ ਬਣਾ ਰੱਖਿਆ, ਕੁੱਲ 9.5 ਸਾਲ, ਉਹ ਕਹਿੰਦੇ ਜੀ ਤੁਹਾਨੂੰ ਫਾਈਲਾਂ ਦਿੱਤੀਆਂ, ਤੇ ਜੇ ਤਾਂ ਬੀਬੀ ਜੀ ਕਹਿਣ ਮੇਰੇ ਕੋਲ ਹੈਗੀਆਂ, ਉਹਨਾਂ ਤੋਂ ਇੱਕ ਕਾਪੀ ਫੋਟੋਸਟੇਟ ਕਰਾ ਕੇ ਭਗਵੰਤ ਮਾਨ ਸਾਹਿਬ ਨੂੰ ਦੇ ਦਿਓ ਜਾਂ ਪਬਲਿਕ ਡੋਮੇਨ 'ਚ ਰੱਖ ਦਿਓ। ਤੇ ਜੇ ਬੀਬੀ ਜੀ ਕਹਿਣ ਕਿ ਭਾਈ ਮੈਨੂੰ ਇਦਾਂ ਦੀ ਕੋਈ ਫਾਈਲ ਨਹੀਂ ਦਿੱਤੀ, ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਮਾਣਹਾਨੀ ਦਾ ਦਾਅਵਾ ਕਰ ਦਿਓ। ਦੇਖੋ ਗੱਲ ਇਹ ਆ ਵੀ ਇਹ ਕੁਛ ਨਾ ਕੁਛ ਤੇ ਕਲੀਅਰ ਹੋਣਾ ਹੀ ਚਾਹੀਦਾ। ਬਾਕੀ ਮੈਨੂੰ ਲੱਗਦਾ ਵੀ ਹਾਈ ਕਮਾਨ ਵੀ ਵਿਚਾਰੀ ਪਤਾ ਨਹੀਂ ਕੁਛ ਕਰ ਸਕਦੀ ਕਿ ਨਹੀਂ ਕਰ ਸਕਦੀ। ਆ ਮੇਰੇ ਖਿਆਲ ਨਾਲ 2 ਦਿਨਾਂ ਤੋਂ ਜਿਹੜਾ ਰੌਲਾ ਰੱਪਾ ਪੈਂਦਾ ਸੀ ਉਹ ਕਰ ਸਕਦੀ ਹੈ। ਹਾਂਜੀ, ਉਹ ਕਮੇਟੀ ਬਣਾ ਸਕਦੀ ਆ ਪਤਾ ਨਹੀਂ। ਹੁਣ ਦੇਖੋ ਮਹਾਰਾਣੀ ਪ੍ਰਨੀਤ ਕੌਰ ਹੋਰਾਂ ਨੂੰ ਜਦੋਂ ਪੁੱਛਿਆ ਗਿਆ ਸੀਗਾ ਵੀ ਮਹਾਰਾਜ ਉਹ ਤਾਂ ਤੁਹਾਡੇ ਦੁਆਲੇ ਕਹਿੰਦੇ ਵੀ ਕਾਂਗਰਸ ਪਾਰਟੀ ਦੇ ਪ੍ਰਧਾਨ ਵੀ ਉਹ ਤਾਂ ਇਸ ਤਰ੍ਹਾਂ ਬਾਹਰ ਨੇ ਜੀ, ਉਹਨਾਂ ਨੂੰ ਮੈਂ ਹੁਣ ਅੰਦਰ ਆਉਣ ਨਹੀਂ ਦੇਣਾ ਜੀ, ਕੋਈ ਇਸ ਤਰ੍ਹਾਂ ਹੈ। ਉਹ ਕਹਿੰਦੇ ਵੀ ਉਹ ਕੀ ਕਰ ਸਕਦੇ, ਕੁਝ ਵੀ ਨਹੀਂ। ਹਾਈ ਕਮਾਂਡ ਨੂੰ ਕਹਿ ਦੇਣ ਜੇ ਉਹਨਾਂ ਨੇ ਕੁਝ ਕਰਨਾ ਤੇ ਉਹ ਵੀ ਕਰ ਲੈਣ। ਹੁਣ ਕਾਂਗਰਸ, ਇਹ ਮੈਂ ਤਾਂ ਉਦਾਹਰਨ ਦਿੱਤੀ ਆ ਵੀ ਕੈਪਟਨ ਸਾਹਿਬ ਦੇ ਪਰਿਵਾਰ ਦੇ ਮੈਂਬਰ ਜਿਹੜੇ ਕਿ ਇਸ ਵਕਤ ਮੈਂਬਰ ਪਾਰਲੀਮੈਂਟ ਨੇ, ਕਾਂਗਰਸ ਪਾਰਟੀ 'ਚ ਨੇ, ਉਹਨਾਂ ਦਾ ਵੀ ਤਾਂ ਚੈਲੰਜ ਆ ਵੀ ਜੇ ਵੀ ਹਾਈ ਕਮਾਂਡ ਨੇ ਕੁਝ ਕਰਨਾ ਤੇ ਕਰਕੇ ਵਿਖਾਵੇ। ਤੇ ਇਧਰੋਂ ਤੁਸੀਂ ਕਹੀ ਜਾਂਦੇ ਵੀ ਹਾਈ ਕਮਾਂਡ ਕੁਝ ਹੋਰ ਵੀ ਕਰ ਗਿਆ। ਹਾਈ ਕਮਾਂਡ ਵਿਚਾਰੀ ਕੀ ਕੁਝ ਕਰੇ? ਮਤਲਬ ਵੀ ਹਾਈ ਕਮਾਂਡ ਦਾ ਵੈਸੇ BPI ਵੀ ਰਹਿੰਦੇ ਹੋਣਾ। ਨਹੀਂ, ਕਦੇ ਕਦੇ ਐਂ ਲੱਗਦਾ ਹਾਈ ਕਮਾਂਡ ਕੁਛ ਤਾਂ ਕਰੇ। ਯਾਨੀ ਇਕੱਲੀਆਂ ਚਿੰਤਨ ਬੈਠਕਾਂ ਦੇ ਵਿੱਚ ਹੁਣ ਮੈਂ ਹੈਰਾਨ ਸੀ, ਕਾਂਗਰਸ ਪਾਰਟੀ ਦੇ ਬਹੁਤ ਸਾਰੇ ਲੀਡਰ ਨੇ ਜਿਹੜੇ ਸੋਸ਼ਲ ਮੀਡੀਆ ਦੇ ਫੋਟੋ ਪਾਉਂਦੇ, ਅੱਜ ਚਿੰਤਨ ਬੈਠਕ ਦੇ ਵਿੱਚ ਚਿੰਤਨ ਕਰਦੇ ਹੋਏ, ਚਿੰਤਨ ਤਾਂ ਕੀਤੀ ਨਹੀਂ, ਆਪਾਂ ਤਾਂ ਫੋਟੋ ਖਿਚਾਉਣੇ ਆ। ਕੀ ਚਿੰਤਨ ਕੀਤਾ ਮਾੜਾ ਮੋਟਾ ਦੱਸੋ ਤਾਂ ਸਹੀ। ਸੰਧਾਲੀਆ ਸਾਹਿਬ, ਕਾਂਗਰਸ ਦੇ ਇੰਨੇ ਕੁ ਬੁਰੇ ਹਾਲਾਤ ਨੇ, ਤੁਸੀਂ ਇਹ ਦੇਖੋ ਕਿ ਉਧਰ ਚਿੰਤਨ ਬੈਠਕ ਚੱਲੀ ਜਾਂਦੀ ਰਾਜਸਥਾਨ, ਚਿੰਤਨ ਕਾਹਦੇ ਤੇ ਕਰਨਾ ਕਿ ਹਾਰੇ ਕਿਉਂ ਆ। ਉਧਰਲੇ ਪਾਸੇ ਤੁਹਾਡਾ ਹਾਰਦਿਕ ਪਟੇਲ ਗੁਜਰਾਤ ਦੇ ਵਿੱਚੋਂ ਅਸਤੀਫਾ ਦੇ ਗਿਆ। ਇੱਧਰ ਕਪਿਲ ਸਿੱਬਲ ਕਿੱਡਾ ਵੱਡਾ ਲੀਡਰ ਹੈ, ਬੜਾ ਪੁਰਾਣਾ ਕਾਂਗਰਸੀ ਲੀਡਰ, ਕਿਸੇ ਨੂੰ ਚੰਗਾ ਲੱਗਦਾ ਮਾੜਾ ਲੱਗਦਾ ਵੱਖਰੀ ਗੱਲ। ਕਾਂਗਰਸ ਪਾਰਟੀ ਨੂੰ ਇੰਨਾ ਵੀ ਨਾ ਪਤਾ ਲੱਗਾ, ਉਹ ਕੋਨੂ ਗੋਲੂ ਹਰੀ ਵੀ ਹੁਣ ਕਾਂਗਰਸ ਪਾਰਟੀ ਦੇ ਨਾਲ ਨੇ। ਤੁਹਾਨੂੰ ਯਾਦ ਹੋਣਾ, ਤੁਸੀਂ ਬਹੁਤ ਨਾਂ ਲੈਂਦੇ ਹੁੰਦੇ ਸੀ ਪੰਜਾਬ ਦੀ ਵਿਧਾਨ ਸਭਾ ਚੋਣ 'ਚ ਕਿ ਕੋਨੂ ਗੋਲੂ ਹੋਰਾਂ ਦੀਆਂ ਸੇਵਾਵਾਂ ਲਈਆਂ, ਉਹਨਾਂ ਨੂੰ ਨਾਲ ਲਿਜਾ ਕੇ ਬਿਠਾਇਆ। ਅੰਕੜੇ ਦੇਖੀ ਜਾਂਦੇ ਆ, ਇਹ ਪਤਾ ਹੀ ਨਹੀਂ ਕਿ ਤੁਹਾਡੇ ਨਾਲ ਦੀ ਕੁਰਸੀ ਤੋਂ ਉੱਠ ਕੇ ਦੂਜੀ ਪਾਰਟੀ 'ਚ ਕੌਣ ਚਲੇ ਜਾਂਦਾ। ਪੱਤਰਕਾਰ ਬੜੇ ਹੈਰਾਨ ਕਿ ਉੱਤਰ ਪ੍ਰਦੇਸ਼ ਦੇ ਵਿੱਚ ਰਾਜ ਸਭਾ ਦੀਆਂ ਸੀਟਾਂ ਨੇ, ਉਹਦੇ ਵਿੱਚੋਂ ਸਮਾਜਵਾਦੀ ਪਾਰਟੀ ਦੇ ਲੀਡਰ ਨਾਮਜ਼ਦਗੀ ਪਰਚਾ ਦਾਖਲ ਕਰਾਉਣ ਜਾਂਦੇ ਆ, ਕਿਹਦਾ? ਕਪਿਲ ਸਿੱਬਲ ਦਾ। ਪੱਤਰਕਾਰ ਕਹਿੰਦੇ ਜੀ ਕੀ ਗੱਲ ਹੋਈ, ਤੁਸੀਂ ਕਾਂਗਰਸੀ ਲੀਡਰ ਹੋ? ਕਹਿੰਦੇ ਮੈਂ 16 ਤਰੀਕ ਦੀ ਛੱਡ ਦਿੱਤੀ ਆ, ਤੁਹਾਨੂੰ ਪਤਾ ਨਹੀਂ ਲੱਗਾ? ਯਾਨੀ ਕਾਂਗਰਸ ਪਾਰਟੀ ਨੂੰ ਵੀ ਨਹੀਂ ਪਤਾ ਲੱਗਾ ਕਿ ਉਹਨਾਂ ਦਾ ਇੱਕ ਵੱਡਾ ਲੀਡਰ, ਜਿਹਨੂੰ ਉਹ ਹਰ ਵਾਰੀ ਰਾਜ ਸਭਾ ਦੇ ਵਿੱਚ ਚੁਣ ਕੇ ਭੇਜਦੇ ਸੀ, ਉਹ ਚੁੱਪ ਕਰਕੇ ਸਮਾਜਵਾਦੀ ਪਾਰਟੀ ਚਲੇ ਗਿਆ। ਨਹੀਂ, ਪਰ ਇੱਕ ਗੱਲ ਤਾਂ ਹੈਗੀ ਆ ਵੀ ਆਹ ਜਿਹੜੀ ਫੈਸਿਲਿਟੀ ਹੈ ਨਾ, ਇਹ ਵੀ ਤਾਂ ਇੱਕ ਤਰ੍ਹਾਂ ਦੀ ਫੈਸਿਲਿਟੀ ਹੈ ਵੀ ਮਤਲਬ ਲੀਡਰ ਹੈ ਜੀ, ਪਾਰਟੀ ਹੁਣ ਪਾਰਟੀ ਹੈ। ਪਹਿਲਾਂ ਕੀ ਹੁੰਦਾ ਸੀ ਵੀ ਪਾਰਟੀ ਕਰਕੇ ਲੀਡਰ ਹੈ ਤੇ ਉਹ ਲੀਡਰ ਕਹਿੰਦਾ ਵੀ ਹਾਂ ਭਾਈ ਸਾਹਿਬ ਪਾਰਟੀ ਮਾਂ ਆ, ਜਿਵੇਂ ਪਾਰਟੀ ਨੇ ਕਿਹਾ ਉਦਾਂ ਕਰਨਾ। ਅੱਜ ਦੀ ਡੇਟ ਦੇ ਵੀ ਪਾਰਟੀ ਵੀ ਮੈਨੂੰ ਲੱਗਦਾ ਵੀ ਜਿੱਦਾਂ ਬੱਸ ਅੱਡੇ ਤੇ ਖਲੋਤੀ ਸਵਾਰੀ ਨੂੰ ਬੱਸਾਂ ਹੀ ਨੇ ਜੀ, ਝੋਲਾ ਫੜਿਆ, ਉਹ ਅਗਲਾ ਇੱਕ ਬੱਸ 'ਚ ਉਤਰਦਾ, ਕਹਿੰਦਾ ਕਿਉਂ ਉਤਰਾਂ? ਕਹਿੰਦਾ ਹੌਲੀ ਚੱਲਦੀ। ਮੈਨੂੰ ਹੁਣੇ ਦੱਸਿਆ ਕੰਡਕਟਰ ਨੇ, ਰੁਕ ਕੇ ਜਾਣੀ ਹਰੇਕ ਅੱਡੇ ਤੇ। ਕਹਿੰਦਾ ਮੈਂ ਉਹ ਨਵੀਂ ਤੇ ਚੜ੍ਹਨਾ, ਕਹਿੰਦੇ ਐਕਸਪ੍ਰੈਸ ਸਿੱਧੀ ਜਾਂਦੀ ਹੈ ਬਸ। ਉਹ ਮੈਨੂੰ ਲੱਗਦਾ ਵੀ ਲੀਡਰਾਂ ਦਾ ਕੰਮ ਹੀ ਇਹੋ ਜਿਹਾ ਹੋਊਗਾ। ਉਹ ਕਹਿੰਦੇ ਵੀ ਭਾਈ ਸਾਹਿਬ ਇਹਦੇ ਤੋਂ ਉਤਰੋ, ਦੂਸਰੀ ਬੱਸ ਤੇ ਬਹਿ ਜਾਓ। ਉਹ ਨਾ ਤੇ ਕੋਈ ਬਹੁਤੇ ਵੋਟਰਾਂ ਨੂੰ ਫਰਕ ਪੈਂਦਾ,
ਨਾ ਉਹਨਾਂ ਪੋਲੀਟੀਕਲ ਪਾਰਟੀ ਵਾਲਿਆਂ ਨੂੰ ਫਰਕ ਪੈਂਦਾ, ਨਾ ਕੋਈ ਇਹੋ ਹੀ ਪੁੱਛਦਾ ਵੀ ਮਹਾਰਾਜ ਇੱਥੋਂ ਇੰਨੇ ਸਾਲ ਪਹਿਲਾਂ ਆਪ ਜੀ ਦੀ ਆਈਡੀਓਲੋਜੀ, ਜਿਹੜਾ ਸ਼ਬਦ ਤੁਸੀਂ ਵਰਤਦੇ ਨੇ ਉਹ ਕੁਝ ਹੋਰ ਹੁੰਦੀ ਸੀ, ਦੂਸਰੇ ਤੁਸੀਂ ਪਾਰਟੀ ਦੀ ਆਈਡੀਓਲੋਜੀ ਕੁਝ ਹੋਰ ਦੱਸਦੇ ਸੀ। ਇਹ ਅਚਾਨਕ ਜਿਹੜੀ ਉਹ ਮੈਨੂੰ ਲੱਗਦਾ ਹੁੰਦਾ ਵੀ ਜਿੰਨੇ ਆਈਡੀਓਲੋਜੀ ਦੇ ਵਿੱਚ ਅੱਖਰ ਨੇ ਉਹਨੇ ਤਾਂ ਘੰਟੇ ਵੀ ਨਹੀਂ ਲਾਉਂਦੇ ਇੱਧਰੋਂ ਉੱਧਰ ਜਾਣ ਦੇ ਵਿੱਚ, ਤੇ ਏਡੀ ਛੇਤੀ ਆਈਡੀਓਲੋਜੀ ਚੇਂਜ ਹੋ ਜਾਂਦੀ। ਤੁਸੀਂ ਇਹ ਦੇਖੋ, ਪਤਾ ਲੱਗਾ ਕਿ ਕਪਿਲ ਸਿੱਬਲ ਹੋਰਾਂ ਨੂੰ 3 ਜਗ੍ਹਾ ਤੋਂ ਆਫਰ ਸੀ ਕਿ ਤੁਹਾਨੂੰ ਰਾਜ ਸਭਾ 'ਚ ਭੇਜਦੇ ਆ। ਝਾਰਖੰਡ ਮੁਕਤੀ ਮੋਰਚੇ ਵਾਲੇ ਕਹਿੰਦੇ ਸੀ ਸਾਡੇ ਵੱਲੋਂ ਆ ਚਲੇ ਜਾਓ ਜੀ ਰਾਜ ਸਭਾ 'ਚ। ਰਾਸ਼ਟਰੀ ਜਨਤਾ ਦਲ ਲਾਲੂ ਪ੍ਰਸਾਦ ਯਾਦਵ ਦੇ ਪੁੱਤ ਤੇਜਸਵੀ ਯਾਦਵ ਦੀ ਪਾਰਟੀ, ਉਹ ਕਹਿੰਦੇ ਸੀ ਜੀ ਅਸੀਂ ਭੇਜਦੇ ਆ, ਸਾਡੇ ਕੋਲ ਬੰਦੇ ਹੈਗੇ ਆ। ਸਮਾਜਵਾਦੀ ਪਾਰਟੀ ਵਾਲੇ ਕਹਿੰਦੇ ਲੈ ਝਾਰਖੰਡ ਜਾਓਗੇ ਉਹ ਯੂਪੀ ਦੇ ਵਿੱਚ ਦੀ ਹੋ ਕੇ ਜਾਣਾ, ਬਿਹਾਰ ਜਾਓਗੇ ਯੂਪੀ ਦੇ ਵਿੱਚ ਦੀ ਹੋ ਕੇ ਜਾਣਾ, ਇੱਥੇ ਹੀ ਰੁਕ ਲਓ, ਨਾਲ ਟਾਈਮ ਘੱਟ ਲੱਗਿਆ ਕਰੂਗਾ। ਸੰਧਾਲੀਆ ਸਾਹਿਬ, ਕਿਉਂਕਿ ਜਿਹੜਾ ਬੰਦਾ ਸੁਪਰੀਮ ਕੋਰਟ 'ਚ ਵਕਾਲਤ ਕਰਦਾ ਹੋਵੇ, ਵਕੀਲ ਹੋਵੇ, ਹੋਰ ਚਰਚਾਵਾਂ ਹੋਣ, ਉਹਦੀ ਵੁਕਤ ਬਹੁਤ ਹੁੰਦੀ ਹੈ, ਕਿਉਂਕਿ ਸਾਰੀਆਂ ਹੀ ਪਾਰਟੀਆਂ ਦੇ ਵੱਡੇ ਵੱਡੇ ਲੀਡਰਾਂ ਦੇ 5-5 6-6 ਦੇ ਕੇਸ ਪਏ ਹੁੰਦੇ ਆ, ਕਈ ਤਾਂ ਸਜ਼ਾ ਦੇ ਕੰਢੇ ਦੇ ਉੱਤੇ ਅਪੜੇ ਆ। ਝਾਰਖੰਡ ਮੁਕਤੀ ਮੋਰਚੇ ਵਾਲਿਆਂ ਨੂੰ ਲੱਗਦਾ ਸੀ ਕਿ ਭਾਈ ਜੇ ਰਾਜ ਸਭਾ 'ਚ ਭੇਜਦੇ ਆਂ ਘੱਟੋ ਘੱਟ ਕੇਸ ਹੀ ਲੜੀ ਜਾਣਗੇ, ਆਪਣੇ ਬੰਦਿਆਂ ਨੂੰ ਛੁਡਾ ਲੈਣਗੇ। ਲਾਲੂ ਪ੍ਰਸਾਦ ਯਾਦਵ ਹੋਰਾਂ ਨੂੰ ਲੱਗਦਾ ਸੀ ਕਿ ਮੇਰਾ ਤਾਂ ਸਹਾਰਾ ਹੀ ਤੁਸੀਂ ਬਣਨਾ, ਨਹੀਂ ਤਾਂ ਮੈਨੂੰ ਬਾਰ-ਬਾਰ ਚੱਕ ਕੇ ਅੰਦਰ ਦੇ ਦਿੰਦੇ ਆ। ਕੰਮ ਸਮਾਜਵਾਦੀ ਪਾਰਟੀ ਵਾਲਿਆਂ ਦਾ ਵੀ ਇਦਾਂ ਦਾ ਹੀ ਆ। ਚਲੋ ਬੰਦੇ ਦੀ ਵੈਲਿਊ ਤੇ ਹੈਗੀ ਹੈ ਨਾ ਕੁੱਲ ਮਿਲਾ ਕੇ। ਹੁਣ ਇਹ ਗੱਲ ਤੇ ਕਲੀਅਰ ਹੋ ਗਈ ਵੀ ਭਾਈ ਸਾਹਿਬ ਹਰੇਕ ਬੰਦਾ ਆਪਣੇ ਆਪਣੇ ਹਿਸਾਬ ਨਾਲ ਦੇਖ ਰਿਹਾ ਵੀ ਜਿਹਨੂੰ ਜਿੱਥੇ ਜਿਹੜੀ ਚੀਜ਼ ਸੂਟ ਕਰਦੀ ਉਵੇਂ ਚੱਲਦੀ ਹੈ ਗੱਲ ਜੀ। ਪਰ ਸਭ ਤੋਂ ਪਹਿਲਾ ਸਵਾਲ ਉਹੀ ਜਿੱਥੋਂ ਗੱਲ ਸ਼ੁਰੂ ਹੋਈ ਸੀ ਵੀ ਕਾਂਗਰਸ ਪਾਰਟੀ ਨੂੰ ਕੀ ਹੋ ਗਿਆ ਵੀ ਉਹ ਆਪਣੇ ਲੀਡਰ ਇਦਾਂ ਗਵਾਉਣ ਲੱਗ ਪਈ ਹੈ ਨਾ, ਕਿਉਂਕਿ ਜੇ ਕਿਤੇ ਨਾ ਕਿਤੇ ਕਪਿਲ ਸਿੱਬਲ ਸਾਹਿਬ ਨੂੰ ਲੱਗਿਆ ਹੋਊਗਾ ਵੀ ਯਾਰ ਹੁਣ ਨਹੀਂ ਸੀਟ ਠੀਕ ਨਹੀਂ, ਜਾਂ ਬੱਸ ਹੌਲੀ ਚੱਲਦੀ ਹੈ, ਜਾਂ ਮਤਲਬ ਇਹਨੇ ਰੁਕ ਕੇ ਜਾਣਾ, ਉਹ ਕਿਤੇ ਨਾ ਕਿਤੇ ਬੱਸ ਵਾਲਿਆਂ ਨੂੰ ਸੋਚਣਾ ਚਾਹੀਦਾ ਵੀ ਮਹਾਰਾਜ ਸਵਾਰੀ ਉਤਰੀ ਕਿਉਂ ਜੀ। ਬਸ ਆਹੀ ਇੱਕ ਛੋਟਾ ਜਿਹਾ ਫਰਕ ਆ। ਬਾਕੀ ਚਲੋ ਆਉਣ ਵਾਲੇ ਦਿਨਾਂ 'ਚ ਕੁਛ ਨਾ ਕੁਛ ਕਲੈਰੀਫਾਈ ਹੋਊਗਾ ਤੇ ਫਿਰ ਆਪਾਂ ਉਸੇ ਗੱਲ ਤੇ ਆ ਜਾਂਦੇ ਹਾਂ ਵੀ ਸ਼ਾਇਦ ਪਤਾ ਲੱਗੇ ਵੀ ਪਿਛਲੇ 5 ਸਾਲਾਂ ਦੇ ਵਿੱਚ ਪੰਜਾਬ ਦਾ ਖਜ਼ਾਨਾ ਕੋ ਸੱਜਿਓਂ ਕੋ ਖੱਬਿਓਂ ਕੋ ਉੱਤਿਓਂ ਕੋ ਥੱਲਿਓਂ ਇੱਧਰ ਉੱਧਰ ਹੋਇਆ ਤੇ ਹੋਇਆ ਕਿਉਂ। ਨਹੀਂ ਜ਼ਰੂਰੀ ਆ ਜੀ, ਪਤਾ ਲੱਗਣਾ ਜ਼ਰੂਰੀ ਹੈ। ਜਲੰਧਰੋਂ ਫਗਵਾੜੇ ਨੂੰ ਸੜਕ ਜਾਂਦੀ ਹੈ ਜਿਹਨੂੰ ਜੀਟੀ ਰੋਡ ਕਹਿੰਦੇ ਆ। ਉਹ ਸੜਕ ਜਿਹੜੀ ਹੈ ਉੱਥੇ ਕਿਸਾਨਾਂ ਨੇ ਐਲਾਨ ਕਰਤਾ ਕਿ ਅਸੀਂ ਲੱਗੇ ਜੇ ਜਾਮ ਲਾਉਣ ਫਗਵਾੜੇ ਦੇ ਕੋਲ। ਆਮ ਲੋਕਾਂ ਦੇ ਮਨ 'ਚ ਵੀ ਹੁੰਦਾ ਇਹ ਜਾਮ ਕਾਹਤੋਂ ਲਾਉਣਾ, ਤੰਗ ਪਰੇਸ਼ਾਨ ਕਰਨਾ, ਉੱਥੇ ਕਾਰਾਂ ਬੱਸਾਂ ਸਕੂਟਰ ਖੜ ਜਾਣਗੇ, ਗਰਮੀ ਕਹਿਰ ਦੀ ਉੱਪਰੋਂ, ਤੁਹਾਨੂੰ ਹੱਕ ਕਿਹਨੇ ਦਿੱਤਾ? ਉਹ ਕਹਿੰਦੇ ਜੇ ਹੱਕ ਤਾਂ ਕਿਸੇ ਨੇ ਨਹੀਂ ਦਿੱਤਾ, ਸਾਡਾ ਵੀ ਨਹੀਂ ਜੀ ਕਰਦਾ ਡਾਂਗਾ ਖਾਣ ਨੂੰ। ਸੜਕ ਕਹਿੰਦੇ ਉੱਥੇ ਠੰਡੀ ਥੋੜੀ ਹੋਣੀ, ਅਸੀਂ ਥੋੜੀ ਲੱਗਾ ਅਸੀਂ ਵੀ ਤੱਤੀ ਸੜਕ ਤੇ ਬਹਿਣਾ। ਪੁੱਛਿਆ ਗੱਲ ਕੀ ਹੈ? ਉਹ ਕਹਿੰਦੇ ਗੱਲ ਇਹ ਨਹੀਂ ਕਿ ਸਾਲ ਦੀ ਫਸਲ ਹੈ ਗੰਨਾ, ਪਹਿਲਾਂ ਬੀਜਣ ਤੇ ਰੁਪਈਏ ਮਿਹਨਤ ਲੱਗਦੀ ਹੈ, ਸਾਰਾ ਸਾਲ ਸਾਂਭੀਦਾ, ਛਿੱਲੀਦਾ, ਟਰਾਲੀ ਤੇ ਚੜਾਈਦਾ, ਮਿੱਲ 'ਚ ਜਾ ਕੇ ਤਲਾਈਦਾ, ਪਰਚੀ ਜੇਬ 'ਚ ਪਾਈਦੀ ਹੈ ਤੇ ਮੁੜ ਕੇ ਪੈਸੇ ਜਿਹੜੇ ਦੇਖੇ ਨਹੀਂ ਕਿ ਮਿੱਲ ਪੈਸੇ ਨਹੀਂ ਦਿੰਦੀ। ਹਰਪਾਲ ਸਿੰਘ ਚੀਮਾ ਸਾਹਿਬ ਨੇ ਕਿਹਾ ਜਲੰਧਰ ਆ ਜਾਓ, ਸਰਕਟ ਹਾਊਸ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕੀਤੀ। ਉਹ ਕਹਿੰਦੇ ਗੱਲ ਕਿਹੜੀ ਆ, ਅਗਲੇ ਮਹੀਨੇ ਦੀ 3-4 ਤਰੀਕ ਤੱਕ ਸਮਾਂ ਦੇ ਦਿਓ, ਤੁਹਾਡਾ ਹੱਕ ਬਣਦਾ, ਰੁਪਈਏ ਤੁਹਾਨੂੰ ਮਿਲਣੇ ਚਾਹੀਦੇ, ਦਿੰਦੇ ਕਿਉਂ ਨਹੀਂ, ਪਰ ਤੁਸੀਂ ਜਾਮ ਨਾ ਲਾਇਓ। ਉਹ ਕਹਿੰਦੇ ਠੀਕ ਹੈ, ਜਿੱਥੇ ਇੰਨਾ ਚਿਰ ਉਡੀਕਿਆ, ਹਫਤਾ ਡੂਢ ਹਫਤਾ ਹੋਰ ਸਹੀ, ਪਰ ਕਹਿੰਦੇ ਜੇ ਸਾਨੂੰ ਰੁਪਈਏ ਨਾ ਮਿਲੇ ਤਾਂ ਅਸੀਂ ਜਾਮ ਲਾਵਾਂਗੇ ਜ਼ਰੂਰ। ਜਾਣੀ ਕਿ ਬਾਰ-ਬਾਰ ਕਹਿਣ ਦੇ ਬਾਵਜੂਦ, ਬਾਰ-ਬਾਰ ਪ੍ਰੈਸ਼ਰ ਬਣਾਉਣ ਦੇ ਬਾਵਜੂਦ ਵੀ ਅਜੇ ਤੱਕ ਮਿਲਣ ਵਾਲੇ ਪੈਸੇ ਪਤਾ ਨਹੀਂ ਕਿਉਂ ਨਹੀਂ ਦਿੰਦੇ। ਨਹੀਂ ਦੇਖੋ ਗੱਲ ਇਹ ਆ ਵੀ ਜਾਮ ਤੋਂ ਬਿਨਾਂ ਗੱਲ ਬਣਦੀ ਨਹੀਂ। ਹੁਣ ਜੇ ਤੁਸੀਂ ਜਲੰਧਰੋਂ ਫਗਵਾੜੇ ਵੱਲ ਨੂੰ ਜਾਮ ਲਵਾਇਆ ਤੇ ਆਪਾਂ ਮੁਕਤਸਰੋਂ ਕੋਟਕਪੂਰੇ ਵੱਲ ਨੂੰ ਜਾਮ ਲਵਾ ਲੈਂਦੇ, ਉੱਥੇ ਜਾਮ ਖੈਰ ਲੱਗਿਆ ਨਹੀਂ, ਉੱਥੇ ਤਾਂ ਸਗੋਂ ਜਿਹੜਾ ਟੋਲ ਪਲਾਜ਼ਾ ਸੀਗਾ ਉਹਨੂੰ ਪਰਚੀ ਮੁਕਤ ਕੀਤਾ। ਹੁਣ ਗੱਲ ਇਹ ਆ ਵੀ ਉਹ ਸੜਕ ਦੇ ਉੱਪਰ ਟੋਲ ਲੱਗ ਗਿਆ, ਟੋਲ ਹੈ ਵੀ ਮੋਟਾ, ਕਹਿੰਦੇ ਜਿਹੜਾ ਕੋਈ ਮਾਤੜ ਲੰਘਦਾ ਉਹ ਕਹਿੰਦੇ ਹਲਕਾ ਜਿਹਾ ਟੀਕਾ ਲਾਉਣਾ ਜੀ। ਇਹ ਹੁਣੇ ਨਹੀਂ ਮਹਿਸੂਸ ਹੋਣਾ, ਥੋੜਾ ਜਿਹਾ ਅੱਗੇ ਜਾ ਕੇ ਲੜਨਾ, ਦਵਾਈ ਮਾੜੇ ਹੱਥ ਰੱਖ ਲੈਣਾ ਕਹਿੰਦੇ ਇੱਥੇ, 1 ਮਿੰਟ ਬਾਅਦ ਛੱਡ ਦੇਣੀ, ਦਵਾਈ ਲੜਨ ਵਾਲੀ ਰੂਈ ਨਿਕਾਲ ਦੇਣੀ ਹੈ। ਹੁਣ ਹੋਇਆ ਕੀ ਕਿ ਉਹ ਕਹਿੰਦੇ ਕਿ ਮਹਾਰਾਜ ਠੀਕ ਹੈ ਸਾਨੂੰ ਕੋਈ ਇਤਰਾਜ਼ ਨਹੀਂ ਵੀ ਜੇ ਸੜਕ ਬਣਾਈ ਹੈ, ਕੰਪਨੀ ਨੇ ਆਪਣੇ ਵੱਲੋਂ ਐਗਰੀਮੈਂਟ ਕੀਤਾ ਵੀ ਆਹ ਦੇਖੋ ਜੀ ਅਸੀਂ ਇੰਨਾ ਪੈਸਾ ਲਾਵਾਂਗੇ, ਉਸ ਤੋਂ ਬਾਅਦ ਅਸੀਂ ਇੰਨੇ ਚਿਰ ਲਈ ਨੂੰ ਆਪਰੇਟ ਕਰਾਂਗੇ, ਜੋ ਸਾਡਾ ਖਰਚਾ ਆਇਆ ਅਸੀਂ ਟੋਲ ਟੈਕਸ ਦੇ ਰੂਪ 'ਚ ਉਗਰਾ ਲਾਂਗੇ। ਹੋਇਆ ਇਹ ਕਿ ਵੀ ਉੱਥੇ ਜਿਹੜੇ ਪੁਲ ਪਲ ਜੇ ਬਣਨੇ ਸੀ ਕਹਿੰਦੇ ਉਹ ਵੀ ਨਹੀਂ ਬਣਾਏ, ਪਿੰਡਾਂ ਦਾ ਜਿਹੜਾ ਕੋਈ ਪਾਣੀ ਪੂਣੀ ਦੀ ਨਿਕਾਸੀ ਲਈ ਕੋਈ ਖਾਲੇ ਖੂਲੇ ਬਣਾਉਣੇ ਸੀ ਕਹਿੰਦੇ ਉਹ ਵੀ ਅਜੇ ਕੰਮ ਅਧੂਰਾ ਹੀ ਹੈ। ਬੱਸ ਅੱਡਿਆਂ ਦੀ ਗੱਲਬਾਤ ਚੱਲੀ ਸੀ, ਉਹਦੇ ਉੱਤੇ ਵੀ ਕੰਮ ਨਹੀਂ ਹੋਇਆ। ਹੋਰ ਵੀ ਕੁਛ ਗੱਲਾਂ ਉਹਨਾਂ ਨੇ ਗਣਾਈਆਂ ਕਿ ਮਹਾਰਾਜ ਆ ਉਹ ਊਣਤਾਈਆਂ ਨੇ ਜਿਹੜੀਆਂ ਕਿ ਪਹਿਲਾਂ ਐਗਰੀਮੈਂਟ ਦੇ ਹਿਸਾਬ ਨਾਲ ਕੰਪਨੀ ਨੇ ਕਰਨੀਆਂ ਸੀ, ਉਹਨਾਂ ਨੇ ਕੀਤੀਆਂ ਨਹੀਂ, ਪਰ ਉਹਦੇ ਬਾਵਜੂਦ ਟੀਕੇ ਵਾਲਾ ਕੰਮ ਸ਼ੁਰੂ ਹੋ ਗਿਆ। ਸੰਧਾਲੀਆ ਸਾਹਿਬ ਇਹ ਬਹੁਤ ਵੱਡਾ ਮਸਲਾ ਹੈ, ਕਿਉਂਕਿ ਹੋ ਸਕਦਾ ਕੋਈ ਬੰਦਾ ਕਹੇ ਯਾਰ ਕਿਸਾਨ ਜਥੇਬੰਦੀਆਂ ਕਿਉਂ ਫ੍ਰੀ ਕਰਾਉਂਦੀਆਂ, ਜਦੋਂ ਅੰਦੋਲਨ ਚੱਲਦਾ ਸੀ ਉਦੋਂ ਹੋਰ ਤਰੀਕੇ ਕਰਾਉਂਦੇ ਸੀ। ਹੁਣ ਇੱਕ ਗੱਲ ਤਾਂ ਪੱਕੀ ਹੈ ਕਿ ਲੋਕਾਂ ਦੇ ਲਈ ਸੜਕ ਹੈ, ਬਣਾਉਣੀ ਸਰਕਾਰ ਨੂੰ ਚਾਹੀਦੀ ਹੈ। ਚਲੋ ਸਰਕਾਰ ਕੋਲ ਪੈਸੇ ਘੱਟ ਆ, ਉਹ ਕਹਿੰਦੇ ਜੀ ਕੰਪਨੀ ਬਣਾ ਦੇਵੇ, ਰੁਪਈਏ ਖਰਚ ਦੇਵੇ, ਮੁੜ ਕੇ ਵਸੂਲ ਲਵੇ, ਪਰ ਉਹਦੀ ਇੱਕ ਸਮਾਂ ਸੀਮਾ ਹੁੰਦੀ ਹੈ ਕਿ ਕੰਪਨੀ ਨੇ ਇੰਨੇ ਕੁ ਪੈਸੇ ਖਰਚੇ ਆ, ਅੰਦਾਜ਼ਨ ਇੰਨੇ ਵਹੀਕਲ ਇੱਥੋਂ ਗੁਜ਼ਰਦੇ ਆ, ਇੰਨੇ ਚਰਚੇ ਦੇ ਪੈਸੇ ਪੂਰੇ ਹੋਣੇ, ਇੰਨੀ ਕੁ ਬਾਅਦ ਇਨਕਮ, ਉਸ ਤੋਂ ਬਾਅਦ ਖੁੱਲ੍ਹਾ ਕੰਮ। ਇਹ ਥੋੜ੍ਹੀ ਆ ਕਿ ਜਿੰਨੀ ਦੇਰ ਸੜਕ ਦੀ ਬਜਰੀ ਆਖਰੀ ਬਜਰੀ ਨਹੀਂ ਨਿਕਲਦੀ ਉਨੀ ਦੇਰ ਤੁਸੀਂ ਪੈਸੇ ਵਸੂਲੀ ਜਾਣੇ ਆ। ਹੁਣ ਬਕਾਇਦਾ ਕੰਟਰੈਕਟ ਹੁੰਦਾ ਕਿ ਅਸੀਂ ਐਂਬੂਲੈਂਸ ਦਾ ਪ੍ਰਬੰਧ ਕਰਾਂਗੇ,
ਅਸੀਂ ਜੇ ਕੋਈ ਗੱਡੀ ਖਰਾਬ ਹੋ ਜਾਂਦੀ ਆ ਉਹਨੂੰ ਟੋ ਕਰਕੇ ਲਿਆਉਣ ਦਾ ਪ੍ਰਬੰਧ ਕਰਾਂਗੇ, ਟੈਲੀਫੋਨ ਬੂਥ, ਪਾਣੀ ਦਾ ਪ੍ਰਬੰਧ, ਜੇ ਕੋਈ ਗੱਡੀ ਖਰਾਬ ਹੋ ਜਾਂਦੀ ਆ ਤਾਂ ਸਾਈਡ ਦੇ ਉੱਤੇ ਇੱਕ ਰਸਤੇ ਦਾ ਪ੍ਰਬੰਧ ਕਰਾਂਗੇ, ਜੇ ਸੜਕ ਦੁਬਾਰਾ ਬਣਾਈ ਹੈ ਆਲੇ ਦੁਆਲੇ ਮੀਂਹ ਦਾ ਪਾਣੀ ਨਾ ਖੜਾ ਹੋਵੇ ਉਹ ਕਿਸ ਤਰੀਕੇ ਡਰੇਨ ਕਰਨਾ ਹੈ ਉਹਦਾ ਪ੍ਰਬੰਧ ਕਰਾਂਗੇ, ਆਲੇ ਦੁਆਲੇ ਜੇ ਦਰਖਤ ਲਾਉਣੇ ਆ, ਸਾਰਾ ਕੁਝ ਕੰਟਰੈਕਟ 'ਚ ਹੁੰਦਾ। ਪਰ ਸੰਧਾਲੀਆ ਸਾਹਿਬ ਮੈਨੂੰ ਸਮਝ ਨਹੀਂ ਆਉਂਦੀ ਕਿ ਜਿਹੜੀਆਂ ਸਰਕਾਰਾਂ ਇਹ ਸਮਝੌਤਾ ਕਰਦੀਆਂ ਕਿਸੇ ਕੰਪਨੀ ਦੇ ਨਾਲ, ਟੈਂਡਰ ਉਹਨਾਂ ਨੂੰ ਦਿੰਦੀਆਂ ਕਿ ਆਹ ਤੁਹਾਡੇ ਨਾਲ ਸਮਝੌਤਾ ਹੈ, ਆਹ ਤੁਸੀਂ ਸੇਵਾਵਾਂ ਦੇਣੀਆਂ, ਉਹਦੇ ਬਦਲੇ ਦੇ ਵਿੱਚ ਤੁਸੀਂ ਟੋਲ ਟੈਕਸ ਵਸੂਲਣਾ। ਟੋਲ ਟੈਕਸ ਵਸੂਲਣਾ ਕੱਲੀ ਡਿਊਟੀ ਨਹੀਂ ਹੈ, ਉਹ ਸੇਵਾ ਦੇਣ ਤਾਂ ਪੈਸੇ ਲੈਣ। ਪਰ ਜਿੱਦਾਂ ਆ ਕਿਸਾਨਾਂ ਨੇ ਕਿਹਾ ਕਿ ਪੁਲ ਡਿੱਗ ਪਿਆ, ਜਿੱਥੇ ਪੁਲੀਆਂ ਨੇ ਉੱਥੇ ਚੌੜੀਆਂ ਕਰਨੀ ਸੀ, ਪੁਲ ਵੱਡੇ ਬਣਾਉਣੇ ਸੀ, ਉਹ ਵੀ ਨਹੀਂ ਕਹਿੰਦੇ ਬਣਾਏ। ਮੀਂਹ ਦਾ ਪਾਣੀ ਆਲੇ ਦੁਆਲੇ ਨਿਕਲਣਾ ਸੀ, ਡਰੇਨ ਜਿਹੜੀ ਬਣਾਉਣੀ ਸੀ ਉਹ ਵੀ ਨਾ ਬਣਾਈ, ਜਿੱਥੋਂ ਰਿਪੇਅਰ ਕਰਨਾ ਸੀ ਉਹ ਵੀ ਨਾ ਕੀਤੀ। ਤਾਂ ਫਿਰ ਜਦੋਂ ਸਰਕਾਰਾਂ ਕੰਮ ਨਾ ਕਰਨ, ਜਦੋਂ ਅਧਿਕਾਰੀ ਅੱਖਾਂ ਮੀਟ ਲੈਣ, ਪਤਾ ਨਹੀਂ ਉਹਨਾਂ ਦੇ ਮੂਹਰੇ ਨੋਟ ਲਾ ਜਾਂਦੇ ਆ, ਉਹ ਮੂੰਹ ਬੰਦ ਕਰ ਲੈਣ, ਪਤਾ ਨਹੀਂ ਉਹਨਾਂ ਦੇ ਮੂੰਹ ਦੇ ਵਿੱਚ ਨੋਟਾਂ ਦੀ ਥੱਬੀ ਜਿਹੜੀ ਆਣ ਕੇ ਤੁੰਨ ਦਿੰਦੇ ਆ ਕਿ ਜਿਹੜੀ ਉਹਦੀ ਆਵਾਜ਼ ਨਹੀਂ ਨਿਕਲਦੀ। ਤੇ ਜਦੋਂ ਸਰਕਾਰਾਂ ਹੱਥ ਪਿਛਾਂ ਕੇ ਜਾਣ ਫਿਰ ਲੋਕ ਹੀ ਕਰਦੇ ਹੁੰਦੇ ਆ। ਨਹੀਂ, ਲੋਕ ਕਰਦੇ ਆ। ਦੇਖੋ ਮੈਨੂੰ ਲੱਗਦਾ ਵੀ ਹੁਣ ਵੀ ਲੋਕਾਂ ਹੀ ਕੀਤਾ ਹੋਊਗਾ, ਤਾਂ ਹੀ ਤੇ ਕਹਿੰਦੇ ਵੀ ਮਨਦੀਪ ਸਿੰਘ ਸਿੱਧੂ ਹੋਰੀ ਜੀ ਪੁਲਿਸ ਮੁਖੀ ਆ ਸੰਗਰੂਰ ਜ਼ਿਲ੍ਹੇ ਵਾਲੇ, ਇੰਡੀਅਨ ਆਇਲ ਦਾ ਡੀਪੂ ਆ ਉੱਥੇ, ਤੇ ਉੱਥੇ ਕਹਿੰਦੇ ਵੀ ਉੱਥੇ ਲਾਗੇ ਬੰਨੇ ਢਾਬਿਆਂ ਤੇ ਹੋਰ ਨਾ ਲਾਗੇ ਬੰਨੇ ਘਰਾਂ ਘੁਰਾਂ 'ਚ ਜਾ ਕੇ ਜਦੋਂ ਛਾਪੇ ਮਾਰੇ ਆ 8000 ਲੀਟਰ ਤੋਂ ਵੱਧ ਓਏ ਹੋਏ ਡੀਜ਼ਲ, ਪੈਟਰੋਲ, ਇਥੇਨੋਲ, ਕਿਉਂਕਿ ਹੁਣ ਡੀਪੂ ਆ ਉੱਥੇ ਉਹ ਚੀਜ਼ਾਂ ਆਉਂਦੀਆਂ ਨੇ, ਕਹਿੰਦੇ ਵੀ ਉੱਥੇ ਕੱਢ ਕੁੱਢ ਕੇ ਰਲਾ ਮਿਲਾ ਕੇ ਜੇ ਮਤਲਬ ਕੱਚਾ ਪਿੱਲਾ ਜਿਹਾ ਕਰਕੇ ਤੇ ਉਹ ਕਹਿੰਦੇ ਵੀ ਪੈਟਰੋਲ ਪੰਪ ਤੋਂ ਜੇ ਉੱਥੋਂ ਲੈਣਾ ਤੇ ਉੱਥੋਂ ਇੰਨੇ ਦਾ, ਸਾਡੇ ਕੋਲੋਂ ਲੈ ਲਓ ਤੇ 10-20 ਘੱਟ ਲੈ ਲਵਾਂਗੇ। ਉਹ ਕਹਿੰਦੇ ਵੀ ਵਾਹਵਾ ਸਾਲਾਂ ਤੋਂ ਕੰਮ ਚੱਲਦਾ ਸੀ ਤੇ ਅਖੀਰ ਹੁਣ ਉਹਨਾਂ ਨੇ ਕਹਿੰਦੇ ਵੀ ਛਾਪੇ ਛੂਪੇ ਮਾਰ ਕੇ ਵਾਹਵਾ ਕੁਛ ਉੱਥੋਂ ਫੜ ਲਿਆ। ਹੁਣ ਉਹ ਵੀ ਤੇ ਕਿਸੇ ਨੇ ਦੱਸਿਆ ਹੀ ਹੋਊਗਾ ਵੀ ਮਹਾਰਾਜ ਇੱਥੇ ਆ ਕੰਮ ਚੱਲਦਾ ਨਹੀਂ, ਤੇ 3-4 ਸਾਲ ਵੈਸੇ ਮੈਂ ਸੋਚਦਾ ਸੀ ਵੀ ਉਹ ਕਿਹੜਾ ਸੂਈ ਆ ਜੀ ਵੀ ਡਿੱਗ ਪਈ ਤੇ ਕਿਸੇ ਨੂੰ ਪਤਾ ਨਹੀਂ ਲੱਗਿਆ, ਤੇ ਹੁਣ ਜੇ ਅਚਾਨਕ ਉਹ ਮਤਲਬ ਪਤਾ ਲੱਗਿਆ ਵੀ ਉਹ ਹੋ ਅੱਛਾ ਇੱਥੇ ਹੀ ਕੰਮ ਚੱਲਦਾ ਸੀ ਇੰਨੇ ਸਾਲਾਂ ਤੋਂ, ਪਤਾ ਨਹੀਂ ਸਮਝ ਨਹੀਂ ਆਈ ਵੀ ਕਿੰਨੇ ਕਹੀ ਉਹ ਗੱਲ। ਸੰਧਾਲੀਆ ਸਾਹਿਬ ਆਲੇ ਦੁਆਲੇ ਦੇ 100 ਪਿੰਡ ਨੂੰ ਪਤਾ ਹੋਣਾ ਕਿ ਜੇ ਸਸਤਾ ਤੇਲ ਲਿਆਉਣਾ ਤਾਂ ਉੱਥੋਂ ਲੈ ਆਉਣੇ ਆ। ਨਹੀਂ ਸਰ ਪਤਾ ਨਹੀਂ ਹੋਣਾ, ਹਾਂਜੀ ਗਾਹਕ ਹੋਣੇ ਬੰਦੇ, ਗਾਹਕ ਉਹੀ ਗੱਲ ਕਰਦੇ ਆ, ਉਹ ਇੱਕ ਦੂਜੇ ਨੂੰ ਦੱਸਦੇ ਹੋਣੇ ਆ, ਰਿਸ਼ਤੇਦਾਰਾਂ ਨੂੰ ਵੀ ਦੇ ਆਉਂਦੇ ਹੁੰਦੇ ਆ। ਅਗਲੇ ਪਤਾ ਕਹਿੰਦੇ ਹੁੰਦੇ ਆ ਮੈਂ ਭੂਆ ਫੇ ਆਉਣਾ ਤੁਹਾਡੇ ਵੱਲ, ਉਹ ਫੇ ਕਈ ਸੰਤੇ ਨੂੰ ਕਿ ਮੈਨੂੰ ਫੋਨ ਕਰ ਲਵੇ ਤੇਲ ਤੂਲ ਚਾਹੀਦਾ ਤਾਂ ਆਉਂਦੇ ਹੋਏ ਮੈਂ ਕੈਨ ਲੈ ਆਉਂਗਾ ਤੁਹਾਡੇ ਲਈ, ਮੈਨੂੰ ਪਤਾ ਹੈ ਤੁਸੀਂ ਗੰਨਾ ਬੀਜਣਾ ਹੈ, ਤੁਸੀਂ ਝੋਨਾ ਬੀਜਣਾ ਹੈ, ਤੁਸੀਂ ਮੂੰਗੀ ਬੀਜਣੀ ਹੈ, ਖੇਤ ਖੂਤ ਵਾਹੁਣੇ ਆ, ਐਵੇਂ ਨਾ ਇੱਥੋਂ ਅੱਗ ਲੱਗੀ ਆ ਉਹ ਡੀਜ਼ਲ ਦੇ ਭਾਅ ਨੂੰ, ਇੱਥੇ ਹੈਗਾ ਕਨੈਕਸ਼ਨ ਜਿਹਾ, ਉਹ ਫੜਾ ਜਾਂਦੇ ਸਵੇਰੇ ਢਾਬੇ ਤੇ ਆ ਕੇ, ਇੱਥੇ ਵੀ ਦੇ ਜਾਂਦੇ ਆ, ਬਸ ਪੈਪ ਲਾਉਣਾ ਉਹਨਾਂ ਨੇ, ਮੂੰਹ ਨੇਰੇ ਜਾਂਦੇ ਆ। ਜੇ ਲੋਕਾਂ ਨੂੰ ਪਤਾ ਹਜ਼ਾਰਾਂ ਗਾਹਕ ਹੋਣਗੇ, ਜੇ ਇੰਨਾ ਉੱਥੇ ਡੀਜ਼ਲ ਪੈਟਰੋਲ ਜਿਹੜਾ ਤੁਰਿਆ ਫਿਰਦਾ ਲੱਖਾਂ ਰੁਪਈਆਂ ਦਾ ਲੰਬੇ ਸਮੇਂ ਤੋਂ ਕੰਮ ਚੱਲਦਾ ਹੋਣਾ। ਸੰਧਾਲੀਆ ਸਾਹਿਬ ਵੱਡੀ ਸੜਕ ਦਾ ਕਿਤੇ ਪ੍ਰੋਜੈਕਟ ਹੋਵੇ, ਆਪਾਂ ਸਾਰਿਆਂ ਨੂੰ ਨਿੰਦਦੇ ਨਹੀਂ, ਸਾਰੇ ਮਾੜੇ ਨਹੀਂ ਹੁੰਦੇ, ਸਾਰੇ ਚੰਗੇ ਵੀ ਨਹੀਂ ਹੁੰਦੇ। ਮੈਨੂੰ ਯਾਦ ਆ ਕਿ ਜਦੋਂ ਜਲੰਧਰ ਤੋਂ ਪਠਾਨਕੋਟ ਨੂੰ ਸੜਕ ਬਣਨੀ ਸੀ, ਚੌੜੀ ਹੋਣੀ ਸੀ, ਪਹਿਲਾਂ ਮੇਰੇ ਖਿਆਲ ਮੁਕੇਰੀਆਂ ਤੱਕ ਬਣੀ ਹੈ, ਉਹਦਾ ਜਿਹੜਾ ਪਹਿਲਾ ਫੇਜ਼ ਹੈ, ਅੱਗੇ ਫਿਰ ਬਣੀ ਹੈ। 2-3-4 ਸਾਲ ਕੰਮ ਚੱਲਦਾ ਰਿਹਾ, ਫਿਰ 2-3-4 ਸਾਲ ਸਸਤੇ ਤੇਲ ਦਾ ਵੀ ਕੰਮ ਚੱਲਦਾ ਰਿਹਾ। ਆਹੋ ਨੇ ਦੇਖੋ ਹੁਣ ਕਾਰਨ ਇਹ ਆ ਵੀ ਉਹ ਏਰੀਏ 'ਚ ਜੇ 3-4 ਸਾਲ ਤੋਂ ਕੰਮ ਚੱਲਦਾ ਸੀ ਤੇ ਸੁੱਖ ਨਾਲ ਕਈ ਆਪਣੇ ਉੱਥੇ ਸਾਹਬੱਦ ਰਹਿੰਦੇ ਹੋਣੇ ਆ, ਕੋਈ ਛੋਟੇ 2 ਪਹੀਆ ਵਾਹਨ ਤੋਂ 4 ਪਹੀਆ ਵਾਹਨ ਤੱਕ ਉਹਦੇ ਵਿੱਚ ਵੀ ਤੇ ਉਹ ਚੀਜ਼ਾਂ ਪੈਂਦੀਆਂ ਹੋਣੀਆਂ। ਇਹ ਤੇ ਹੋ ਹੀ ਸਕਦਾ ਵੀ ਇੱਧਰੋਂ ਉੱਧਰੋਂ ਕੋਈ, ਜਿੱਦਾਂ ਹੁਣ ਤੁਸੀਂ ਰਿਸ਼ਤੇਦਾਰੀ ਦੀ ਗੱਲ ਕੀਤੀ, ਰਿਸ਼ਤੇਦਾਰੀ 'ਚੋਂ ਕਦੀ ਕਿਸੇ ਨੇ ਕਿਹਾ ਲੈ ਸੁੱਖ ਨਾਲ ਹੁਣ ਕੁੜੀ ਨੇ ਆਉਣਾ ਤੇ ਉਹਨੂੰ ਤੇਲ ਤੇ ਇਥੋਂ ਪਵਾ ਕੇ ਦਿਓ ਆ ਗੱਡੀ ਪ੍ਰਾਹੁਣਾ, ਤੇ ਚਲੋ ਸੁੱਖ ਨਾਲ ਆਪਣਾ ਹੈ ਉੱਥੇ ਮਹਿਕਮੇ 'ਚ, ਤੇ ਫਿਰ ਆਹੋ ਹੈ ਨਾ। ਨਹੀਂ ਇੱਦਾਂ ਵੀ ਹੋ ਸਕਦਾ ਕਿਤੇ ਕਹਿੰਦੇ ਹੁਣ ਜੇ ਕੋਈ ਆਵੇ ਨਾ, ਕੁੜੀ ਦਾ ਫੋਨ ਆਵੇ ਕਿ ਬੀਬੀ ਆਉਣਾ ਮੈਂ ਕੱਲ ਨੂੰ, ਤੇ ਬੀਬੀ ਨੇ ਤਾਂ ਫੋਨ ਕਰ ਦੇਣਾ, ਤੇ ਜਦੋਂ ਮੁੰਡੇ ਤੋਂ ਭੈਣ ਤੇਰੀ ਨੇ ਆਉਣਾ, ਉਹਨੇ ਉਹਲੇ ਜੀਜਾ ਹੀ 2 ਪੀਪੀਆਂ ਖਾਲੀ ਜ਼ਰੂਰ ਲੈ ਆਉਂਦੇ ਹੋਏ ਜਾਂ ਜਾਂਦੇ ਹੋਏ ਤੇਲ ਪਾ ਦੇ। ਮਤਲਬ ਇਹ ਹੋ ਗਿਆ। ਦੇਖੋ ਕਾਰਨ ਇਹ ਆ ਵੀ ਇਹ ਉਹ ਚੀਜ਼ਾਂ ਨੇ ਜਿਹੜੀਆਂ ਪਹਿਲਾਂ ਵੀ ਚੱਲਦੀਆਂ ਰਹੀਆਂ, ਚੱਲਣ ਨੂੰ ਹੁਣ ਵੀ ਚੱਲ ਸਕਦੀਆਂ ਸੀ। ਹਾਂ, ਜੇ ਉਹਨੂੰ ਰੋਕਿਆ ਜਾ ਰਿਹਾ, ਜੇ ਉਹ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕੀਤਾ ਜਾ ਰਿਹਾ ਤਾਂ ਚੰਗੀ ਗੱਲ। ਇਹ ਵੀ ਹੋ ਸਕਦਾ ਕਿ ਕੁੜੀ ਜਦੋਂ ਸਹੁਰੇ ਜਾਂਦੀ ਹੋਵੇ ਤੇ ਉੱਥੇ ਫਿਰ ਦੇਖ ਕੇ ਅੱਛਾ ਫਿਰ ਪਿੰਡੋਂ ਆਈ ਲੱਗਦੀਆਂ ਨਾ, ਤੁਹਾਨੂੰ ਭੈਣ ਕਿੱਦਾਂ ਪਤਾ ਲੱਗਾ ਪੀਪੀਆਂ ਜੂ ਫੜੀਆਂ। ਚਲੋ ਸੋ ਇਹ ਉਹ ਨਿੱਕੀਆਂ ਨਿੱਕੀਆਂ ਹੈ ਤਾਂ ਚੋਰ ਮੋਰੀਆਂ ਹੀ, ਪਰ ਇਹਨਾਂ ਚੋਰ ਮੋਰੀਆਂ ਦੇ ਨਾਲ ਹੀ ਉਹ ਸਾਰੀਆਂ ਚੀਜ਼ਾਂ ਇੱਧਰ ਉੱਧਰ ਹੁੰਦੀਆਂ ਨਾ। ਸਰਦਾਰ ਸਾਹਿਬ ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਹੋਈ ਹੈ ਕਿੱਥੇ? ਚੰਡੀਗੜ੍ਹ ਦੇ ਵਿੱਚ, ਤੇ ਪਿੱਛੋਂ ਕੇਂਦਰੀ ਮੰਤਰੀ ਤੱਕ ਆਇਆ ਤੇ ਪ੍ਰਸ਼ਿਕਸ਼ਣ ਦਿੱਤਾ। ਅੱਛਾ ਨਹੀਂ, ਮੈਨੂੰ ਜਦੋਂ ਤੁਸੀਂ ਅਚਾਨਕ ਪੀਪੀਆਂ ਤੋਂ ਸਿੱਧਾ ਉੱਥੇ ਲੈ ਕੇ, ਮੈਂ ਕਿਹਾ ਵੀ ਮੀਟਿੰਗ ਹੋਈ ਹੈ ਤੇ ਉੱਥੇ ਵੀ ਕਿਤੇ ਕੋਈ ਕੈਨੀ ਲੈ ਕੇ ਪਹੁੰਚ ਗਿਆ ਵੀ ਮਹਾਰਾਜ ਆ ਮੈਂ ਆਉਂਦਾ, ਮੈਂ ਚਲੋ ਸਸਤਾ ਤੇਲ ਲੈ ਜਾਓ। ਨਹੀਂ ਇਦਾਂ ਦੀ ਗੱਲ ਕੋਈ ਨਹੀਂ। ਉੱਥੇ ਕਹਿੰਦੇ ਜੀ ਪੁੱਛਿਆ ਗਿਆ ਫਤਿਹ ਜੰਗ ਬਾਜਵਾ ਸਾਹਿਬ ਨੂੰ, ਸਾਬਕਾ MLA ਸਾਹਿਬ ਨੂੰ, ਕਿ ਕਿੱਦਾਂ ਜੀ ਕੀ ਮਾਹੌਲ ਹੈ। ਉਹ ਕਹਿੰਦੇ ਜੀ ਬਹੁਤ ਸਾਰੇ ਲੀਡਰ ਮੇਰੇ ਵਾਂਗੂ ਨਵੇਂ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਏ, ਮੈਨੂੰ ਤਾਂ ਹੁਣ ਕੁਛ ਮਹੀਨੇ ਹੋ ਗਏ ਆ, ਬਹੁਤ ਸਾਰੀ ਪਾਰਟੀ ਦੀ ਆਈਡੀਓਲੋਜੀ ਜਿਹੜੀ ਹੈ ਪਤਾ ਲੱਗ ਗਈ ਹੈ, ਕੰਮ ਕਰਨ ਦਾ ਢੰਗ ਪਤਾ ਲੱਗ ਗਿਆ ਮੈਨੂੰ ਤਾਂ,
ਪਰ ਬਹੁਤ ਸਾਰੇ ਬੰਦੇ ਨਵੇਂ ਜੁੜ ਰਹੇ, ਨਿੱਤ ਜੁੜ ਰਹੇ ਕਹਿੰਦੇ। ਉਹਨਾਂ ਨੂੰ ਪਾਰਟੀ ਬਾਰੇ ਦੱਸਣਾ, ਪਾਰਟੀ ਦੀ ਹਿਸਟਰੀ ਬਾਰੇ ਦੱਸਣਾ, ਪਾਰਟੀ ਦਾ ਵਿਜ਼ਨ ਕੀ ਹੈ ਉਹਦੇ ਬਾਬਤ ਦੱਸਣਾ। ਉਹਦੇ ਲਈ ਕਹਿੰਦੇ ਜੀ ਬੜਾ ਇਹ ਕੰਮ ਵਧੀਆ ਹੈ ਕਿ ਉੱਥੇ ਸਾਡੇ ਲੀਡਰ ਆਪ ਆ ਕੇ ਵਰਕਰ ਨੂੰ ਮਿਲਦੇ ਆ ਤੇ ਵਧੀਆ ਤਰੀਕੇ ਨਾਲ ਕੰਮ ਕਰਦੇ ਆ। ਠੀਕ ਹੈ। ਫਿਰ ਪੁੱਛਿਆ ਜੀ ਸੰਗਰੂਰ, ਉਹ ਤਾਂ ਜਿੱਤਿਆ ਪਿਆ ਕਹਿੰਦੇ। ਲੋਕਾਂ ਨੂੰ 2.5 ਮਹੀਨਿਆਂ ਦੇ ਵਿੱਚ ਹੀ ਪਤਾ ਲੱਗ ਗਿਆ ਕਿ ਵੋਟ ਕਿਹਨੂੰ ਪਾਉਣੀ ਚਾਹੀਦੀ ਹੈ। ਤੇ ਸਾਡੇ ਕੋਲ ਕਹਿੰਦੇ ਜੀ ਸਾਨੂੰ ਸਭ ਤੋਂ ਵੱਡੀ ਸਮੱਸਿਆ ਹੈ ਕਿ ਉਮੀਦਵਾਰ ਕਿਹਨੂੰ ਬਣਾਈਏ, ਕਿਉਂਕਿ ਦਾਅਵੇਦਾਰੀ ਬਹੁਤ ਨੇ। ਇਹ ਬਾਜਵਾ ਸਾਹਿਬ ਨੇ ਕਿਹਾ, ਫਤਿਹ ਜੰਗ ਸਿੰਘ ਬਾਜਵਾ। ਇਹ ਦੇਖੋ ਗੱਲ ਵਧੀਆ। ਇੱਕ ਜਿਹੜੀ ਮੁਸ਼ਕਲ ਵਿੱਚ ਚੱਲਣ ਲੱਗ ਪਈ, ਉਹ ਇਹ ਵੀ ਚੱਲਣ ਲੱਗ ਪਈ ਹੈ ਵੀ ਉਹ ਜਿੱਦਾਂ ਕਹਿੰਦੇ ਵੀ ਬਹੁਤ ਲੋਕ ਨਾਲ ਜੁੜ ਰਹੇ ਨੇ ਪਾਰਟੀ ਦੇ, ਬਹੁਤ ਲੋਕ ਤਾਂ ਨਵੇਂ ਜੁੜ ਰਹੇ ਨੇ। ਹੁਣ ਨਵੇਂ ਜੁੜੇ ਬੰਦੇ ਜਿਹੜੇ ਨੇ ਉਸ ਪਾਰਟੀ ਵੱਲੋਂ ਬਿਆਨ ਵੀ ਦੇਣ ਲੱਗ ਪਏ ਨੇ, ਕਿਉਂਕਿ ਤਜਰਬਾ ਉਹਨਾਂ ਕੋਲੇ ਪਹਿਲਾਂ ਦਾ ਹੈਗਾ। ਪਰ ਜਿਹੜੇ ਬੰਦੇ ਉਸ ਪਾਰਟੀ 'ਚ ਸ਼ੁਰੂ ਤੋਂ ਸੀਗੇ, ਜਿਹੜੇ ਕਹਿੰਦੇ ਵੀ ਯਾਰ ਪਹਿਲਾਂ ਗੱਠਜੋੜ ਕਿਤੇ ਸੀ, ਉਦੋਂ ਕਹਿੰਦੇ ਸੀ ਨਾ ਤੂੰ ਵੀ ਬੋਲਣਾ, ਵੱਡੇ ਭਾਜੀ ਉਹ ਨੇ, ਉਹਨਾਂ ਦੇ ਹਿਸਾਬ ਨਾਲ ਆਪਾਂ ਚੱਲਣਾ, ਹਲਕਾ ਉਹਨਾਂ ਦਾ। ਦੂਜੇ ਪਾਸੇ ਉਹ ਕਹਿੰਦੇ ਵੀ ਚਲੋ ਠੀਕ ਹੈ ਜੀ, ਹੁਣ ਤਾਂ ਗੱਠਜੋੜ ਟੁੱਟ ਗਿਆ, ਹੁਣ ਫਿਰ ਸਾਡੀ ਗੱਲ ਹੋ ਗਈ, ਕਿਉਂਕਿ ਸ਼ੁਰੂ ਤੋਂ ਪਾਰਟੀ ਦੇ ਨਾਲ ਆ ਜੀ। ਉਹ ਕਹਿੰਦੇ ਨਹੀਂ ਹੁਣ ਨਹੀਂ, ਇੱਦਾਂ ਨਹੀਂ ਗੱਲ ਹੁੰਦੀ, ਉਹ ਆਪਾਂ ਉਧਰੋਂ ਨਵੇਂ ਵੱਡੇ ਲੀਡਰ ਲੈ ਆਉਂਦੇ, ਅੱਜ ਕੱਲ੍ਹ ਉਹਨਾਂ ਦੇ ਹਿਸਾਬ ਨਾਲ ਕੰਮ ਚੱਲਣਾ। ਹੁਣ ਇਹ ਵਿੱਚ ਗੱਲ ਚੱਲਦੀ ਹੈ, ਕਿਉਂਕਿ ਬੀਜੇਪੀ ਦੇ ਲੀਡਰ ਸਾਹਿਬਾਨਾਂ ਨੂੰ ਜ਼ਿਆਦਾ ਪਤਾ ਹੋਊਗਾ ਪੰਜਾਬ ਦੀ ਲੀਡਰਸ਼ਿਪ ਨੂੰ, ਕਿ ਵੀ ਜਿਹੜੇ ਪੁਰਾਣੇ ਬੀਜੇਪੀ ਦੇ ਲੀਡਰ ਸਾਹਿਬਾਨ ਨੇ ਉਹ ਕਿਤੇ ਨਾ ਕਿਤੇ ਘੁਟਨ ਮਹਿਸੂਸ ਕਰਦੇ ਇਸ ਚੀਜ਼ ਦੀ ਕਿ ਯਾਰ ਆਹ ਕਮਾਲ ਹੋ ਗਈ ਵੀ ਜੇ ਅਗਲਾ ਬੰਦਾ ਇੱਕ ਪਾਰਟੀ ਸੀ, ਅਸੀਂ ਬੀਜੇਪੀ ਸੀਗੇ, ਅਗਲਾ ਕਿਸੇ ਦੂਜੀ ਪਾਰਟੀ ਸੀ, ਅਸੀਂ ਬੀਜੇਪੀ ਸੀਗੇ, ਸਾਨੂੰ ਲੱਗਦਾ ਸੀ ਵੀ ਸਾਡੀ ਆਈਡੀਓਲੋਜੀ ਆ, ਸਾਡੀ ਪਾਰਟੀ, ਅਸੀਂ ਇਸ ਪਾਰਟੀ ਨੂੰ ਮਜ਼ਬੂਤ ਕਰਨਾ, ਕੋਈ ਧੁੱਪ ਛਾਂ ਹੋਵੇ ਅਸੀਂ ਨਾਲ ਖੜੇ ਰਹੇ। ਕਹਿੰਦੇ ਵੀ ਅਸੀਂ ਤਾਂ ਨਹੀਂ ਨਾ ਪਾਰਟੀ ਛੱਡੀ। ਹਾਂ, ਦੂਜੇ ਬੰਦੇ ਪਾਰਟੀ ਨਵੇਂ ਲੈ ਕੇ ਆਉਂਦੀ ਆ ਅਤੇ ਉਹਨਾਂ ਨੂੰ ਨਾਲ ਦੀ ਨਾਲ ਕੋਈ ਵਜ਼ੀਰੀਆਂ, ਨਾਲ ਕੁਰਸੀਆਂ, ਨਾਲ ਹੋਰ ਚੌਧਰ ਉਹ ਤਾਂ ਮਿਲ ਰਹੀ ਆ। ਉਹ ਕਹਿੰਦੇ ਵੀ ਅਸੀਂ ਕਿਹੜਾ ਐਸਾ ਟਾਇਰ ਪੈਂਚਰ ਕਰਤਾ ਵੀ ਸਾਨੂੰ ਕੋਈ ਪੁੱਛਦਾ ਹੀ ਨਹੀਂ ਮਹਾਰਾਜ। ਵੀ ਘਾਟ ਕਾਹਦੀ ਨਹੀਂ, ਜਿਹੜਾ ਸਾਡੇ ਤੋਂ ਪੈਂਚਰ ਲੱਗਾ ਨਹੀਂ, ਸਾਡੇ ਤੋਂ ਰੇਗਮਾਰ ਨਹੀਂ ਮਾਰ ਹੋਇਆ, ਕਿ ਉਹ ਸੋਲੂਸ਼ਨ ਜਿਹਾ ਹੁੰਦਾ ਲਾਲ ਜਿਹਾ, ਕੀ ਕਹਿੰਦੇ ਉਹਨੂੰ, ਆਹੋ ਵੀ ਮਤਲਬ ਉਹੀ ਸੋਲੂਸ਼ਨ ਵੀ ਅਗਲੇ ਨੂੰ ਤਾਂ ਆਪਾਂ ਤਿਆਰ ਕਰਕੇ ਆਈਡੀਓਲੋਜੀ ਸਮਝਾ ਕੇ ਅੱਗੇ ਤੋਰਨਾ। ਜਿਹੜੇ ਬੰਦੇ ਨੂੰ ਸ਼ੁਰੂ ਤੋਂ ਆਈਡੀਓਲੋਜੀ ਪਤਾ ਉਹਨੂੰ ਕਿਉਂ ਨਹੀਂ ਅੱਗੇ ਲਾਉਂਦੇ। ਦੇਖੋ ਸੰਧਾਲੀਆ ਸਾਹਿਬ, ਪਿਛਲੇ ਦਿਨੀ ਆਪਾਂ ਜ਼ਿਕਰ ਵੀ ਕੀਤਾ ਸੀ ਕਿ ਸੰਗਰੂਰ ਬਰਨਾਲੇ ਵਾਲੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਸਥਾਨਕ ਲੀਡਰਾਂ ਨੇ ਮੀਟਿੰਗ ਕੀਤੀ ਕਿ ਭਾਈ ਐਤਕੀ ਟਿਕਟ ਆਪਣਿਆਂ ਨੂੰ ਦੇ ਦਿਓ। ਉਹ ਕਹਿੰਦੇ ਜੀ ਸਾਨੂੰ ਪਤਾ ਲੱਗਾ ਕਿ ਬਾਹਰੋਂ ਬੰਦਾ ਲਿਆਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਅਸੀਂ ਉਸ ਗੱਲ ਨੂੰ ਜਿਹੜਾ ਉਹ ਬਰਦਾਸ਼ਤ ਕਰਨਾ ਸਾਡੇ ਲਈ ਔਖਾ ਕਿ ਹਰ ਵਾਰੀ ਬਾਹਰੋਂ। ਹੁਣ ਤੁਸੀਂ ਦੇਖੋ ਕਿ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੀ ਮੰਗ ਠੀਕ ਲੱਗਦੀ ਹੈ। ਸਾਰੇ ਪੰਜਾਬ ਦੇ ਵਿੱਚ 65 ਸੀਟਾਂ ਇਹਨਾਂ ਦੀਆਂ ਸੀ, 6-7 ਬੰਦੇ ਬਾਕੀ ਪਾਰਟੀਆਂ ਦੇ। ਕਹਿੰਦੇ ਜੇ ਤੁਹਾਡੇ ਲੜੇ 70 ਤੋਂ ਉੱਪਰ ਸੀਟਾਂ ਤੇ ਭਾਰਤੀ ਜਨਤਾ ਪਾਰਟੀ ਚੋਣ ਲੜੀ, 2 ਜਿੱਤੀਆਂ। ਦੋਨੇ ਬੰਦੇ ਪੁਰਾਣੇ ਭਾਰਤੀ ਜਨਤਾ ਪਾਰਟੀ ਦੇ, ਜਿਹੜੇ ਮੁਕੇਰੀਆਂ ਵਾਲੇ ਜੰਗੀ ਲਾਲ ਮਹਾਜਨ ਨੇ ਬੜੇ ਲੰਬੇ ਸਮੇਂ ਤੋਂ ਨੇ। ਟਿਕਟ ਮੈਨੂੰ ਲੱਗਦਾ ਉਹਨਾਂ ਨੂੰ ਪਹਿਲੀ ਵਾਰੀ ਮਿਲੀ ਹੈ, ਹਰ ਵਾਰੀ ਅਪਲਾਈ ਕਰਦੇ ਸੀ, ਟਿਕਟ ਨਹੀਂ ਸੀ ਮਿਲਦੀ, ਪਰ ਪੁਰਾਣੇ ਬੰਦੇ ਸੀ, ਲੋਕਾਂ ਜਿਤਾ ਤੇ। ਅਸ਼ਵਨੀ ਸ਼ਰਮਾ ਸਾਹਿਬ ਇੱਕ ਵਾਰੀ MLA ਵੀ ਰਹਿ ਚੁੱਕੇ, ਪਹਿਲਾਂ ਵੀ ਪ੍ਰਧਾਨ ਬਣੇ ਸੀ, ਹੁਣ ਫਿਰ ਪ੍ਰਧਾਨ ਬਣੇ, ਪੁਰਾਣੇ ਬੰਦੇ ਨੇ, ਲੋਕਾਂ ਜਿਤਾ ਤੇ। ਨਹੀਂ ਤਾਂ ਕੋਈ ਬੰਦਾ 5 ਦਿਨ ਪਹਿਲਾਂ, ਕੋਈ 10 ਦਿਨ ਪਹਿਲਾਂ, ਕੋਈ 20 ਦਿਨ ਪਹਿਲਾਂ ਉਹ ਪਾਰਟੀ ਸ਼ਾਮਲ ਹੁੰਦਾ, ਨਾਲੋਂ ਨਾਲ ਉਹਦੀ ਟਿਕਟ ਅਨਾਉਂਸ ਕਰ ਦਿੰਦੇ ਆ। ਇਹ ਤਾਂ ਸਾਰੀਆਂ ਹੀ ਪਾਰਟੀਆਂ ਨੂੰ ਸਮਝਣਾ ਚਾਹੀਦਾ। ਸ਼੍ਰੋਮਣੀ ਅਕਾਲੀ ਦਲ ਨੇ ਵੀ ਤਾਂ ਇਦਾਂ ਹੀ ਕੀਤਾ ਸੀ। ਤੁਸੀਂ ਦੇਖੋ ਅਨਿਲ ਜੋਸ਼ੀ ਸਾਹਿਬ ਨੂੰ ਟਿਕਟ, ਸੇਮ ਡੇ ਸੁਜਾਨਪੁਰ ਤੋਂ ਰਾਜਕੁਮਾਰ ਗੁਪਤਾ ਸਾਹਿਬ ਨੂੰ ਟਿਕਟ, ਅੰਮ੍ਰਿਤਸਰ ਤੋਂ ਟਿਕਟ, ਇਧਰਲੇ ਪਾਸੇ ਜਲੰਧਰੋਂ ਕਈਆਂ ਬੰਦਿਆਂ ਨੂੰ ਟਿਕਟਾਂ ਦਿੱਤੀਆਂ ਕਿ ਭਾਈ ਤੁਸੀਂ ਵੀ ਆ ਜਾਓ, ਤੁਸੀਂ ਵੀ ਆ ਜਾਓ। ਸਾਰੇ ਆਏ ਸੀ ਪਰ ਵਿਧਾਨ ਸਭਾ 'ਚ ਨਹੀਂ ਗਏ। ਹਾਂ, ਨਹੀਂ ਇਹ ਤੇ ਜ਼ਰੂਰ ਮੇਰੇ ਖਿਆਲ ਨਾਲ ਸਾਰੀਆਂ ਪੋਲੀਟੀਕਲ ਪਾਰਟੀ ਨੂੰ ਸੋਚਣਾ ਚਾਹੀਦਾ ਵੀ ਮਹਾਰਾਜ ਜੇ ਇਸੇ ਹਿਸਾਬ ਨਾਲ ਕੰਮ ਚੱਲਣਾ ਤੇ ਫਿਰ ਤੇ ਥੋੜਾ ਜਿਹਾ ਔਖਾ ਜੀ। ਹਾਂ, ਬਾਕੀ ਚਲੋ ਉਹਨਾਂ ਦੀ ਆਪਣੀ ਪਾਰਟੀ ਆ, ਉਹਨਾਂ ਦੀ ਪਾਰਟੀ 'ਚ ਦੋਵੇਂ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ। ਹੋ ਸਕਦਾ ਉਹ ਆਪਣੇ ਵਾਲੇ ਬੰਦਿਆਂ ਨੂੰ ਸਮਝਾਉਣ 'ਚ ਕਾਮਯਾਬ ਹੋ ਜਾਣ ਵੀ ਨਹੀਂ ਕੋਈ ਨਹੀਂ ਪਾਰਟੀ ਮਜ਼ਬੂਤ ਕਰੀਏ ਆਪਾਂ, ਤੁਸੀਂ ਤੇ ਨਾਲ ਹੀ ਹੋ ਜੀ, ਤੇ ਤੁਸੀਂ ਤੇ ਨਾਲ ਹੀ ਰਹਿਣਾ। ਇਹ ਉੱਦਾਂ ਹੀ ਹੋ ਗਿਆ ਨਾ ਵੀ ਜਿਹੜਾ ਬੱਸ 'ਚ ਬੰਦਾ ਬੈਠਾ, ਉਧਰੋਂ ਨਵੀਂ ਸਵਾਰੀ ਚੜ੍ਹ ਗਈ ਤਾਂ ਯਾਰ ਇੱਕ ਹੁਣ ਰੁਕ ਉੱਠੀ ਮੇਰਾ ਵੀਰੇ, ਆ ਬਹਿ ਲੈਣ ਦੇ ਯਾਰ ਮਾੜਾ, ਕੋਈ ਨਹੀਂ ਤੂੰ ਇੱਥੇ ਹੋ ਜਾ ਮੇਰਾ ਵੀ। ਉਹ ਵਿਚਾਰਾ ਪਹਿਲਾਂ ਇੱਕ ਚੰਗੀ ਸੀਟ ਤੇ ਫਿਰ ਸ਼ੀਸ਼ੇ ਨੂੰ ਹਟਾ ਕੇ ਫਿਰ ਵਿਚਾਲੇ ਤੋਂ ਬਾਅਦ ਕੋਈ ਨਹੀਂ ਤੂੰ ਅੱਗੇ ਆ ਜਾ, ਕੋਈ ਨਹੀਂ ਇੱਥੇ ਇੰਜਣ ਤੇ ਬਹਿ ਜਾਣ ਤੂੰ। ਉਹ ਵਿਚਾਰਾ ਇੰਜਣ ਤੇ ਵੀ ਬੈਠਾ ਰਹਿੰਦਾ ਵੀ ਚਲੋ ਕੋਈ ਗੱਲ ਨਹੀਂ ਮੈਂ ਬੈਠਾ ਤਾਂ ਹੈਗਾ। ਉਹਨੇ ਜਿਹਨੂੰ ਕੋਈ ਸਵਾਰੇ ਚੱਲ ਤੂੰ ਉੱਠ ਕੇ ਇੱਧਰ ਬਾਰੀ 'ਚ ਖਲੋ, ਹੁਣ ਤੂੰ ਛੱਡ ਖੜਾ। ਹੌਲੀ ਹੌਲੀ ਅਗਲੀ ਸਵਾਰੀ ਦਾ ਝੋਲਾ ਵੀ ਫੜਾਉਂਦੇ, ਬੀਬੀ ਆ ਚੱਲ ਝੋਲਾ ਫੜ ਲੈ ਇਹਦਾ। ਉਹ ਵਿਚਾਰਾ ਐ ਡੰਡਾ ਫੜਿਆ ਹੁੰਦਾ, ਦੂਜੇ ਮੋਢੇ ਤੇ ਝੋਲਾ ਟੰਗਿਆ ਹੁੰਦਾ, ਪੁੱਛਦਾ ਯਾਰ ਉੱਥੇ ਮੈਂ ਸੀ ਪਹਿਲਾਂ। ਆਹੋ ਉੱਥੇ ਮੈਂ ਬੈਠਾ ਤੇ ਮੇਰੇ ਨਾਲ ਪਤਾ ਨਹੀਂ ਆਇਆ ਉਹ ਕੀਤਾ। ਸ਼੍ਰੋਮਣੀ ਅਕਾਲੀ ਦਲ ਨੇ ਹਾਰ ਦੀ ਸਮੀਖਿਆ ਦੇ ਲਈ ਇੱਕ ਕਮੇਟੀ ਬਣਾਈ ਸੀ ਕਿ ਭਾਈ ਆਪਾਂ 3 ਸੀਟਾਂ ਤੇ ਕਿਉਂ ਆ ਗਏ। ਪਿਛਲੇ ਵਾਰੇ ਤਾਂ 14-15 ਸੀ, ਆਪਾਂ ਤਾਂ 14-15 ਤੋਂ 63 ਤੇ ਜਾਣਾ ਸੀ ਕਿ ਸਰਕਾਰ ਬਣਦੀ, ਆਪਾਂ 3 ਤੇ ਆ ਗਏ। ਬੜੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ, ਕਈ ਚੌਥੇ ਨੰਬਰ ਤੇ ਵੀ ਆਏ। ਕਿ ਗੱਲ ਕੀ ਹੈ? ਇਕਬਾਲ ਸਿੰਘ ਝੁੰਦਾ ਸਾਹਿਬ ਉਸ ਕਮੇਟੀ ਦੇ ਮੁਖੀਆ। ਹੁਣ ਉਹਨਾਂ ਨੇ ਸਾਰੇ ਜ਼ਿਲ੍ਹਿਆਂ 'ਚ ਗਏ, ਸੁਖਬੀਰ ਸਿੰਘ ਬਾਦਲ ਸਾਹਿਬ ਪ੍ਰਧਾਨ ਜੀ ਅੱਡ ਜਾਂਦੇ ਸੀ, ਵਰਕਰਾਂ ਤੋਂ ਪੁੱਛਿਆ, ਸਥਾਨਕ ਲੀਡਰਾਂ ਤੋਂ ਪੁੱਛਿਆ ਕਿ ਗੱਲ ਕੀ ਹੈ। ਇੱਕ ਤਾਂ ਉਹਦੇ ਵਿੱਚੋਂ ਇਹ ਨਿਕਲ ਕੇ ਸਾਹਮਣੇ ਆਇਆ ਕਿ ਭਾਈ ਪਾਰਟੀ ਜਿਹੜੀ ਹੈ ਵਰਕਰਾਂ ਦੀ ਪੁੱਛ-ਗਿੱਛ ਹੋਰ ਤਰੀਕੇ ਕਰੇ। ਦੂਸਰਾ ਇਹ ਨਿਕਲ ਕੇ ਆਇਆ ਕਿ ਸਰਕਾਰ ਹੁੰਦਿਆਂ ਵੀ ਕਈ ਫੈਸਲੇ ਐਸੇ ਕਰ ਲੈਣੇ ਚਾਹੀਦੇ ਸੀ ਜਿਹੜੇ ਨਹੀਂ ਕੀਤੇ ਗਏ, ਉਹਦੇ ਕਰਕੇ ਲੋਕਾਂ ਦੇ ਵਿੱਚ ਜਿਹੜਾ ਉਹ ਪਿਆਰ ਜਿਹਾ ਨਹੀਂ ਭਰ ਸਕਿਆ। ਤੀਸਰੇ ਪਾਸੇ ਲੀਡਰਸ਼ਿਪ ਦਾ ਸਵਾਲ ਜਿਹੜਾ ਉਹਦੀ ਵੀ ਚਰਚਾ ਚੱਲਦੀ ਸੀ
ਕਈ ਬੰਦੇ ਕਹਿੰਦੇ ਲੀਡਰਸ਼ਿਪ ਜ਼ਿੰਮੇਵਾਰ ਹੈ, ਕਈ ਕਹਿੰਦੇ ਲੀਡਰਸ਼ਿਪ ਥੋੜੀ ਯਾਰ ਉਹ ਹਨੇਰੀ ਸੀ, ਐਤਕੀ ਹਨੇਰੀ 'ਚ ਉੜ ਗਿਆ ਸਾਰੇ, ਕੋਈ ਗੱਲ ਨਹੀਂ। ਹੁਣ ਉਸ ਬਾਬਤ ਵੀ ਪਤਾ ਲੱਗਾ ਕਿ ਜੇ ਕੋਈ ਬੰਦਾ ਇਹ ਲੀਡਰਸ਼ਿਪ ਤੇ ਸਵਾਲ ਵੀ ਕਰਦਾ ਸੀ ਤਾਂ ਉਹ ਕਹਿੰਦੇ ਬਦਲ ਦੱਸੋ ਕਿਹੜਾ, ਉਹ ਕਿਹੜਾ ਬੰਦਾ ਜਿਹਨੂੰ ਸਾਰੇ ਪੰਜਾਬ ਦੇ ਵਿੱਚ ਲੋਕ ਪਸੰਦ ਕਰਦੇ ਹੋਣ, ਜਾਂ ਜਿਹੜਾ ਸਾਰੇ ਪੰਜਾਬ 'ਚ ਜਾ ਕੇ ਰੈਲੀਆਂ ਕਰ ਸਕੇ। ਇਸ ਕਰਕੇ ਉਹ ਸਮੀਖਿਆ ਕਮੇਟੀ ਜਿਹੜੀ ਹੈ ਹਾਰ ਦੀ ਸਮੀਖਿਆ ਕਰਨ ਵਾਲੀ, ਉਹਦੀ ਰਿਪੋਰਟ ਤਾਂ ਤਿਆਰ ਆ, ਪਰ ਉਹ ਰਿਪੋਰਟ ਕੋਈ ਬਹੁਤ ਵੱਡੀ ਤਬਦੀਲੀ ਲਿਆ ਸਕੂਗੀ, ਅਸੀਂ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ। ਨਹੀਂ, ਉਹਦੇ ਤੇ ਵੀ ਰੌਲਾ ਰੱਪਾ ਜਿਹਾ ਤਾਂ ਹੈਗਾ, ਕਿਉਂਕਿ ਕਾਰਨ ਆ ਨਾ ਵੀ ਰਿਪੋਰਟ ਤਾਂ ਸਹੀ ਮੰਨੀ ਜਾਊਗੀ ਵੀ ਜੇ ਬਹੁਮਤ ਉਹਦੇ ਵਿੱਚ ਹੋਵੇ ਵੀ ਯਾਰ ਜੋ ਰਿਪੋਰਟ 'ਚ ਲਿਖਿਆ ਦਰੁਸਤ ਹੈ ਜੀ, ਵੀ ਇਹ ਸਹੀ ਹੈ। ਪਰ ਹੁਣ ਜੋ ਸੁਣਨ 'ਚ ਆ ਰਿਹਾ, ਬਾਕੀ ਤਾਂ ਚਲੋ ਅਕਾਲੀ ਦਲ ਜਾਂ ਉਹਦੀ ਲੀਡਰਸ਼ਿਪ ਨੂੰ ਆਪ ਨੂੰ ਪਤਾ ਹੋਊਗਾ ਵੀ ਅੰਦਰ ਖਾਤੇ ਕਿਹਾ ਜਾ ਰਿਹਾ ਵੀ ਉਹ ਜਿਹੜੇ ਪੁਆਇੰਟ ਉਹਦੇ 'ਚ ਕਹੇ ਗਏ ਆ ਵੀ ਜਿੱਦਾਂ ਹੁਣ ਆਪਾਂ ਕਹਿ ਦਈਏ ਵੀ ਦੇਖੋ ਕਾਰਨ ਆ ਵੀ ਬਾਠ ਇਹ ਵੀਰੇ ਜਿਹੜਾ ਕੱਪ ਆ ਨਾ ਤੇਰਾ, ਇਹਦਾ ਕਰਕੇ ਨੁਕਸ ਪਿਆ ਜੀ, ਤੇ ਤੁਸੀਂ ਲੈ ਇਹਦਾ ਕਰਕੇ ਕਿਉਂ ਪਿਆ, ਤੂੰ ਵੀ ਤਾਂ ਕੱਪ ਉੱਧਰ ਰੱਖਿਆ ਹੀ ਆ। ਆਹ ਜਿਹੜਾ ਇੱਕ ਮੁਸ਼ਕਲ ਆ ਗਈ ਵੀ ਜਿਹੜੀ ਚੀਜ਼ ਦੇ ਉੱਪਰ ਕਿਹਾ ਜਾਂਦਾ ਵੀ ਇਸ ਕਾਰਨ ਕਰਕੇ ਪਾਰਟੀ ਨੂੰ ਨੁਕਸਾਨ ਹੋਇਆ, ਉਸੇ ਚੀਜ਼ ਦਾ ਕਾਊਂਟਰ ਦੇਣ ਵਾਲੇ ਉਹ ਵੀ ਲੋਕ ਉਹਦੇ ਵਿੱਚ ਮੌਜੂਦ ਨੇ। ਹੁਣ ਮੇਰੇ ਖਿਆਲ ਨਾਲ ਇੱਕ ਰਿਪੋਰਟ ਆ ਗਈ, ਰਿਪੋਰਟ ਪੇਸ਼ ਹੋਈ, ਹੋ ਸਕਦਾ ਕੋਰ ਕਮੇਟੀ ਗੱਲ ਕਰੇ ਜਾਂ ਉੱਪਰ ਸੀਨੀਅਰ ਲੀਡਰਸ਼ਿਪ ਗੱਲ ਕਰੇ, ਫਿਰ ਡਿਸੀਜਨ ਮੇਕਿੰਗ ਹੋਵੇ ਵੀ ਯਾਰ ਇਹਦੇ 'ਚੋਂ ਕਿਹੜੀ ਗੱਲ ਕਿੰਨੇ % ਸਹੀ ਆ ਤੇ ਉਹਨੂੰ ਚੇਂਜ ਕਿਵੇਂ ਕਰਦੀ ਆ ਅਕਾਲੀ ਦਲ ਜਾਂ ਅਕਾਲੀ ਦਲ ਦੀ ਲੀਡਰਸ਼ਿਪ, ਉਹਦੇ ਤੇ ਮੇਰੇ ਖਿਆਲ ਨਾਲ ਜ਼ਿਆਦਾ ਇਹ ਚੀਜ਼ ਡਿਪੈਂਡ ਕਰਨੀ ਵੀ ਗਾਂ ਹੁਣ ਪਾਰਟੀ ਦਾ ਭਵਿੱਖ ਕੀ ਹੋਊਗਾ। ਨਹੀਂ ਜ਼ਰੂਰੀ ਹੈ ਜੀ। ਦੇਖੋ ਅਸੀਂ ਤਾਂ ਕਹਿੰਦੇ ਆ ਕਿ ਸਾਰੀਆਂ ਪਾਰਟੀਆਂ ਕਾਂਗਰਸ, ਅਕਾਲੀ ਦਲ, ਭਾਜਪਾ ਮਜ਼ਬੂਤ ਹੋਣ, ਸੱਤਾਧਾਰੀ ਤੇ ਜ਼ਾਬਤੇ 'ਚ ਫੇਰ ਹੀ ਰਹਿੰਦੀ ਹੈ ਜੇ ਮਜ਼ਬੂਤੀ ਹੋਵੇ। ਤੇ ਜੇ ਵਿਰੋਧੀ ਪਾਰਟੀਆਂ ਖਿਲ ਰਹੀਆਂ ਰਹਿਣਗੀਆਂ, ਆਪਸ ਦੇ ਵਿੱਚ ਹੀ ਨਹੀਂ ਬਣੂਗੀ, ਲੀਡਰਸ਼ਿਪ ਦਾ ਸਵਾਲ ਰਹੂਗਾ, ਫਿਰ ਕੰਮ ਖਰਾਬ ਹੋ ਜਾਂਦਾ। ਫਿਰ ਸਰਕਾਰਾਂ ਦੇ ਉੱਤੇ ਚੈੱਕ ਰੱਖਣ ਵਾਲਾ ਕੋਈ ਨਹੀਂ ਹੁੰਦਾ। ਹੁਣ ਸੰਧਾਲੀਆ ਸਾਹਿਬ ਤੁਸੀਂ ਦੇਖੋ ਕਿ ਕਈ ਤਰ੍ਹਾਂ ਦੇ ਬੰਦੇ ਨੇ ਦੁਨੀਆ 'ਚ। ਇੱਕ ਪਾਸੇ ਤਾਂ ਤੁਹਾਨੂੰ ਕਿਤੇ ਕਹੀਏ ਜੀ ਆਹ ਰੋਟੀ ਆ, ਤੇ ਕਹਿੰਦੇ ਮੈਂ ਨਹੀਂ ਦਾਲ ਖਾਣੀ, ਮੈਂ ਆਹ ਚੀਜ਼ ਨਹੀਂ ਖਾਂਦਾ। ਕਈ ਸੀਮਾਵਾਂ ਨੇ ਤੁਹਾਡੀਆਂ, ਖਾਣ ਵਾਲੇ ਕਹਿੰਦੇ ਨੋਟ ਹੀ ਖਾ ਜਾਂਦੇ ਆ। ਹੁਣ ਮੋਗੇ ਦੇ ਨੇੜਲਾ ਪਿੰਡ ਹੈ ਚੂੜਚੱਕ, ਉੱਥੇ ਕਹਿੰਦੇ ਜੇ ਇੱਕ ਮੀਟਰ ਰੀਡਰ, ਵੈਸੇ ਇੱਥੇ ਮੈਂ ਪਹਿਲਾਂ ਹੀ ਬੇਨਤੀ ਕਰਦੇ ਹਾਂ ਕਿ ਮੀਟਰ ਰੀਡਰ ਕਈ ਕਿਸਮਾਂ ਦੇ ਨੇ, ਕਈ ਕੰਪਨੀਆਂ ਵਾਲੋਂ ਨੇ, ਕਈ ਕੰਪਨੀਆਂ ਨੇ ਆਊਟਸੋਰਸ ਕੀਤੇ ਆ, ਕਈ ਸਰਕਾਰ ਨੇ ਕੰਟਰੈਕਟ ਤੇ ਰੱਖਿਆ। ਅਸੀਂ ਨਹੀਂ ਕਹਿੰਦੇ ਬਹੁਤੇ ਮੀਟਰ ਰੀਡਰ ਚੰਗੇ ਨੇ, ਇਮਾਨਦਾਰ ਨੇ, ਤਨਖਾਹਾਂ ਭਾਵੇਂ ਘੱਟ ਨੇ, ਅਸੀਂ ਤਾਂ ਚਾਹੁੰਦੇ ਹਾਂ ਤਨਖਾਹਾਂ ਪੂਰੀਆਂ ਮਿਲਣ। ਪਰ ਕਹਿੰਦੇ ਜੀ ਇੱਕ ਮੀਟਰ ਰੀਡਰ ਉੱਥੇ ਗਿਆ, ਉਹ ਕੰਪਨੀ ਨੇ ਆਊਟਸੋਰਸ ਕੀਤਾ ਸੀਗਾ, ਬਾਹਰੋਂ ਸੇਵਾਵਾਂ ਲੈਂਦੇ ਸੀ ਉਹਦੀਆਂ, ਤੇ ਬਾਹਰ ਨੇ ਮੀਟਰ ਉੱਥੇ ਫਿਰ ਘਰ ਜਾ ਕਹਿੰਦੇ ਜੀ ਤੁਹਾਡਾ ਮੀਟਰ ਖਰਾਬ ਹੈ, ਤੁਸੀਂ ਤਾਂ ਹੌਲੀ ਕੀਤਾ, ਤੁਹਾਨੂੰ ਤਾਂ ਜੁਰਮਾਨਾ ਹੀ ਲੱਖਾਂ 'ਚ ਪੈ ਜੂ। 1000 'ਚ ਉਹਨੇ ਫਿਰ ਗੱਲ ਨਿਬੇੜ ਲਈ ਕਿ ਮੈਂ ਤਾਂ ਨਹੀਂ ਗੱਲ ਕਰਦਾ। ਉਹਨਾਂ ਨੇ ਵੀ ਸਲਾਹ ਬਣਾ ਲਈ ਵੀ ਕੋਈ ਗੱਲ ਨਹੀਂ, ਵੀਡੀਓ ਬਣਾਉਂਦੇ ਆ, ਸਰਕਾਰ ਕਹਿੰਦੀ ਤਾਂ ਹੈ ਕੋਈ ਸਬੂਤ ਦਿਓ। ਜਦੋਂ ਉਹਨੇ ਦੇਖਿਆ 1000 ਰੁਪਈਆ ਫੜ ਲਿਆ ਕਿ ਭਾਈ ਇਹਦਾ ਵੀਡੀਓ ਬਣਾਈ ਆ, ਤੇ ਦੋਨੇ ਹੀ ਨੋਟ ਉਹਨੇ ਮੂੰਹ 'ਚ ਪਾ ਲਏ, ਲਾਪਿਆ ਚੱਬਣ। ਫਿਰ ਪਿੰਡਾਂ ਵਾਲੇ ਵੀ ਤੁਹਾਨੂੰ ਪਤਾ ਕੈੜੇ ਜਿਹੇ ਹੁੰਦੇ ਬੰਦੇ, ਉਹਨਾਂ ਨੇ ਦੋ ਨੇ ਬਾਹਾਂ ਫੜੀਆਂ, ਇੱਕ ਨੇ ਧੌਣ ਤੋਂ ਫੜ ਕੇ, ਇੱਕ ਨੇ ਫਿਰ ਮੂੰਹ 'ਚ ਉਂਗਲੀ ਪਾ ਕੇ ਨੋਟ ਹੀ ਕੱਢ ਲਏ। ਉਹਨਾਂ ਨੂੰ ਹੋਣਾ ਵੀ ਮੈਂ ਹੁਣ ਸਬੂਤ ਜਿਹੜਾ ਮਿਟਾ ਦਿਆਂ ਜੀ, ਪਰ ਹੁਣ ਗੱਲ ਇਹ ਆ ਵੀ ਉਹ ਸਬੂਤ ਵੀ ਤੇ ਅੰਦਰ ਹੀ ਚਲਾ ਗਿਆ ਨਾ, ਨਾਲ ਦੀ ਨਾਲ ਪਤਾ ਲੱਗ ਗਿਆ ਵੀ ਹਾਂ ਭਾਈ ਸਾਹਿਬ ਆ ਨੋਟ ਕਿੱਧਰ ਨੂੰ ਜਾਂਦੇ ਆ। ਪਰ ਇੱਕ ਚੀਜ਼ ਹੈ ਵੀ ਇਹ ਜਿਹੜੀ ਚੀਜ਼ ਸ਼ੁਰੂ ਹੋਈ ਸੀ ਉਦੋਂ ਜੋ ਬੜਾ ਇਸ ਚੀਜ਼ ਦਾ ਰੌਲਾ ਪਿਆ ਸੀ ਵੀ ਸ਼ਾਇਦ ਇਹਦੇ ਨਾਲ ਫਰਕ ਪੈ ਜੇ, ਪਰ ਇਹਦਾ ਮਤਲਬ ਇਹ ਹੋ ਗਿਆ ਵੀ ਜਾਂ ਤੇ ਬਹੁਤੇ ਲੋਕ ਇਸ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ ਹੈਗੇ ਵੀ ਯਾਰ ਇਹਦੇ ਨਾਲ ਕੋਈ ਫਰਕ ਪੈ ਜੂ ਜੀ, ਜਾਂ ਫਿਰ ਇਹ ਹੋ ਸਕਦਾ ਵੀ ਉਹ ਨੰਬਰ ਜਾਰੀ ਹੋਣ ਤੋਂ ਬਾਅਦ, ਸਾਰਾ ਕੁਝ ਹੋਣ ਤੋਂ ਬਾਅਦ ਕੰਮ ਚੱਲਦਾ ਹੋਵੇ ਆਲਰੇਡੀ ਵੀ 100 200 400 500 ਐਂਡ ਰੂਟੀਨ 'ਚ ਹੀ ਬੰਦੇ ਨੇ ਕਹਿਤਾ ਹੋਵੇ ਵੀ ਉਹ ਠੀਕ ਉੱਪਰ ਚੱਲਦੇ ਚੁਲਦੇ ਹੁੰਦੀਆਂ ਗੱਲਾਂ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਵੀ ਜੇ ਉਹ 1000 ਰੁਪਈਆ ਦੇਣ ਵਾਲੇ ਨਾ ਵੀਡੀਓ ਬਣਾਉਂਦੇ ਫਿਰ ਤੇ ਕੰਮ ਚੱਲ ਹੀ ਗਿਆ ਸੀ, ਚੱਲ ਗਿਆ ਸੀ। ਫਿਰ ਨਾ ਤੁਸੀਂ ਗੱਲ ਕਰਨੀ ਨਾ ਮੈਂ ਕਰਨੀ, ਤੇ ਅੱਜ ਹੋ ਸਕਦਾ ਵੀ ਹੋਰ ਉਹ ਕਿਸੇ ਘਰ ਦਾ ਬੂਹਾ ਖੜਕਾ ਕਹਿੰਦੇ ਵੀ ਭਾਜੀ ਆ ਠੀਕ ਨਹੀਂ ਚੱਲਦਾ ਮੀਟਰ, ਉਹ ਕਹਿੰਦੇ ਕਿੱਦਾਂ ਹੋ, ਫਿਰ ਇਹ ਵੀ ਚਲਾ ਦਿਆਂਗੇ, ਹੁਣ ਤੁਸੀਂ ਦੱਸੋ ਕਿੱਦਾਂ ਕਰਨੀ। 1.5 ਸਾਲ ਦਾ ਖਰਚ ਪੈਣਾ ਤੁਹਾਨੂੰ, ਇਹ 2-2.5 ਲੱਖ ਤੋਂ ਥੱਲੇ ਤੋਂ ਨਹੀਂ ਹੋਣਾ, ਫਿਰ 5000 ਤੇ ਗੱਲ ਮੁੱਕ ਜਾਣੀ ਹੈ। ਸਾਰੇ ਨਹੀਂ ਕਰਦੇ, ਜੇ ਕੋਈ ਕਰਦਾ ਸਾਰੇ ਭਾਈਚਾਰੇ ਨੂੰ ਆਪਾਂ ਮੀਟਰ ਰੀਡਰਾਂ ਨੂੰ ਨਹੀਂ ਕਹਿੰਦੇ ਭਾਈ ਤੁਹਾਡੇ, ਸਾਰੇ ਮਹਿਕਮੇ ਦੀ ਗੱਲ ਕਰ ਲਓ ਆਪਾਂ, ਸਾਰੇ ਮਹਿਕਮੇ ਦੀ ਕਰ ਲਓ, ਸਾਰੇ ਮਹਿਕਮੇ ਦੀ ਆਪਾਂ ਗੱਲ ਕਰ ਸਕਦੇ ਹਾਂ ਵੀ ਮਤਲਬ ਜਿਹੜੇ ਬੰਦੇ ਨੂੰ ਅਜੇ ਵੀ ਲੱਗਦਾ ਵੀ ਯਾਰ ਇਹ ਇਦਾਂ ਹੀ ਆ, ਥੋੜਾ ਜਿਹਾ ਜ਼ਰੂਰ ਸੋਚੇ ਯਾਰ। ਕਦੇ ਨਾ ਸੰਧਾਲੀਆ ਸਾਹਿਬ ਅਦਾਲਤਾਂ ਐਸੇ ਫੈਸਲੇ ਕਰਦੀਆਂ ਜਿਨ੍ਹਾਂ ਫੈਸਲਿਆਂ ਤੋਂ ਦੇਖ ਕੇ ਲੱਗਦਾ ਕਿ ਭਾਈ ਯਕੀਨ ਅਜੇ ਹੈਗਾ। ਤੁਸੀਂ ਦੇਖੋ ਕਿ 34 ਪੁਲਿਸ ਕਾਂਸਟੇਬਲ ਉੱਤਰ ਪ੍ਰਦੇਸ਼ ਦੇ, ਉਹ ਇਲਾਹਾਬਾਦ ਹਾਈ ਕੋਰਟ ਗਏ। ਇਲਾਹਾਬਾਦ ਹਾਈ ਕੋਰਟ ਜਾ ਕੇ ਕਹਿੰਦੇ ਜੀ ਸਾਨੂੰ ਜ਼ਮਾਨਤ ਦੇ ਦਿਓ, ਕਿ ਠੀਕ ਹੈ ਅਦਾਲਤ ਨੇ ਸਾਨੂੰ ਸਜ਼ਾ ਸੁਣਾਤੀ ਹੈ ਜਾਂ ਸਾਨੂੰ ਦੋਸ਼ੀ ਕਰਾਰ ਦਿੱਤਾ, ਸਾਨੂੰ ਜ਼ਮਾਨਤ ਦਿਓ। ਜੱਜ ਸਾਹਿਬ ਕਹਿੰਦੇ ਜੀ ਤੁਹਾਨੂੰ ਜ਼ਮਾਨਤ ਨਹੀਂ ਮਿਲ ਸਕਦੀ। ਹੁਣ ਕੇਸ ਕੀ ਸੀ? 1991 'ਚ ਤੁਸੀਂ ਪਿੱਛੇ ਨੂੰ ਜਾਓ, 22 ਤੋਂ 12, 12 ਤੋਂ 2, 2 ਤੋਂ 92, ਜਾਨੀ ਕਿ 31 ਸਾਲ ਹੋ ਗਏ। 31 ਸਾਲ ਪੁਰਾਣਾ ਕੇਸ ਹੋਵੇ ਤੇ ਉੱਥੇ ਦੋਸ਼ ਕੀ ਲੱਗਾ ਸੀ ਕਿ ਕੁਝ ਸਿੱਖ ਸ਼ਰਧਾਲੂ ਜਿਹੜੇ ਆ ਉਹ ਪਟਨਾ ਸਾਹਿਬ ਤੱਕ ਗਏ ਗੁਰੂ ਧਾਮਾਂ ਦੇ ਦਰਸ਼ਨ ਕਰਨ ਦੇ ਲਈ ਕਿ ਭਾਈ ਉੱਥੇ ਚੱਲਦੇ ਆ। ਵਾਪਸ ਆਉਂਦੇ ਸੀ ਤਾਂ ਬੱਸ ਦੇ ਵਿੱਚੋਂ ਕੱਢ ਕੇ ਪੀਲੀ ਭੀਤ ਦੇ ਵਿੱਚ 10 ਸਿੱਖਾਂ ਦਾ ਕਤਲ ਕਰ ਦਿੱਤਾ, ਮੁਕਾਬਲਾ ਬਣਾ ਕੇ ਤਾਂ ਜੀ ਅੱਤਵਾਦੀ ਹੈ ਤਾਂ ਜੀ ਆਓ।
ਚਲੋ ਕੇਸ ਚੱਲਿਆ, ਪਰਚਾ ਦਰਜ ਹੋਇਆ, ਲੰਬਾ ਸਮਾਂ ਹੁਣ ਜਾਂ ਪਿੱਛੇ ਜਾ ਕੇ ਸਜ਼ਾਵਾਂ ਹੋਈਆਂ ਤੇ 34 ਪੁਲਿਸ ਕਾਂਸਟੇਬਲ 34 10 ਬੰਦਿਆਂ ਦੇ ਕਤਲ ਦੇ ਲਈ ਉਹ ਦੋਸ਼ੀ ਕਰਾਰ ਦਿੱਤੇ, ਚੱਕ ਕੇ ਅੰਦਰ ਦੇ ਦਿੱਤੇ। ਉਹਨਾਂ ਨੇ ਇਲਾਹਾਬਾਦ ਹਾਈ ਕੋਰਟ ਜਾ ਕੇ ਪਟੀਸ਼ਨ ਪਾਤੀ ਜੀ, ਉਹ ਦੇਖੋ ਅਪਰਾਧਿਕ ਵਿਰਤੀ ਵਾਲੇ ਬੰਦੇ ਸੀ। ਬੜੇ ਲੋਕਾਂ ਨੂੰ ਲੱਗਿਆ ਕਿ ਭਾਈ ਜੇ ਜ਼ਮਾਨਤ ਮਿਲ ਗਈ ਤਾਂ ਫਿਰ ਇਹ ਤਾਂ ਬੰਦੇ ਬਾਹਰ ਤੁਰੇ ਫਿਰਨਗੇ, ਲੋਕਾਂ ਨੂੰ ਕਹਿਣਗੇ ਕਿ ਭਾਈ ਸਾਡਾ ਕੀ ਕਰ ਲਿਆ। ਜੱਜ ਸਾਹਿਬ ਨੇ 34 ਦੇ 34 ਪੁਲਿਸ ਕਾਂਸਟੇਬਲ ਜਿਹੜੇ ਉਹਨਾਂ ਨੂੰ ਜ਼ਮਾਨਤ ਦੇਣ ਤੋਂ ਨਾ ਕਰਤੀ ਤੇ ਕਿਹਾ ਕੀ, ਕਹਿੰਦੇ ਜੀ ਠੀਕ ਹੈ, ਤੁਹਾਡੇ ਕੋਲੇ ਤਰਕ ਹੋ ਸਕਦਾ ਕਿ ਜਿਹੜੇ ਅਸੀਂ 10 ਬੰਦੇ ਮਾਰੇ ਆ ਕਿ ਜੋ ਅਸੀਂ ਕਹਿੰਦੇ ਜੀ ਹੋ ਸਕਦਾ ਉਹਨਾਂ ਨੇ ਕੋਈ ਅਪਰਾਧ ਕੀਤਾ ਹੋਵੇ, ਉਹਨਾਂ ਦੇ ਵਿੱਚੋਂ ਕੋਈ ਛੋਟੇ-ਮੋਟੇ ਅਪਰਾਧ ਦੀ ਵਿਰਤੀ ਵਾਲਾ ਵੀ ਹੋਵੇ, ਪਰ ਤੁਹਾਨੂੰ ਕੋਈ ਹੱਕ ਨਹੀਂ ਹੈ ਕਿ ਕਿਸੇ ਨੂੰ ਕਤਲ ਕਰ ਦਿਓ, ਮਾਰ ਦਿਓ। ਉਹਨਾਂ ਦੇ ਪਰਚਾ ਕਰਦੇ, ਜੇ ਤੁਹਾਡੇ ਕਾਬੂ ਆ ਹੀ ਗਏ ਸੀ, ਉਹਨਾਂ ਨੂੰ ਅਦਾਲਤ ਦੇ ਵਿੱਚ ਲੈ ਕੇ ਆਉਂਦੇ, ਉੱਥੇ ਸਬੂਤ ਪੇਸ਼ ਕਰਦੇ, ਅਦਾਲਤ ਨੂੰ ਸਜ਼ਾ ਦਿੰਦੀ, ਤੁਹਾਡੇ ਕੋਲ ਰਾਈਟ ਕੋਈ ਨਹੀਂ ਸੀ। ਇਸ ਕਰਕੇ ਜਿਹੜਾ ਤੁਸੀਂ ਕਰੂਰ ਵਿਵਹਾਰ ਉੱਥੇ ਕੀਤਾ ਹੈ, ਉਹਨੂੰ ਦੇਖ ਕੇ ਤੁਸੀਂ ਜ਼ਮਾਨਤ ਦੇ ਹੱਕਦਾਰ ਨਹੀਂ, ਅੰਦਰ ਚਲੋ। ਆਹ ਨਹੀਂ ਗੱਲ ਇਹ ਆ ਵੀ ਇਹ ਜਿਹੜੇ ਕਦੀ ਫੈਸਲੇ ਆਉਂਦੇ ਇਸ ਤਰ੍ਹਾਂ ਦੇ, ਇਹਨਾਂ ਫੈਸਲਿਆਂ ਦੇ ਉੱਪਰ ਇੱਕ ਤਰ੍ਹਾਂ ਜਿਹੜਾ ਆਮ ਬੰਦਾ ਜੀ ਉਹਦਾ ਮਨ ਤੇ ਵੱਜਦਾ ਵੀ ਯਾਰ ਕਾਨੂੰਨ ਹੈਗਾ, ਕਾਨੂੰਨ ਆਪਣਾ ਕੰਮ ਕਰਦਾ। ਬਾਕੀ ਜਿਸ ਸਮੇਂ ਦੀ ਇਹ ਗੱਲ ਦੱਸਦੇ ਆ, ਮੇਰੇ ਖਿਆਲ ਨਾਲ ਉਹ ਸਮਾਂ ਜਾਂ ਉਹ ਤੋਂ ਵੀ ਆਪਾਂ ਚੰਦ ਸਾਲ ਪਿੱਛੇ ਚਲੇ ਜਾਈਏ, ਉਦੋਂ ਬਹੁਤ ਇਸ ਚੀਜ਼ ਦੇ ਬਾਰੇ 'ਚ ਗੱਲਾਂ ਹੁੰਦੀਆਂ ਸੀ। ਭਾਵੇਂ ਆਪਾਂ ਪੰਜਾਬ ਦੀ ਗੱਲ ਕਰ ਲਈਏ ਵੀ ਉੱਥੇ ਆਹ ਹੋ ਗਿਆ ਜੀ, ਉੱਥੇ ਆਹ ਹੋ ਗਿਆ, ਫਿਰ ਅਜੇ ਵੀ ਆਪਾਂ ਨੂੰ ਕਈ ਥਾਵਾਂ ਤੋਂ ਕੇਸ ਮਿਲ ਜਾਂਦੇ ਜਿੱਥੇ ਉਹ ਚਰਚਾਵਾਂ ਚੱਲ ਜਾਂਦੀਆਂ, ਤਰੱਕੀਆਂ ਸਟਾਰਾਂ ਦੀਆਂ ਗੱਲਾਂ ਬਾਤਾਂ। ਜੀ ਹੋ ਸਕਦਾ ਉਹ ਤਰੱਕੀਆਂ ਸਟਾਰਾਂ ਵਾਲੀ ਜਿਹੜੀ ਵਾਹ ਚੱਲੀ ਸੀ ਉਹ ਵਗਦੀ UPL ਨੂੰ ਵੀ ਚੱਲ ਗਈ ਹੋਵੇ ਤੇ ਅਗਲੇ ਨੇ ਵੀ ਆਖਿਆ ਵੀ ਯਾਰ ਇਸ ਕੰਮ ਦੇ ਵਿੱਚ ਤਰੱਕੀ ਹੋ ਜਾਂਦੀ। ਰਾਹ ਉਹ ਜਿਹੜਾ ਵੀ ਸੀਗਾ ਉਦੋਂ ਗਲਤ ਸੀਗਾ। ਹਾਂ ਇਹ ਗੱਲ ਹੈਗੀ ਵੀ 3 ਦਹਾਕਿਆਂ ਤੋਂ ਵੱਧ ਸਮਾਂ ਲੱਗ ਗਿਆ ਉਹਨੂੰ ਗਲਤ ਨੂੰ ਗਲਤ ਕਹਿਣ ਤੇ ਅਜੇ ਵੀ ਅਗਲੇ ਬੰਦੇ ਕੋਸ਼ਿਸ਼ ਕਰਦੇ ਕਿ ਬਾਹਰ ਆ ਜਾਈਏ। ਬਾਕੀ ਸੰਧਾਲੀਆ ਸਾਹਿਬ, ਬੀਤੇ ਕੱਲ ਵੀ ਆਪਾਂ ਗੱਲ ਕੀਤੀ ਸੀ ਕਿ ਓਮ ਪ੍ਰਕਾਸ਼ ਚੌਟਾਲਾ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ, ਇੰਡੀਅਨ ਨੈਸ਼ਨਲ ਲੋਕ ਦਲ ਦੇ ਸਭ ਤੋਂ ਵੱਡੇ ਲੀਡਰ, ਕਿ ਉਹਨਾਂ ਨੂੰ ਪਹਿਲਾਂ ਤਾਂ ਚਲੋ JBT ਅਧਿਆਪਕ ਭਰਤੀ ਘੁਟਾਲੇ ਦੇ ਵਿੱਚ 10 ਸਾਲ ਦੀ ਸਜ਼ਾ ਮਿਲੀ ਸੀ, ਭੁਗਤਿਆ ਜਾਂ ਜਿੰਨੀ ਕੁ ਭੁਗਤਣੀ ਸੀ। ਫਿਰ ਕਿ ਤੁਸੀਂ ਵਸੀਲਿਆਂ ਤੋਂ, ਸੋਰਸਸ ਤੋਂ ਵੱਧ ਆਮਦਨ ਕਿੱਦਾਂ, ਰੁਪਈਏ ਕਿੱਥੋਂ ਇਕੱਠੇ ਕਰ ਲੈ। ਆ ਥੋੜੇ ਦਿਨ ਪਹਿਲਾਂ ਉਹਦੇ ਵਿੱਚ ਵੀ ਦੋਸ਼ੀ ਕਰਾਰ ਦੇ ਦਿੱਤਾ ਸੀ ਕਿ ਭਾਈ ਸਜ਼ਾ ਦਿੰਨੇ ਆ। ਬੀਤੇ ਕੱਲ ਸਜ਼ਾ ਮਿਲ ਜਾਣੀ ਸੀ, ਪਰ ਅਦਾਲਤ 'ਚ ਉਹਨਾਂ ਨੇ ਕਿਹਾ ਜੀ ਮੈਨੂੰ ਤਾਂ ਸਰੀਰਕ ਸਮੱਸਿਆਵਾਂ ਨੇ, ਮੈਨੂੰ ਘੱਟ ਤੋਂ ਘੱਟ ਸਜ਼ਾ ਦਿੱਤੀ ਜਾਵੇ, ਆਹ ਸਾਰੀਆਂ ਚੀਜ਼ਾਂ ਕਹੀਆਂ। ਅੱਜ ਹੁਣ ਅਦਾਲਤ ਉਹਨਾਂ ਦੀ ਸਜ਼ਾ ਤੈਅ ਕਰੂ ਕਿ ਤੁਹਾਨੂੰ ਕਿੰਨੇ ਸਾਲ ਅੰਦਰ ਰਹਿਣਾ ਪਊਗਾ। ਹੁਣ ਇਹ ਵੀ ਪਤਾ ਲੱਗਾ ਕਿ ਉਹਨਾਂ ਦੇ ਟੱਬਰ ਦੇ ਕੁਝ ਹੋਰ ਬੰਦੇ ਵੀ ਡਿੱਕੇ ਆ ਸਕਦੇ ਆ, ਉਹ ਵੀ ਜਾਂਚ ਦੇ ਘੇਰੇ ਦੇ ਵਿੱਚ ਹੈ। ਤੇ ਜੇ ਇੱਕ ਅੱਧਾ ਬੰਦਾ ਹੋਰ ਅੰਦਰ ਚਲ ਗਿਆ ਤਾਂ ਫਿਰ ਸਿਆਸਤ ਤਾਂ ਔਖੀ ਹੋ ਜੂ, ਅਗਲੇ ਅੱਗੇ ਨਹੀਂ ਬੱਟੋ ਬੱਟ ਪੈਣ ਦਿੰਦੇ। ਹਾਂ ਨਹੀਂ ਇਹ ਤਾਂ ਗੱਲ ਹੈਗੀ ਆ ਵੀ ਉਹ ਆਂਦੇ ਹੋਣੇ ਵੀ ਯਾਰ ਚਲੋ ਸ਼ੁਕਰ ਹੈ ਵੀ ਮੈਂ 9.5 ਸਾਲ ਕੱਟ ਕੇ ਆ ਗਿਆ ਸੀ, ਉਹਨਾਂ ਨੇ ਉੱਥੇ ਅੰਦਰ ਪੜ੍ਹਾਈ ਵੀ ਕੀਤੀ। ਪਰ ਹੁਣ ਜਦੋਂ ਅਗਲਾ ਕੇਸ ਦੁਬਾਰਾ ਫਿਰ ਪੈ ਗਿਆ ਤੇ ਇਹਦਾ ਮਤਲਬ ਹੁਣ ਤਿਆਰੀ ਤੇ ਜਾਪਦੀ ਹੈ। ਹੋ ਸਕਦਾ ਉਹ ਕਹਿੰਦੇ ਹੁਣ ਕਿ ਭਾਈ ਅੱਗੇ ਤਾਂ ਚਲੋ 12ਵੀਂ 12ਵੀਂ ਸੀ, ਇੱਕ ਡਿਗਰੀ ਕਰਿਓ ਐਤਕੀ। ਪਰ ਚਲੋ ਗੱਲ ਮਾੜੀ ਆ, ਇੱਕ ਗੱਲ ਤੇ ਹੈਗੀ ਆ ਵੀ ਜੇ ਸਾਰਾ ਕੁਝ ਪਹਿਲਾਂ ਜਿੰਨੇ ਵੀ ਕਿਸੇ ਵੀ ਲੀਡਰ ਸਾਹਿਬਾਨ ਨੇ ਉਹ ਕੀਤਾ ਉਹਦੇ ਉਹ ਸਾਹਮਣੇ ਆ ਰਿਹਾ। ਸੋ ਮੈਨੂੰ ਲੱਗਦਾ ਹੁੰਦਾ ਵੀ ਜਿਹੜੇ ਹੁਣ ਚੱਲਦੇ ਪਏ ਨੇ ਇਸ ਵਕਤ ਮੌਜੂਦਾ ਲੀਡਰ ਸਾਹਿਬਾਨ, ਜਾਂ ਜਿਨ੍ਹਾਂ ਦੇ ਕੋਲ ਅਜੇ ਵੀ ਹਰੇ ਪੈਨ ਦੀ ਤਾਕਤ ਆ, ਜਾਂ ਜਿਨ੍ਹਾਂ ਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ 'ਚ ਆ ਜਾਊਗੀ, ਜੇ ਉਹ ਲੋਕ ਭਲਾਈ ਦੇ ਕੰਮਾਂ 'ਤੇ ਚੱਲ ਜਾਵੇ ਤੇ ਹੋ ਸਕਦਾ ਵੀ ਜੇ ਇੰਨੇ ਸਾਲਾਂ ਦੇ ਪੁਰਾਣੇ ਕੇਸ ਕੱਢ ਕੇ ਕੋਈ ਇਹ ਕਰ ਰਿਹਾ ਵੀ ਇਹਨੂੰ ਅੰਦਰ ਕਰੋ, ਤੇ ਉਹਨੇ ਦਹਾਕੇ ਬਾਅਦ ਲੋਕ ਕਹਿਣ ਵੀ ਯਾਰ ਅੱਜ ਮੁਲਕ ਜਾਂ ਅੱਜ ਸਟੇਟ ਇਸ ਤਰੱਕੀ ਤੇ ਤਾਂ ਪਹੁੰਚੇ ਕਿਉਂਕਿ ਉਸ ਲੀਡਰ ਨੇ ਫਲਾਨਾ ਫੈਸਲਾ ਕੀਤਾ ਸੀ। ਨਹੀਂ ਬਹੁਤ ਜ਼ਰੂਰੀ ਹੈ ਜੀ, ਲੋਕ ਚੇਤੇ ਕਰਦੇ ਹੁੰਦੇ ਆ ਬਹੁਤ ਸਾਰੇ ਲੀਡਰਾਂ ਨੂੰ, ਅੱਜ ਵਾਲਿਆਂ ਨੂੰ ਵੀ ਕਰ ਸਕਦੇ ਆ ਜੇ ਚੱਜ ਦਾ ਕੰਮ ਕਰਨਗੇ, ਨਹੀਂ ਤਾਂ ਅਸੀਂ ਖਬਰਾਂ ਤਾਂ ਪੜ੍ਹੀ ਜਾਣੀਆਂ ਜੀ ਦੋਸ਼ੀ ਕਰਾਰ ਦੇ ਦਿੱਤੇ ਆ। ਚਲਿਏ ਹੁਣ ਆਪਾਂ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਹਿੰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।